ਬੱਚੇ ਨੂੰ ਆਸ ਹੁੰਦੀ ਹੈ ਕਿ ਸਾਨੂੰ ਵੀ ਕੋਈ ਪੈਸਾ ਦੇਗੀ ਨਾਲ, ਉਹਨੇ ਕੋਈ ਚੀਜ਼ ਨਹੀਂ ਇਸ ਨੂੰ ਦਿੱਤੀ। ਬੱਚਾ ਉਲਟਾ ਉਹਨੇ ਮਾਰ ਕੇ ਕਹਿਣਾ ਕਿ ਚਲੋ ਤੁਸੀਂ ਮੈਨੂੰ ਕੰਮ ਨਾ ਰੋਟੀ ਖਾਣ ਦੇਣੀ ਟਾਈਮ ਨਾਲ, ਨਾ ਉਹਨਾਂ ਨੂੰ ਟਾਈਮ ਨਾਲ ਸੌਣ ਦੇਣਾ। ਤੇ ਇਹ ਅਚਾਨਕ ਕਿਉਂ ਬਦਲੀ ਇਹ ਦੱਸੋ। ਇਹ ਕਹਿੰਦੀ ਹੈ ਵੀ ਪ੍ਰੋਪਰਟੀ ਨੂੰ ਜਿਹੜੀ ਚੀਜ਼ ਹੈ ਸਾਰੀ ਮੇਰੇ ਵੱਲ ਆਵੇ ਜਾਂ ਹੋਰ ਕੋਈ ਹਿੱਸਾ ਦਿਵਾਉਣ ਨਾ ਹੋਵੇ। ਕਿ ਕਿੱਡੀ ਕੁ ਨੌਬਤ ਆ ਗਈ ਸੀ ਉਸ ਧੀ ਨੂੰ ਕਿ ਆਪਣੇ ਮਾਂ-ਬਾਪ ਦੇ ਉੱਪਰ ਜਿਨ੍ਹਾਂ ਦੇ ਕੁੱਖ 'ਚੋਂ ਜਨਮ ਲਿਆ ਉਹਨਾਂ ਦੇ ਉੱਤੇ ਹੀ ਐਡੇ ਵੱਡੇ ਆਰੋਪ ਲਾ ਦਿੱਤੇ ਕਿ ਮੇਰੀ ਮਾਰ ਕੁਟਾਈ ਕੀਤੀ ਜਾਂਦੀ ਹੈ, ਮੈਨੂੰ ਚਾਰੇ ਜਣੇ ਮਾਰਦੇ ਆ। ਮੇਰੇ ਕੋਲ 4-5 ਕੁੱਤੇ ਆ ਕੇ ਬੈਠਦੇ ਲੋਕਡਾਊਨ ਵੇਲੇ ਦੇ। ਉਹਨਾਂ ਨੂੰ ਮੈਂ ਇੰਨੀ ਰੋਟੀ ਦੁੱਧ ਜੋ ਮੇਰੇ ਕੋਲ ਸਰਦਾ ਮੈਂ ਉਹਨਾਂ ਨੂੰ ਦਿੰਦੀ ਹਾਂ ਕਿ ਮੇਰੀ ਬੇਟੀ ਕਿਉਂ ਭੁੱਖੀ ਰਹੇ, ਕਿਉਂ ਮੇਰੇ ਮਨ ਨੂੰ ਨਹੀਂ ਆਉਂਦਾ ਕਿ ਮੇਰੀ ਬੇਟੀ ਕਿਉਂ ਤੜਫਦੀ। ਜਦੋਂ ਮੈਂ ਦਿੰਦੀ ਚੀਜ਼ ਕਿਉਂ ਨਹੀਂ ਲੈਂਦੀ। ਇਹ ਕੰਮ ਕਰਦੀ, ਬਾਹਰ ਵੀ ਕਰਦੀ ਸੀ, ਘਰ ਵੀ ਕਰਦੀ ਸੀ, ਔਰ ਸਾਰਾ ਪਰਿਵਾਰ ਇਹਦੀਆਂ ਭੈਣਾਂ ਇਹਦੇ ਨਾਲ ਕੰਮ ਕਰਾਉਂਦੀਆਂ ਸੀ। ਕੋਈ ਤਰਪਾਈ ਕਰ ਰਹੀ ਹੈ, ਕੋਈ ਕੁਛ ਕਰ ਰਹੀ ਹੈ, ਕੋਈ ਕੁਛ ਕਰ ਰਹੀ ਹੈ। ਕਿਹੜਾ ਲੜਕਾ ਜਿਹੜਾ ਮੇਰਾ ਹੱਥ ਫੜੇਗਾ, ਉਹਨਾਂ ਨੇ ਤੇ ਇਹੀ ਬੋਲਣਾ ਨਾ ਕਿ ਮਾਪਿਓ ਸਹੀ ਹੈ ਤੇ ਲੜਕੀ ਗਲਤ ਹੈ। ਕਿਸੇ ਨੇ ਇਹ ਨਹੀਂ ਦੇਖਣਾ ਕਿ ਲੜਕੀ ਕਿਸ ਹੱਕ ਦੇ ਲਈ, ਕਿਸ ਸੋਚ ਦੇ ਨਾਲ ਕਿਉਂ ਦੁਖੀ ਹੋ ਕੇ ਉਹਨੇ ਆਵਾਜ਼ ਇਸ ਲਈ ਚੁੱਕੀ ਹੈ। ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਗੱਲ ਕਰਾਂਗੇ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਇੱਕ ਇਲਾਕੇ ਦੀ, ਜਿੱਥੋਂ ਦਾ ਕੱਲ੍ਹ ਇੱਕ ਸੋਸ਼ਲ ਮੀਡੀਆ ਦੇ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਕਿ ਇੱਕ ਲੜਕੀ ਜੋ ਕਿ ਆਪਣੇ ਵਿਆਹ ਨੂੰ ਤਰਸ ਰਹੀ ਹੈ ਕਿ ਮੇਰਾ ਵਿਆਹ ਨਹੀਂ ਮੇਰੇ ਘਰ ਦੇ ਕਰ ਰਹੇ, ਮੇਰੇ ਘਰਦਿਆਂ ਨੇ ਮੈਨੂੰ ਆਪਣਾ ATM ਸਮਝਿਆ ਹੋਇਆ ਵਾ ਅਤੇ ਜਦੋਂ ਜੀ ਕਰਦਾ ਵਾ ਉਦੋਂ ਪੈਸਿਆਂ ਦੀ ਮੰਗ ਕਰਦੇ ਨੇ। ਪਰ ਜੇ ਗੱਲ ਕੀਤੀ ਜਾਏ ਉਸ ਪਰਿਵਾਰ ਦੇ ਨਾਲ, ਉਸ ਨਿਊਜ਼ ਚੈਨਲ ਦੇ ਵਿੱਚ ਪਤਾ ਨਹੀਂ ਉਹਨਾਂ ਨਾਲ ਇਸ ਪਰਿਵਾਰ ਨਾਲ ਰਾਬਤਾ ਬਣਿਆ, ਮਾਂ-ਬਾਪ ਨਾਲ ਰਾਬਤਾ ਬਣਿਆ ਜਾਂ ਨਹੀਂ ਬਣਿਆ, ਜਾਂ ਮਾਂ-ਬਾਪ ਨੇ ਉਹਨਾਂ ਨੂੰ ਨਾ ਕੀਤੀ, ਇਸ ਕਰਕੇ ਇਹਨਾਂ ਦਾ ਪੱਖ ਨਹੀਂ ਰੱਖਿਆ ਗਿਆ। ਉਸ ਸੋਸ਼ਲ ਮੀਡੀਆ ਦੀ ਵੀਡੀਓ ਵਾਇਰਲ ਦੇਖਣ ਤੋਂ ਬਾਅਦ ਅਸੀਂ ਇਸ ਪਰਿਵਾਰ ਤੱਕ ਪਹੁੰਚ ਕੀਤੀ ਅਤੇ ਉਸ ਮਾਂ-ਬਾਪ ਦੇ ਨਾਲ ਰਾਬਤਾ ਕਾਇਮ ਕੀਤਾ ਅਤੇ ਉਹਨਾਂ ਦਾ ਪੱਖ ਜਾਣਨਾ ਚਾਹਿਆ, ਕਿਉਂਕਿ ਉਸ ਵੀਡੀਓ ਦੇਖਣ ਤੋਂ ਬਾਅਦ ਵੀ ਸਾਨੂੰ ਕੁਝ ਇਸ ਤਰ੍ਹਾਂ ਦੀ ਰੂਹ ਝੰਜੂੜ ਦਿੱਤੀ ਸੀ ਸਾਡੀ ਕਿ ਕੋਈ ਮਾਂ-ਬਾਪ ਕਿਸ ਤਰ੍ਹਾਂ ਦਾ ਅਜਿਹਾ ਮਾਂ-ਬਾਪ ਹੋਏਗਾ ਜਿਹੜਾ ਆਪਣੀ ਧੀ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕਰੇਗਾ। ਕਿਉਂਕਿ ਉਸ ਬਾਪ ਦੀਆਂ 3 ਧੀਆਂ ਵਾ ਅਤੇ ਸਾਈਕਲ ਰਿਪੇਅਰ ਦਾ ਕੰਮ ਕਰਦਾ ਵਾ, ਮਿਹਨਤ ਮਜ਼ਦੂਰੀ ਕਰਦਾ ਵਾ ਅਤੇ ਜਿਹੜੀਆਂ ਉਹਦੀਆਂ 2 ਧੀਆਂ ਵਾ ਨਾਲ, ਉਹ ਵੀ ਉਸ ਕੰਮ ਦੇ ਵਿੱਚ ਉਹਦਾ ਹੱਥ ਵਟਾਉਂਦੀਆਂ ਨੇ ਅਤੇ ਉਸ ਦੀ ਘਰਵਾਲੀ ਵੀ ਉਸ ਸਾਈਕਲ ਰਿਪੇਅਰ ਦੇ ਕੰਮ ਦੇ ਵਿੱਚ ਹੱਥ ਵਟਾਉਂਦੀ ਹੈ। ਪਰ ਐਡੇ ਵੱਡੇ ਆਰੋਪ ਲਾਣੇ ਇੱਕ ਮਾਂ-ਬਾਪ ਦੇ ਉੱਪਰ ਜਿਨ੍ਹਾਂ ਨੇ 9 ਮਹੀਨੇ ਉਸ ਧੀ ਨੂੰ ਆਪਣੇ ਪੇਟ ਦੇ ਵਿੱਚ ਰੱਖ ਕੇ ਉਸ ਨੂੰ ਜਨਮ ਦਿੱਤਾ, ਉਸ ਤੋਂ ਬਾਅਦ ਉਸ ਦਾ ਪਾਲਣ ਪੋਸ਼ਣ ਕਰ ਦਿੱਤਾ, ਪਰ ਉਸ ਤੋਂ ਬਾਅਦ ਧੀ ਇੱਕਦਮ ਉਹਨਾਂ ਦੇ ਆਰੋਪ ਲਾ ਰਹੀ ਹੈ ਕਿ ਜੀ ਮੈਂ ਆਪਣੇ ਪੈਰਾਂ ਦੇ ਉੱਤੇ ਖੁਦ ਸਟੈਂਡ ਹੋਈ ਹਾਂ ਅਤੇ 18 ਘੰਟੇ ਕੰਮ ਕਰਕੇ ਮੈਂ ਇਸ ਮਾਂ-ਬਾਪ ਦੀਆਂ ਜੇਬਾਂ ਭਰੀਆਂ ਵਾ, ਇਸ ਘਰ ਦਾ ਖਰਚਾ ਚਲਾਇਆ ਵਾ ਅਤੇ ਮੇਰੇ ਮਾਂ-ਬਾਪ ਨੇ ਮੈਨੂੰ ਘਰ ਤੋਂ ਵੱਖਰੇ ਕਰ ਦਿੱਤਾ, ਮੇਰੀ ਰਸੋਈ ਵੱਖਰੀ ਕਰ ਦਿੱਤੀ ਹੈ ਅਤੇ ਵਿਆਹ ਲਈ ਤਿਆਰ ਨਹੀਂ ਹੋ ਰਹੇ, ਮੇਰਾ ਵਿਆਹ ਵੀ ਨਹੀਂ ਕਰਦੇ। ਕਿਤੇ ਕਿਉਂ ਨਹੀਂ ਕਰਦੇ ਕਿ ਸਾਨੂੰ ਜੇਕਰ ਅਸੀਂ ਵਿਆਹ ਕਰ ਦਿੰਦੇ ਹਾਂ, ਸਾਡਾ ਜਿਹੜੀ ਇਨਕਮ ਆ, ਪੈਸੇ ਆ, ਜਿਹੜੀ ਕੁੜੀ ਬਾਹਰੋਂ ਲਿਆਂਦੀ ਹੈ ਬੁਟੀਕ ਦਾ ਕੰਮ ਕਰਕੇ, ਉਹ ਪੈਸੇ ਆਣੇ ਬੰਦ ਹੋ ਜਾਣਗੇ। ਅਸੀਂ ਪਰਿਵਾਰ ਦੇ ਨਾਲ ਉਸ ਦੀ ਲੜਕੀ ਦੀ, ਉਸ ਧੀ ਦੀ ਮਾਂ ਨਾਲ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਰਵੱਈਆ ਸੀ ਉਸ ਧੀ ਦਾ ਜਿਨ੍ਹਾਂ ਨੇ ਐਡੇ ਵੱਡੇ ਆਰੋਪ ਲਾਏ ਤੇ ਤੁਹਾਡਾ ਕਿੱਦਾਂ ਦਾ ਰਵੱਈਆ ਸੀ ਧੀ ਪ੍ਰਤੀ ਕਿ ਜਿਹੜੇ ਉਹਨੂੰ ਐਡੇ ਵੱਡੇ ਆਰੋਪ ਲਾਉਣ ਦੀ ਨੌਬਤ ਆ ਗਈ ਤੁਹਾਡੇ ਤੇ। ਮੇਰੀ ਬੇਟੀ ਬਹੁਤ ਸਮਝਦਾਰ ਸੀ, ਸਾਡੇ ਕਹਿਣੇ ਵਿੱਚ ਸੀ। ਜਦੋਂ ਤੱਕ ਅਸੀਂ ਉਹਨੂੰ 12 ਕਲਾਸਾਂ ਪੜ੍ਹਾਇਆ, 12 ਕੀਤੀਆਂ ਉਹਨੇ, 12 ਕਲਾਸਾਂ ਪੜ੍ਹੀਆਂ, ਫਿਰ ਉਸ ਨੇ ਸਿਲਾਈ ਸਿਖਾਈ ਉਹਨੂੰ ਸੀ। ਜਦੋਂ ਸਿਲਾਈ ਸਿੱਖੀ ਗਈ ਫਿਰ ਉਹ ਕੰਮ ਕਰਦੀ ਰਹੀ, ਬੁਟੀਕ 'ਤੇ ਵੀ ਜਾ ਕੇ ਕੰਮ ਕਰਦੀ ਰਹੀ, ਘਰ ਲਿਆ ਕੇ ਵੀ ਸਾਰਾ ਕੰਮ ਕਰੀ। ਅਸੀਂ ਪੂਰਾ ਦੋਨੋਂ ਛੋਟੀਆਂ ਭੈਣਾਂ, ਇੱਕ ਮੈਂ, ਅਸੀਂ ਮਾਵਾਂ ਧੀਆਂ ਚਾਰੇ ਜਾਣੀਆਂ, ਅਸੀਂ ਉਸ ਦਾ ਪੂਰਾ ਸਹਿਯੋਗ ਦਿੰਦੀਆਂ ਸੀ, ਨਾਲ ਕੰਮ ਕਰਦੀਆਂ ਸੀਗੀਆਂ, ਪੂਰਾ ਸਟਿਚਿੰਗ ਦਾ ਕਰਦੀਆਂ ਰਹੀਆਂ। ਅਸੀਂ ਇੰਨਾ ਜ਼ਿਆਦਾ ਉਹਦੇ ਨਾਲ ਕੰਮ ਕੀਤਾ ਕਿ ਅਸੀਂ ਆਪਣੀ ਰੋਟੀ ਪਾਣੀ ਭੁੱਲ ਜਾਂਦੇ। ਸਾਨੂੰ ਰਾਤ ਦਾ ਸੌਣ ਦਾ ਪਤਾ ਨਹੀਂ ਸੀ, ਸਵੇਰੇ ਉੱਠਣ ਦਾ ਪਤਾ ਨਹੀਂ ਸੀ, ਨਾ ਸਾਡਾ ਨਾਸ਼ਤਾ ਕਰਨ ਦਾ ਪਤਾ ਸੀ। ਅਸੀਂ ਹਰ ਵੇਲੇ ਅਸੀਂ ਇੰਨੀ ਮਿਹਨਤ ਕੀਤੀ ਕਿ ਕਿਉਂਕਿ ਸਾਡੇ ਘਰ ਵਿੱਚ ਪ੍ਰੋਪਰਟੀ ਬਾਰੇ ਬਹੁਤ ਜ਼ਿਆਦਾ ਸਾਡੇ ਘਰ ਝਗੜਾ ਪੈਂਦਾ ਰਿਹਾ। ਕਦੀ ਅਸੀਂ 12 ਸਾਲ ਕਚਹਿਰੀ ਵਿੱਚ ਜਾਂਦੇ ਰਹੇ ਕਿਰਾਏਦਾਰਾਂ ਦੇ ਕੇਸ ਵਿੱਚ, ਜਿੱਥੇ ਦਾ ਡੈਡੀ ਜਾਂਦਾ ਰਿਹਾ ਅਤੇ ਬਾਅਦ ਵਿੱਚ ਇਹਦੇ ਭਰਾਵਾਂ ਨੇ ਇੰਨਾ ਕੋਈ ਸਾਥ ਨਹੀਂ ਦਿੱਤਾ, ਇਕੱਲੇ ਜਾਂਦੇ ਰਹੇ। ਜਦੋਂ ਉੱਥੇ ਜਾਂਦੇ ਰਹੇ ਸਾਡੇ ਘਰ ਵਿੱਚ ਕੋਈ ਰੋਟੀ ਕਮਾਉਣ ਦਾ ਪਿੱਛੇ ਕੋਈ ਸਾਧਨ ਨਹੀਂ ਸੀਗਾ। ਅਸੀਂ ਮਿਹਨਤ ਕਰਕੇ ਆਪਣੇ ਰੋਟੀ ਪਾਣੀ ਚਲਾਇਆ। ਅਤੇ ਇਸ ਤੋਂ ਬਾਅਦ ਜਦੋਂ ਸਾਡੀ ਬੇਟੀ ਸਾਡੇ ਨਾਲ ਕੰਮ ਕਰਦੀ ਰਹੀ, ਉਹ ਆਪਣੇ ਸਾਨੂੰ ਪੈਸਾ ਨਹੀਂ ਸੀ ਦਿੰਦੀ, ਕੁਛ ਨਹੀਂ ਅਸੀਂ ਉਹਨਾਂ ਕੋਲ ਲਿਆ। ਧੀਆਂ ਦਾ ਅਸੀਂ ਪੈਸਾ ਕੀ ਲੈਣਾ ਸੀ, ਅਸੀਂ ਤਾਂ ਜੋੜਿਆ। ਚਲੋ ਧੀਆਂ ਅਸੀਂ ਕੰਮ ਮਿਹਨਤ ਕੀਤੀ ਹੈ ਕਿ ਅਸੀਂ ਇਹਨਾਂ ਬੇਟੀਆਂ ਦਾ ਕੋਈ ਸਵਾਰਾਂਗੇ, ਸਵਾਰਨ ਵਾਸਤੇ ਅਸੀਂ ਮਿਹਨਤ ਕੀਤੀ ਸੀ ਉਹਨਾਂ ਦਾ। ਅਤੇ ਉਹ ਮੇਰੀ ਬੇਟੀ ਨੇ ਸਾਨੂੰ ਕੁਛ ਨਹੀਂ ਦਿੱਤਾ। ਮੇਰੀ ਛੋਟੀਆਂ ਕੁੜੀਆਂ ਵੀ ਮੇਰੀਆਂ ਜਦੋਂ ਕਰਦੀਆਂ ਨੇ ਨਾਲ, ਉਹਦੀ ਭੈਣਾਂ ਉਹਦੀਆਂ ਕੰਮ ਕੀਤਾ, ਉਹਨਾਂ ਨੇ ਉਹਦੀਆਂ ਭੈਣਾਂ ਨੇ ਕੰਮ ਕੀਤਾ, ਉਹ ਉਹਨਾਂ ਨੂੰ ਆਪਣੇ ਸਪੋਰਟ ਦੇ ਵਿੱਚ ਕੁਛ ਨਹੀਂ ਉਹਨਾਂ ਨੂੰ ਦਿੱਤਾ। ਬੱਚੇ ਨੂੰ ਵੀ ਆਸ ਸੀ ਕਿ ਮੇਰੀ ਭੈਣ ਕੰਮ ਕਰਦੀ, ਸਾਡੇ ਲਈ ਕੋਈ ਰੁਪਈਆ ਤਾਂ ਲੈ, ਕੋਈ ਬੱਚੇ ਨੂੰ ਆਸ ਹੁੰਦੀ ਹੈ ਕਿ ਸਾਨੂੰ ਵੀ ਕੋਈ ਪੈਸਾ ਦੇਗੀ ਨਾਲ, ਉਹਨੇ ਕੋਈ ਚੀਜ਼ ਨਹੀਂ ਇਸ ਨੂੰ ਦਿੱਤੀ। ਬੱਚਾ ਉਲਟਾ ਉਹਨੇ ਮਾਰ ਕੇ ਕਹਿਣਾ ਕਿ ਚਲੋ ਤੁਸੀਂ ਮੈਨੂੰ ਕੰਮ ਨਾ ਰੋਟੀ ਖਾਣ ਦੇਣੀ ਟਾਈਮ ਨਾਲ, ਨਾ ਉਹਨਾਂ ਨੂੰ ਟਾਈਮ ਨਾਲ ਸੌਣ ਦੇਣਾ।
ਇੱਕ ਦਿਨ ਤੇ ਫਿਰ ਬੱਚੇ ਨੂੰ ਸਮਝ ਆ ਹੀ ਜਾਂਦੀ। ਉਹ ਕਹਿੰਦੇ ਅਸੀਂ ਵੀ +2+ ਦੋਨਾਂ ਜਣਿਆਂ ਨੇ ਕੀਤੀਆਂ, ਛੋਟੀਆਂ ਨੇ ਵੀ। ਉਹ ਕਹਿੰਦੇ ਕਿ ਅਸੀਂ ਇਹ ਸਾਰੀ ਉਮਰ ਇਹੀ ਇਹਦੇ ਨਾਲ ਹੀ ਮਾਰ ਖਾਂਦੇ ਰਵਾਂਗੇ। ਅਸੀਂ ਇਸ ਤੋਂ ਇੱਕ ਦਿਨ ਹੀ ਇਹਨਾਂ ਜਿੰਨਾ ਪੈਸਾ ਕਮਾਇਆ ਸਾਰਾ ਇਹਨੇ ਆਪਣਾ ਜਮ੍ਹਾਂ ਕਰਾਇਆ। ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਸਬੂਤ ਪੇਸ਼ ਕਰ ਸਕਦੀ ਹਾਂ। ਹਾਂਜੀ, ਜਿੰਨਾ ਇਹਨਾਂ ਨੇ ਪੈਸਾ ਕਮਾਇਆ ਸਾਰਾ ਮੇਰੀ ਬੇਟੀ ਦੇ ਕੋਲ ਹੈ। ਇਹਨੇ ਸਾਰਾ ਆਪਣੇ ਜਮ੍ਹਾਂ ਕਰਾਇਆ ਹੋਇਆ ਜੀ। ਆਪਣੇ ਡੈਡੀ ਨਾਲ ਕੋਈ ਸਪੋਰਟ ਨਹੀਂ ਦਿੱਤੀ, ਸਾਨੂੰ ਨਾ ਮਾਂ ਨਾਲ ਕੋਈ ਸਪੋਰਟ ਨਹੀਂ ਕੀਤੀ। ਸਿਰਫ ਅਸੀਂ ਇਹਨੂੰ ਸਪੋਰਟ ਕਰਦੇ ਰਹੇ ਕਿ ਤੇਰਾ ਕੰਮ ਕਰਾਉਣ 'ਚ ਮਦਦ ਅਸੀਂ ਕੀਤੀ ਹੈ ਰੱਜ ਕੇ, ਤਿੰਨਾਂ ਮਾਵਾਂ ਧੀਆਂ ਨੇ ਨਾਲ ਰਲ ਕੇ। ਅਤੇ ਇਹ ਅਚਾਨਕ ਕਿਉਂ ਬਦਲੀ ਹੈ ਦੱਸੋ? ਇਹ ਕਹਿੰਦੀ ਹੈ ਵੀ ਪ੍ਰਾਪਰਟੀ ਨੂੰ ਜਿਹੜੀ ਚੀਜ਼ ਹੈ ਸਾਰੀ ਮੇਰੇ ਵੱਲ ਆਵੇ ਜਾਂ ਹੋਰ ਕੋਈ ਹਿੱਸਾ ਤਾਂ ਵੰਡ ਨਾ ਹੋਏ। ਹੁਣ ਦੇਖੋ ਮੇਰੇ 3 ਬੇਟੀਆਂ, ਤਿੰਨਾਂ ਬੇਟੀਆਂ ਨੂੰ ਮੈਂ ਇੱਕੋ ਜਿਹਾ ਹੀ ਵੇਖਾਂਗੀ। ਜੇ ਇੱਕ ਬੇਟੀ ਨੂੰ ਘੱਟ ਇੱਕ ਬੇਟੀ ਨੂੰ ਵੱਧ ਕਿਸ ਤਰ੍ਹਾਂ ਵੇਖਾਂਗੀ? 2 ਖੰਡ ਇੱਕੋ ਜਿਹੇ ਵੇਖਣਗੇ ਤਿੰਨਾਂ ਬੇਟੀਆਂ। ਮੇਰੇ 3 ਬੇਟੀਆਂ ਪੁੱਤਰਾਂ ਦੇ ਬਰਾਬਰ ਸੀ ਮੈਨੂੰ। ਹੁਣ ਜੇ ਗੱਲ ਕੀਤੀ ਜਾਏ ਉਹਨਾਂ ਦੀ ਰਸੋਈ ਦੀ, ਕਹਿੰਦੇ ਮੇਰੇ ਘਰ ਦੇ ਵਿੱਚ ਇੱਕ ਅਲੱਗ ਰਸੋਈ ਬਣਾ ਦਿੱਤੀ ਹੈ। ਕਿ ਕਿਸ ਤਰ੍ਹਾਂ ਦੇ ਮਾਂ-ਬਾਪ ਨੇ ਜਿਨ੍ਹਾਂ ਨੇ ਅਲੱਗ ਰਸੋਈ ਬਣਾ ਦਿੱਤੀ? ਕਿਉਂਕਿ ਕੋਈ ਵੀ ਮਾਂ-ਬਾਪ ਇਸ ਤਰ੍ਹਾਂ ਨਹੀਂ ਚਾਹੇਗਾ ਕਿ ਸਾਡੀ ਧੀ ਇੰਨੀਆਂ ਮੁਸ਼ਕਲਾਂ ਦੇ ਵਿੱਚ ਇਕੱਲੀ ਆਪਣੀ ਰਸੋਈ ਦੇ ਵਿੱਚ, ਕਿਉਂਕਿ ਤੁਹਾਡਾ ਲੜਕਾ ਤਾਂ ਕੋਈ ਹੈ ਨਹੀਂ, 3 ਧੀਆਂ ਵਾ, ਤੁਹਾਡੇ ਲੜਕੇ ਹੀ ਨਹੀਂ ਹੈ ਵੇ ਧੀਆਂ। ਤਿੰਨੇ ਮੇਰੇ ਲੜਕਾਂ ਬਰਾਬਰ ਨੇ ਮੇਰੀਆਂ ਬੇਟੀਆਂ ਮੇਰੇ ਲਈ। ਅਤੇ ਦੇਖੋ ਜਿਹੜੀ ਰਸੋਈ ਦੀ ਗੱਲ ਹੈ, ਹੁਣ ਦੇਖੋ ਮੈਂ ਰੋਟੀ ਬਣਾਉਂਦੀ ਸੀ ਕਿਸੇ ਵੇਲੇ ਮੇਰੇ ਕੋਲ ਰੋਟੀ ਕਿਸੇ ਵੇਲੇ ਨਹੀਂ ਸੀ ਬਣਦੀ। ਜਦੋਂ ਮੈਂ ਕੰਮ ਕਰਦੀ ਮਿਹਨਤ ਕਿਸੇ ਵੇਲੇ ਮੈਨੂੰ ਜ਼ਿਆਦਾ ਕੰਮ ਆਏ ਇਹਦੇ ਨਾਲ ਬੈਠ ਕੇ ਕੰਮ ਕਰਨਾ, ਤੇ ਮੇਰੇ ਕੋਲ ਟਾਈਮ ਨਹੀਂ ਸੀ। ਮੈਂ ਛੋਟੀ ਨੂੰ ਕਹਿਣਾ ਵੀ ਚੱਲ ਤੂੰ ਰੋਟੀ ਬਣਾ ਲੈ, ਇੱਕ ਟਾਈਮ ਦੀ ਉਹ ਵੀ ਬਣਾ ਲੈ। ਇਹ ਕਹਿੰਦੀ ਸੀ ਮੈਂ ਉਹਦੇ ਆਦੀ ਰੋਟੀ ਨਹੀਂ ਖਾਣੀ ਜਾਂ ਠੰਡੀ। ਮੈਂ ਦੇਖੋ ਮਸ਼ੀਨ 'ਤੇ ਇਹਨੇ ਬੈਠੇ ਨੇ ਕਦੀ ਘਰ ਦਾ ਕੰਮ ਨਹੀਂ ਸੀ ਕੀਤਾ। ਸਾਰੇ ਮੈਨੂੰ ਕੰਮ ਕਰਕੇ ਰੋਟੀ ਦੇ ਟੇਬਲ 'ਤੇ ਦਿੰਦੀ ਸੀ। ਉੱਥੇ ਦੇ ਜੂਠੇ ਭਾਂਡੇ ਚੁੱਕ ਕੇ ਮੈਂ ਆਪ ਰੱਖਦੀ ਸੀ। ਸਾਰਾ ਘਰ ਦਾ ਮੈਂ ਕੰਮ ਵੀ ਖੁਦ ਕਰਦੀ ਸੀ, ਇਹਦੇ ਨਾਲ ਸਿਲਾਈ ਦਾ ਕੰਮ ਵੀ ਸਾਰਾ ਮੈਂ ਕਰਦੀ ਰਹੀ ਹਾਂ। ਇੱਥੋਂ ਤੱਕ ਕਿ ਮੈਨੂੰ 2.5 ਨੰਬਰ ਦੇ ਇਸ ਟਾਈਮ 'ਤੇ ਐਨਕ ਲੱਗੀ ਹੋਈ ਜੇ। ਮੈਨੂੰ ਡਾਕਟਰ ਮਨਾ ਕਰਦੇ ਨੇ ਕਿ ਆਪ ਤੁਸੀਂ ਇੰਨੀ ਗਰਮੀ 'ਚ ਕੰਮ ਨਹੀਂ ਕੋਈ ਵੀ ਕਰਨਾ। ਪਰ ਇੱਕ ਬੜੀ ਵੱਡਾ ਇੱਕ ਸਵਾਲ ਆ ਸਾਡੇ ਦਰਸ਼ਕਾਂ ਦੇ ਵੀ ਮਨਾਂ ਦੇ ਵਿੱਚ, ਸ਼ਾਇਦ ਉਸ ਵੀਡੀਓ ਨੂੰ ਦੇਖ ਕੇ ਆਂਦਾ ਹੋਵੇਗਾ ਕਿ ਕਿੱਡੀ ਕੁ ਨੌਬਤ ਆ ਗਈ ਸੀ ਉਸ ਧੀ ਨੂੰ ਕਿ ਆਪਣੇ ਮਾਂ-ਬਾਪ ਦੇ ਉੱਪਰ, ਜਿਨ੍ਹਾਂ ਦੇ ਕੁੱਖ 'ਚੋਂ ਜਨਮ ਲਿਆ, ਉਹਨਾਂ ਦੇ ਉੱਤੇ ਹੀ ਐਡੇ ਵੱਡੇ ਆਰੋਪ ਲਾ ਦਿੱਤੇ ਕਿ ਮੇਰੀ ਮਾਰ ਕੁਟਾਈ ਕੀਤੀ ਜਾਂਦੀ ਹੈ, ਮੈਨੂੰ 4 ਜਣੇ ਮਾਰਦੇ ਆ, ਮੇਰੀਆਂ ਭੈਣਾਂ ਤੇ ਮੇਰੇ ਮਾਂ-ਬਾਪ ਨਾਲ ਰਲ ਕੇ 4 ਜਣੇ ਮੈਨੂੰ ਮਾਰ ਕੁੱਟਦੇ। ਅਸੀਂ ਇਹਨੂੰ ਅੱਜ ਤੱਕ ਇੱਕ ਚਪੇੜ ਤੱਕ ਨਹੀਂ ਜੇ ਮਾਰੀ। ਜੇ ਅਸੀਂ ਉਸ ਵੇਲੇ ਉਹਨੂੰ ਚਪੇੜ ਬਚਪਨ ਤੋਂ ਮਾਰੀ ਹੁੰਦੀ, ਅੱਜ ਸਾਨੂੰ ਇਸ ਤਰ੍ਹਾਂ ਬਦਨਾਮ ਨਹੀਂ ਸੀ ਹੋਣਾ ਪੈਂਦਾ। ਕਿਉਂਕਿ ਅਸੀਂ ਇਹਨੂੰ ਕਦੇ ਚਿਰ ਦੇ ਕਹਿੰਦੇ ਵੀ ਕਿ ਅਸੀਂ ਤੇਰਾ ਵਿਆਹ ਕਰ ਦੇਣਾ। ਇਹਦੇ ਨਾਨਾ ਜੀ ਨੇ ਵੀ ਕਿਹਾ ਅਸੀਂ ਤੈਨੂੰ ਵਿਆਹ ਕਰ, ਅਸੀਂ ਮੁੰਡੇ ਵੇਖੇ ਜਦੋਂ ਅਸੀਂ ਕਹਿੰਦੇ ਤੇਰਾ ਰਿਸ਼ਤਾ ਕਰਨਾ ਕਿ ਅਸੀਂ ਤੇਰਾ ਕਰ ਦਿੰਦੇ ਹਾਂ, ਕਹੇਗੀ ਮੈਂ ਨਹੀਂ ਕਰਨਾ। ਕਦੀ ਕਹੇਗੀ ਮੈਂ ਮੁੰਡਾ ਇਕੱਲਾ ਹੋਣਾ ਚਾਹੀਦਾ। ਜੇ ਅਸੀਂ ਮੁੰਡਾ ਇਕੱਲਾ ਲੱਭਦੇ ਹਾਂ ਤਾਂ ਕਹਿੰਦੀ ਆ ਤਾਂ ਮਾਂ ਪਿਓ ਨਹੀਂ ਹੋਣਾ ਚਾਹੀਦਾ। ਜੇ ਬਿਨਾਂ ਮਾਂ ਤੋਂ ਮੁੰਡਾ ਲੱਭਦਾ ਕਿ ਉਹ ਮੁੰਡੇ ਦੀ ਮਾਂ ਨਹੀਂ ਹੈ, ਤੇ ਫਿਰ ਕਹੇਗੀ ਮੈਨੂੰ ਸੱਸ ਵਾਲਾ ਘਰ ਚਾਹੀਦਾ, ਤੁਸੀਂ ਮੁੰਡੇ ਦੀ ਇੰਨੀ ਨੌਕਰੀ ਹੋਣੀ ਚਾਹੀਦੀ ਹੈ, ਐਡਾ ਪੋਸਟ 'ਤੇ ਬੈਠਾ। ਮੈਂ ਕਿਹਾ ਜੇ ਉਹ ਪੋਸਟ 'ਤੇ ਬੈਠਾ ਹੋਏਗਾ ਉਹ ਸਾਡੇ ਵੱਲ ਵੀ ਤਾਂ ਵੇਖਾ, ਗਰੀਬਾਂ ਸਾਡੇ ਗਰੀਬਾਂ ਕੋਲ ਸਾਡੇ ਵੀ ਤਾਂ ਕਮੀਆਂ ਬਥੇਰੀਆਂ ਨੇ। ਸਾਰੀਆਂ ਚੀਜ਼ਾਂ ਇੱਕ ਮੁੰਡੇ ਦੇ ਵਿੱਚ ਤੇ ਪਰਿਵਾਰ 'ਚ ਨਹੀਂ ਮਿਲਣ ਲੱਗੀਆਂ। ਕੁਛ ਤਾਂ ਅਸੀਂ ਸਾਨੂੰ ਕਰਨਾ ਪਏਗਾ ਨਾ, ਵਿੱਚ ਸਮਝੌਤਾ ਕਰਨਾ ਪਏਗਾ। ਇਹ ਸਮਝੌਤਾ ਕਰਨ ਲਈ ਤਿਆਰ ਨਹੀਂ। ਇਹ ਕਹਿੰਦੀ ਵੀ ਜੋ ਕੁਛ ਹੈ ਕਿ ਮੈਂ ਹੀ ਸਭ ਕੁਝ ਹੈਗੀ ਹਾਂ। ਦੱਸੋ ਮਤਲਬ ਮੇਨ ਲੜਾਈ ਜਿਹੜੀ ਜੇ ਗੱਲ ਕੀਤੀ ਜਾਏ ਘਰ ਦੀ, ਮੇਨ ਲੜਾਈ ਪ੍ਰਾਪਰਟੀ ਦੀ ਹੈ ਕਿ ਪ੍ਰਾਪਰਟੀ ਦੀ ਲੜਾਈ। ਪ੍ਰੋਪਰਟੀ ਇਸੇ ਦੇ ਚੀਜ਼ ਦੀ ਲੜਾਈ ਹੈਗੀ, ਪ੍ਰਾਪਰਟੀ ਦੀ ਹੈ। ਪਹਿਲੇ ਅਸੀਂ ਕਿੰਨੀ ਵਾਰੀ ਅਸੀਂ ਇਸ ਦੇ ਵਿਆਹ ਵਿੱਚ ਲੇਟ ਕਿਉਂ ਹੋਏ? ਅਸੀਂ ਇਹਦੇ ਵਿਆਹ ਵਿੱਚ ਲੇਟ ਇਸ ਕਰਕੇ ਹੋ ਰਹੇ ਹਾਂ ਕਿਉਂਕਿ ਪਹਿਲੇ ਸਾਡਾ ਮਕਾਨ ਦਾ ਝਗੜਾ ਪੈਂਦਾ ਰਿਹਾ ਇਸ ਪ੍ਰਾਪਰਟੀ ਬਾਰੇ। ਉਹਦੇ ਵਿੱਚ ਸਾਨੂੰ ਕਿੰਨੀ ਵਾਰ ਥਾਣੇ ਜਾਣਾ ਪਿਆ। ਉਸ ਤੋਂ ਬਾਅਦ ਪਹਿਲੇ ਸਾਡਾ ਕੇਸ ਤਾਂ ਸੀ, ਫਿਰ ਸਾਡੇ ਪ੍ਰਾਪਰਟੀ ਦਾ ਪਿਆ। ਫਿਰ ਜਦੋਂ ਅਸੀਂ ਇਹਦੇ ਵੱਲ ਧਿਆਨ ਕਰਦੇ ਕਰੀਏ ਫਿਰ ਕੋਈ ਨਾ ਕੋਈ ਥਾਣੇ ਸਾਨੂੰ ਜਾਣਾ ਪੈਂਦਾ। ਕਿੰਨੀ ਵਾਰੀ ਥਾਣੇ ਜਾਂਦੇ ਰਹੇ। ਅਸੀਂ ਰੋਟੀ ਪਾਣੀ ਤੈਨੂੰ ਕੋਈ ਨਹੀਂ ਤੰਗ ਕੀਤਾ। ਜਿਸ ਟਾਈਮ ਇਹ ਸਾਰੇ ਬੈਠੇ, ਮੈਂ ਕੋਈ ਲੋਕ ਨਹੀਂ ਕਿਸ ਚੀਜ਼ ਨੂੰ ਲਗਾਇਆ ਤਾਂ ਸੀ। ਬੈਠ 'ਤੇ ਅਸੀਂ ਬੈਠਾ, ਇੱਕ ਕਮਰਾ ਮੇਰਾ ਇਸ ਪਿੱਛੇ ਹੈਗਾ। ਅਸੀਂ ਇੱਥੇ ਰੋਟੀ ਪਾਣੀ ਬਣਾਉਂਦੇ, ਇਹ ਕੋਲ ਬੈਠ ਕੇ ਖਾ ਨਹੀਂ ਸਕਦੇ ਆਪਣੇ ਭੈਣ। ਜਦੋਂ ਸਾਰਾ ਪਰਿਵਾਰ ਖਾਂਦੇ, ਇਹ ਵਿੱਚ ਬੈਠ ਕੇ ਕਿਉਂ ਨਹੀਂ ਜੇ ਖਾਂਦੀ ਰੋਟੀ? ਕਿ ਅਸੀਂ ਇਹਦੇ ਹੱਥ ਫੜੇ ਜਾਂ ਅਸੀਂ ਇਹਨੂੰ ਮਨਾ ਕਰਦੇ ਹਾਂ? ਦੱਸੋ। ਬਚਪਨ ਤੋਂ ਲੈ ਕੇ ਮੈਂ ਹੁਣ ਤੱਕ ਪਲਿਆ, ਹੁਣ ਮੈਂ ਰੋਟੀ ਨੂੰ ਕਿਉਂ ਨਹੀਂ ਦੇਵਾਂਗੀ? ਮੇਰੇ ਕੋਲ 4-5 ਕੁੱਤੇ ਆ ਕੇ ਬੈਠਦੇ ਲੋਕਡਾਊਨ ਵੇਲੇ ਦੇ। ਉਹਨਾਂ ਨੂੰ ਮੈਂ ਇੰਨੀ ਰੋਟੀ ਦੁੱਧ ਜੋ ਮੇਰੇ ਕੋਲ ਸਰਦਾ ਮੈਂ ਉਹਨਾਂ ਨੂੰ ਦਿੰਦੀ ਹਾਂ ਕਿ ਮੇਰੀ ਬੇਟੀ ਕਿਉਂ ਭੁੱਖੀ ਰਹੇ। ਕਿਉਂ ਮੇਰੇ ਮਨ ਨੂੰ ਨਹੀਂ ਆਉਂਦਾ ਕਿ ਮੇਰੀ ਬੇਟੀ ਕਿਉਂ ਤੜਫਦੀ? ਜਦੋਂ ਮੈਂ ਦਿੰਦੀ ਚੀਜ਼ ਉਹ ਕਿਉਂ ਨਹੀਂ ਲੈਂਦੀ? ਦੇਖੋ ਉਹ ਨਹੀਂ ਲੈਂਦੀ। ਕੱਪੜੇ ਨੇ ਧੋਤੇ ਹੋਏ, ਮੈਂ ਧੋ ਕੇ ਦਿੰਦੀ ਰਹੀ ਸੀ। ਫਿਰ ਇਹ ਕੱਪੜੇ ਖੁਦ ਧੋਣ ਲੱਗੀ। ਇੱਕ ਦਿਨ ਨੇ ਧੋ ਕੇ ਕੋਠੇ ਪਾਏ, ਮੈਂ ਜਾ ਕੋਠੇ ਆਪਣੇ ਕੱਪੜੇ ਲੈਣ ਗਈ, ਇਹਦੇ ਵੀ ਕੱਪੜੇ ਪਾਏ, ਮੈਂ ਉਹਦੇ ਕੱਪੜੇ ਵੀ ਨਾਲ ਲੈ ਆਉਂਦੇ। ਮੈਂ ਚੱਲ ਤੈਅ ਲਾ ਕੇ ਰੱਖ ਲੈਂਦੀ। ਕਹਿੰਦੀ ਹਾਂ ਤੂੰ ਮੇਰੇ ਕੱਪੜਿਆਂ ਨੂੰ ਹੱਥ ਕਿਉਂ ਲਾਇਆ? ਕੱਪੜੇ ਨੇ ਦੁਬਾਰਾ ਸਰਫ ਪਾ ਕੇ ਫਿਰ ਦੁਬਾਰਾ ਧੋਤੇ। ਦੱਸੋ ਇਹ ਉਹੀ ਹੱਥ ਨੇ ਜਿਹਨਾਂ ਜੰਮਿਆ ਪੱਲੇ ਨੂੰ ਐਡਾ ਵੱਡਾ ਕੀਤਾ। ਅੱਜ ਇਹਨਾਂ ਦੇ ਹੱਥਾਂ ਵਿੱਚ ਕੀ ਵੜ ਗਿਆ? ਕੀ ਹੋਇਆ ਇਹਨਾਂ ਹੱਥਾਂ ਵਿੱਚ ਅੱਜ? ਕਿਉਂ? ਪੂਜਾ ਪਾਠ ਕਰਨ ਵਾਲੀ ਮੈਂ ਜਨਾਨੀ ਹਾਂ। ਮੈਂ ਕਿਸੇ ਮਹੱਲੇ ਗਲੇ ਵਿੱਚ ਬੈਠ ਕੇ ਨਹੀਂ ਜਾਂਦੀ। ਮੈਂ ਇੱਥੇ ਹੀ ਜਿਸ ਦਿਨ ਦੀ ਹੋਈ ਸੀ ਮੈਂ ਇਸੇ ਘਰ ਵਿੱਚ ਰਹੀ ਹਾਂ। ਦੱਸੋ ਕੋਈ ਆਸ-ਪਾਸ ਵਾਲਾ ਕਹਦੇ ਹਾਂ ਜਨਾਨੀ ਕਿਤੇ ਗਈ ਹੈ ਜਾਂ ਕਿਸੇ ਘਰ ਜਾਂਦੀ ਹੈ? ਸਿਰਫ ਮੈਂ ਮੰਦਿਰ ਮੇਰਾ ਰਾਹ ਹੈ ਅਤੇ ਜਾਂ ਗੁਰਦੁਆਰਾ ਮੇਰਾ ਰਾਹ ਹੈ ਅਤੇ ਜਾਂ ਵੈਸ਼ਨੋ ਦਰਬਾਰ ਅਤੇ ਜਾਂ ਇਹ ਜੰਮੂ ਚਿੜੀ ਮੈਂ ਜਾਂਦੀ ਜੇ। ਬਸ ਇੰਨਾ ਹੀ ਮੇਰਾ ਰਾਹ ਹੈ। ਜਿਸ ਤਰ੍ਹਾਂ ਦੇ ਆਰੋਪ ਲਾਏ ਆ ਉਸ ਧੀ ਨੇ ਤੁਹਾਡੀ ਨੇ, ਤੁਹਾਨੂੰ ਲੱਗਦਾ ਨਹੀਂ ਕਿ ਸ਼ਾਇਦ ਹੀ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਜਾਂ ਬਹਿਕਾਵੇ ਦੇ ਵਿੱਚ ਆ ਕੇ ਇਸ ਤਰ੍ਹਾਂ ਦੇ ਆਰੋਪ ਤੁਹਾਡੇ ਮਾਂ-ਬਾਪ ਦੇ? ਹਾਂਜੀ, ਬਹਿਕਾਵੇ 'ਚ ਆਈ ਹੈ। ਮੇਰੀ ਵੱਡੀ ਭੈਣ ਆ, ਉਹ ਇਹਦੀ ਮਾਸੀ ਵੀ ਲੱਗਦੀ ਜੇ, ਇਹਦੀ ਤਾਈ ਵੀ ਲੱਗਦੀ ਜੇ।
ਤਾਈ ਉਹਨਾਂ ਨੇ ਸਾਡੇ ਇਹਨਾਂ ਤੇ ਕਿੰਨੀ ਵਾਰ ਜਾਨਲੇਵਾ ਹਮਲਾ ਕੀਤਾ ਜੇ। ਹਮਲਾ ਦੁਕਾਨ ਤੇ ਕਰਦੇ ਇਹਨੂੰ ਮਾਰ ਕੁੱਟ ਕੇ ਵੀ ਇਹਨੇ ਕੁੜੀ ਇਹਨਾਂ ਨੂੰ ਵੀ ਉਹਨਾਂ ਨੇ ਮਾਰਿਆ ਕੁੱਟਿਆ ਹੈਗਾ, ਮਾਰਿਆ ਕੁੱਟਿਆ। ਇਸ ਤੋਂ ਬਾਅਦ ਅਸੀਂ ਥਾਣੇ ਵਿੱਚ ਵੀ ਗਏ ਆ, ਉੱਥੇ ਵੀ ਸਾਡਾ ਫੈਸਲਾ ਹੋਇਆ, ਉੱਥੇ ਅਸੀਂ ਕੀਤਾ ਸੀ। ਫਿਰ ਸਾਨੂੰ ਜਾਨ ਧਮਕੀਆਂ ਦਿੱਤੀ ਹੈ। ਅਸੀਂ ਆਪਣੇ ਸਾਨੂੰ ਦੇਖੋ ਇਹ ਮੇਰੀ ਬੇਟੀ ਉਹਨਾਂ ਦੇ ਘਰ ਜਾ ਕੇ ਬੈਠਦੀ ਹੈ। ਮੈਂ ਕੱਲ ਉਹਨਾਂ ਨੂੰ ਸਰ ਨੂੰ ਵੀ ਕਿਹਾ ਸੀ, ਮੈਂ ਕਿਹਾ ਦੇਖੋ ਮੇਰੀ ਬੇਟੀ ਜਾਨ ਮਾਰ ਜਾਂਦੀ ਉਧਰ, ਜੇ ਇਹਨੂੰ ਕੋਈ ਜਾਨਲੇਵਾ ਦੇ ਉੱਤੇ ਹਮਲਾ ਹੋ ਜਾਂਦਾ ਤੁਸੀਂ ਕੱਲ੍ਹ ਨੂੰ ਫਿਰ ਆਖੋ ਕਿ ਇਹਨਾਂ ਦੇ ਮਾਂ ਪਿਓ ਨੇ ਮਾਰ ਦਿੱਤਾ। ਸਾਨੂੰ ਤਾਂ ਦੂਰਾ ਖਤਰਾ ਪੈ ਗਿਆ ਕਿ ਨਹੀਂ, ਅਸੀਂ ਤਾਂ ਆਪੇ ਡਰ ਗਏ। ਹੁਣ ਸਾਨੂੰ ਨਹੀਂ ਸੀ ਸਮਝ ਆਉਂਦੀ ਕਿ ਸਾਡੀ ਬੇਟੀ ਕਿਸ ਦੇ ਕਹਿਣੇ 'ਤੇ ਮਗਰ ਲੱਗੀ ਹੈ। ਅਸੀਂ ਰੋਜ਼ ਇਹ ਪੁੱਛਦੇ ਸੀ ਸਾਡੇ ਘਰ 'ਚ ਅਚਾਨਕ ਇੰਨੀ ਲੜਾਈ ਕਿਉਂ ਹੁੰਦੀ ਹੈ, ਇੰਨੇ ਦਰਵਾਜ਼ੇ ਭੰਨਦੀ ਸਾਡੀ ਕੁੜੀ, ਇੰਨਾ ਕੁਝ ਕਰੇ, ਰਾਤ ਦੇ 1-1 ਵਜੇ ਤੱਕ ਬੈਠ ਕੇ ਆਪਣਾ ਰਾਸ਼ਨ ਪਾਣੀ ਜਾਂ ਇੰਨੇ ਗੰਦੇ ਗਾਣੇ ਲਾਉਂਦੀ। ਜਦੋਂ ਮੈਂ ਸਵੇਰੇ ਪੂਜਾ ਪਾਠ ਕਰਨੀ ਇੰਨਾ ਗੰਦੇ ਗਾਣੇ ਲਾ ਕੇ ਸੁਣਦੀ। ਅਸੀਂ ਕਰਨਾ ਚਾਹਦੇ ਕਿਹਨੂੰ ਕਹੀਏ, ਆਪ ਸਾਡੀ ਬੇਟੀ ਆ, ਕਿਹਨੂੰ ਅਸੀਂ ਕਹਿ ਸਕਦੇ ਬਾਹਰ। ਅਸੀਂ ਤਾਂ ਕਹਿੰਦੇ ਕਿ ਜਲਦੀ ਅਸੀਂ ਚੁੱਪ ਇਸ ਕਰਕੇ ਆ ਕਿ ਵਿਆਹੀ ਜਾਏ, ਆਪਣੇ ਘਰ ਜਾਏ ਖੁਸ਼ੀ ਖੁਸ਼ੀ। ਤਿੰਨੋਂ ਬੇਟੀਆਂ ਵਿਆਹ ਕੇ ਮੈਂ ਤਾਂ ਆਪਣੇ ਸਹੁਰੇ ਆਪਣੇ ਘਰਾਂ 'ਚ ਭੇਜਣੇ, ਆਪਣੇ ਘਰ 'ਤੇ ਨਹੀਂ ਰੱਖਣੀਆਂ। ਮੈਂ ਜੇ ਆਖੇ ਕਿ ਮੈਂ ਜਵਾਈ ਲੈ ਕੇ ਘਰ ਰੱਖਣਾ, ਮੈਂ ਉਹ ਘਰ ਨਹੀਂ ਜੇ ਰੱਖਣਾ। ਮੈਂ ਸਿੱਧੀ ਗੱਲ ਜੀ ਬਸ ਮੈਂ ਇਹੀ ਕਹਿ ਸਕਦੀ। ਬਿਲਕੁਲ ਜੀ, ਉਸ ਬਾਪ ਨਾਲ ਵੀ ਗੱਲ ਕਰਦੇ ਹਾਂ ਜਿਸ ਬਾਪ ਦੇ ਉੱਤੇ ਵੀ ਆਰੋਪ ਲਾਏ ਗਏ ਸੀ ਉਸ ਧੀ ਵੱਲੋਂ ਕਿ ਮੇਰੇ ਬਾਪ ਨੇ ਮੈਨੂੰ ਆਪਣਾ ATM ਸਮਝਿਆ ਵਾ, ਕਿ ਮੈਂ 18 ਘੰਟੇ ਕਰਕੇ ਜਿਹੜੀ ਕਮਾਈ ਕਰਦੀ ਆ ਉਹ ਮੈਂ ਸਾਰੀ ਆਪਣੇ ਬਾਪ ਨੂੰ ਦਿੰਨੀ ਆ। ਉਸ ਬਾਪ ਨਾਲ ਵੀ ਗੱਲ ਕਰਦੇ ਆ ਤੇ ਆਰੋਪ ਲਾਏ ਗਏ ਸੀ ਤੁਹਾਡੀ ਹੀ ਧੀ ਵੱਲੋਂ ਕਿ ਮੇਰੇ ਬਾਪ ਨੇ ਮੈਨੂੰ ATM ਸਮਝਿਆ। 3 ਧੀਆਂ ਵਾ ਤੁਹਾਡੀਆਂ, ਜਿਨ੍ਹਾਂ ਦੀਆਂ ਧੀਆਂ ਹੁੰਦੀਆਂ ਨਾ ਪਤਾ ਉਹਨੂੰ ਹੁੰਦਾ ਵਾ, ਦੂਸਰਾ ਬੰਦਾ ਨਹੀਂ ਜਾਣ ਸਕਦਾ। ਕਿਉਂਕਿ ਧੀ ਨੂੰ ਜਦੋਂ ਇੱਕ ਅਸੀਂ ਵਿਆਹਨੇ ਆ ਨਾ, ਇੱਕ ਕੰਨਿਆ ਦਾਨ ਕਰਨੇ ਆ ਅਸੀਂ ਧੀ ਦਾ, ਤਾਂ ਸਭ ਤੋਂ ਵੱਡਾ ਉਸ ਨੂੰ ਹਿੰਦੂ ਸਮਾਜ ਦੇ ਵਿੱਚ ਇੱਕ ਬੜਾ ਹੀ ਵੱਡਾ ਉਸ ਨੂੰ ਪੁੰਨ ਸਮਝਿਆ ਗਿਆ ਵਾ। ਪਰ ਉਸ ਧੀ ਨੇ ਐਲੀਗੇਸ਼ਨ ਲਾਇਆ ਤੁਹਾਡੇ ਦੇ ਉੱਤੇ ਕਿ ਮੇਰੇ ਬਾਪ ਨੇ ਅੱਜ ਤੱਕ ਮੈਨੂੰ ਵਿਆਹ ਨਹੀਂ ਕਰ ਰਿਹਾ ਮੇਰਾ ਜਦ ਕਿ ਵਿਆਹ ਕਰਨ ਨੂੰ ਮਨ ਕਰਦਾ ਵਾ, ਲੜਕਿਆਂ ਦੇ ਰਿਸ਼ਤੇ ਵੀ ਆਉਂਦੇ ਆ, ਪਰ ਮੇਰਾ ਬਾਪ ਵਿਆਹ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਕਿ ਮੈਂ ਉਹ ਕਮਾਈ ਕਰਦੀ ਹਾਂ 18 ਘੰਟੇ ਲਾ ਕੇ ਤੇ ਮੈਂ ਘਰ ਪੈਸੇ ਦਿੰਨੀ ਆ, ਉਸ ਵਜ੍ਹਾ ਕਰਕੇ ਨਹੀਂ ਕਰਦੇ ਕਿ ਅਸੀਂ ਜੇ ਇਹਦਾ ਵਿਆਹ ਕਰ ਦਾਂਗੇ ਤੇ ਕਮਾਈ ਨਹੀਂ ਸਾਨੂੰ ਆਣੀ। ਵੇਖੋ ਜੀ, ਇਹ ਮਤਲਬ ਕੰਮ ਕਰਦੀ ਹੈ, 18 ਘੰਟੇ ਕੰਮ ਕਰਦੀ ਹੈ। ਅੱਜ ਤੱਕ ਇਹਨੇ ਜਿੰਨਾ ਵੀ ਕੰਮ ਕੀਤਾ ਨਾ, ਇਹਦਾ ਮੈਂ ਇੱਕ ਲਾਲ ਬਿੰਦੀ ਵੀ ਜਿਹੜੀ ਇਹਨਾਂ ਨਹੀਂ ਲਈ। ਜੋ ਕੁਝ ਵੀ ਇਹ ਕਮਾਉਂਦੀ ਹੈ ਉਹ ਆਪਣਾ ਇਹਦਾ ਪਰਸਨਲ ਅਕਾਊਂਟ ਹੈ ਪੋਸਟ ਆਫਿਸ ਦੇ ਵਿੱਚ, ਉਹਦੇ ਵਿੱਚ ਜਮ੍ਹਾਂ ਕਰਾਉਂਦੀ ਹੈ। ਔਰ ਕਿ ਮੈਂ ਖੁਦ ਇਹਦੇ ਪੈਸੇ ਜਿਹੜੇ ਹੈਗੇ ਨੇ ਆਪਣੀ ਦੁਕਾਨ ਦਾ ਕੰਮ ਛੱਡ ਕੇ ਜਮ੍ਹਾਂ ਕਰਾਉਣ ਜਾਂਦਾ ਰਿਹਾ, ਇਹ ਬੁਟੀਕ ਤੇ ਚਲ ਜਾਂਦੀ ਰਹੀ ਹੈ। ਅੱਜ ਤੱਕ ਜਿੰਨਾ ਵੀ ਇਹਨੇ ਕਮਾਇਆ ਵਾ, ਮੈਂ ਸਹੁੰ ਖਾ ਕੇ ਕਹਿ ਸਕਦਾ ਕਿ ਉਹਦੇ ਵਿੱਚੋਂ 1 ਰੁਪਈਆ ਵੀ ਜਿਹੜਾ ਨਾ ਮੈਂ ਇਹਦਾ ਕਦੇ ਨਹੀਂ ਲਿਆ। ਬਿਲਕੁਲ ਜੀ, ਸਿਆਣਾ ਜਿਹੜਾ ਬਾਪ ਹੁੰਦਾ ਵਾ ਉਹ ਧੀ ਦਾ ਪੈਸਾ ਨਹੀਂ ਖਾਏਗਾ, ਉਹ ਆਰਾਮ ਹੋਏਗਾ। ਕਿਉਂਕਿ ਧੀ ਦਾ ਪੈਸਾ ਨਹੀਂ ਖਾਣਾ ਚਾਹੀਦਾ। ਵਾਕਿਆ ਧੀ ਨੂੰ ਤੇ ਜਿੰਨਾ ਦਈਏ ਪ੍ਰਮਾਤਮਾ ਹੋਰ ਜ਼ਿਆਦਾ ਦਿੰਦਾ। ਪਰ ਉਸ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਆ, ਉਸ ਤੋਂ ਬਾਅਦ ਇੱਕ ਆਪਣਾ ਜਿਹੜਾ ਹਿਰਦੇ ਆ ਉਹ ਤੇ ਵਲੂੰਦਰਿਆ ਗਿਆ ਹੋਣਾ ਦੇਖ ਕੇ ਕਿ ਇੱਕ ਧੀ ਨੂੰ ਅਸੀਂ ਜਨਮ ਦਿੱਤਾ, ਉਸ ਨੂੰ ਪਾਲਿਆ ਪੋਸ਼ਿਆ ਵੱਡਾ ਕੀਤਾ, ਪਰ ਉਸਨੇ ਇਹ ਕਲੰਕ ਵਾਸਤੇ ਅੱਜ ਦਿਨ ਦਿਖਾਣੇ ਸੀ ਸਾਨੂੰ। ਉਹਨੇ ਵੇਖੋ ਜੀ, ਕੱਲ੍ਹ ਵਾਲੀ ਵੀਡੀਓ ਦੇ ਵਿੱਚ ਉਹਨੇ ਦੱਸਿਆ ਹੈ ਕਿ ਮੇਰੇ ਮਾਂ-ਬਾਪ ਦਾ ਇਹਦੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਹੈਗਾ। ਮੈਂ ਜੋ ਕੁਝ ਵੀ ਬਣੀ ਆ ਆਪਣੇ ਦਮ ਤੇ ਬਣੀ ਆ। ਛੋਟੀ ਹੁੰਦੀ ਤੋਂ ਲੈ ਕੇ +2 ਇਹਨੇ ਕੀਤੀ ਹੈ, ਉਹਦੇ ਵਿੱਚ ਮਾਂ-ਬਾਪ ਦਾ ਕੋਈ ਕੰਟਰੀਬਿਊਸ਼ਨ ਨਹੀਂ। ਜੇ ਇਹਨੇ ਕੰਮ ਸਿੱਖਿਆ ਵੈ ਉਹਦੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ। ਇਹ ਕੰਮ ਕਰਦੀ, ਬਾਹਰ ਵੀ ਕਰਦੀ ਸੀ, ਘਰ ਵੀ ਕਰਦੀ ਸੀ। ਔਰ ਸਾਰਾ ਪਰਿਵਾਰ, ਇਹਦੀਆਂ ਭੈਣਾਂ ਇਹਦੇ ਨਾਲ ਕੰਮ ਕਰਾਉਂਦੀਆਂ ਸੀ। ਕੋਈ ਤਰਪਾਈ ਕਰ ਰਹੀ ਹੈ, ਕੋਈ ਕੁਛ ਕਰ ਰਹੀ ਹੈ, ਕੋਈ ਕੁਛ ਕਰ ਰਹੀ ਹੈ। ਇੱਥੋਂ ਤੱਕ ਨਾ ਕਿ ਕਈ ਵਾਰੀ ਕੰਮ ਇੰਨਾ ਹੁੰਦਾ ਸੀ ਕਿ ਸਾਰੇ ਪਰਿਵਾਰ ਨੂੰ ਰੋਟੀ ਵੀ ਮੈਨੂੰ ਬਾਹਰੋਂ ਲਿਆ ਕੇ ਦੇਣੀ ਪੈਂਦੀ ਸੀ ਮੁੱਲ। ਔਰ ਉਹਦੇ ਬਦਲੇ ਇਹਨੇ ਕਦੇ ਆਪਣੀ ਮਾਂ ਨੂੰ ਨਹੀਂ ਕੁਛ ਦਿੱਤਾ, ਕਦੇ ਆਪਣੀ ਭੈਣ ਨੂੰ ਕੁਛ ਨਹੀਂ ਦਿੱਤਾ। ਜੋ ਕੁਛ ਕਮਾਉਂਦੀ ਸੀ ਸਾਰਾ ਕੋਲ ਰੱਖਦੀ ਸੀ। ਸ਼ਹਿਰ ਦੀਆਂ ਬਹੁਤ ਸਾਰੀਆਂ ਬੁਟੀਕਾਂ 'ਤੇ ਇਹਨੇ ਕੰਮ ਕੀਤਾ ਹੈ। ਐਸੀ ਕੋਈ ਬੁਟੀਕ ਨਹੀਂ ਜਿੱਥੇ ਇਹਨੇ ਕੰਮ ਨਾ ਕੀਤਾ ਹੈ। ਕਈ ਵਾਰੀ ਮੈਨੂੰ ਸਾਈਕਲ 'ਤੇ ਬਿਠਾ ਕੇ ਦਾਰਾ ਸਲਾਮ ਦੇ ਅੰਦਰ ਇੱਕ ਬੁਟੀਕ ਸੀ, ਉੱਥੋਂ ਤੱਕ ਛੱਡ ਕੇ ਆਉਂਦਾ ਰਿਹਾ। ਕਈ ਬੁਟੀਕਾਂ 'ਤੇ ਮੈਂ ਰੋਟੀ ਵੀ ਦੇਣ ਜਾਂਦਾ ਰਿਹਾ। ਮਾਂ-ਬਾਪ ਇਸ ਤੋਂ ਇਲਾਵਾ ਹੋਰ ਕੀ ਕਰ ਸਕਦਾ? ਇਹਨੇ ਆਰੋਪ ਲਾਇਆ ਕਿ ਮੈਂ ਜਿਸ ਥਾਂ ਤੇ ਰਹਿੰਦੀ ਹਾਂ ਉੱਥੇ ਧੁੱਪ ਪੈਂਦੀ ਹੈ, ਉੱਥੇ ਮੁੱਗ ਵਾ, ਉੱਥੇ ਬਾਰਿਸ਼ ਵੀ ਪੈਂਦੀ ਹੈ। ਠੀਕ ਹੈ, ਇਹ ਮਕਾਨ ਪੁਰਾਣਾ ਵਾ, ਮੈਂ ਨਹੀਂ ਬਣਾਇਆ, ਮੇਰੇ ਪਿਓ ਨੇ ਨਹੀਂ ਬਣਾਇਆ। ਮੁਸਲਮਾਨ ਦੀ ਪ੍ਰਾਪਰਟੀ ਜਿਸ ਤਰ੍ਹਾਂ ਬਣੀ ਉਸ ਤਰ੍ਹਾਂ ਬਣੀ ਹੈ। ਉਹਦੇ ਵਾਸਤੇ ਮੈਂ ਕਈ ਸਾਧਨ ਕੀਤੇ ਨੇ। ਆਹ ਤੁਸੀਂ ਕਮਰੇ 'ਚ ਬੈਠੇ ਹੋ, ਇਹ ਕਮਰੇ ਵਿੱਚ ਵੇਖ ਲਓ ਤੁਸੀਂ, AC ਨਾਲ ਵੀ ਜ਼ਿਆਦਾ ਸਹੂਲਤ ਹੈ। ਆਹ ਮੰਜਾ ਲੱਗਾ ਇਹਦਾ, ਇਹ ਰਾਤ ਨੂੰ ਥੱਲੇ ਆਣ ਕੇ ਸੌ ਜਾਂਦੀ ਹੈ, ਇਹਨੂੰ ਕੋਈ ਦੁੱਖ ਤਕਲੀਫ ਨਹੀਂ। ਆਹ ਸਾਰਾ ਟੱਬਰ ਕੋਠੇ 'ਤੇ ਸੌਂਦੇ ਆ। ਔਰ ਇਹ ਸਾਨੂੰ ਇੰਨਾ ਕੁ ਹਰਾਸ ਕਰਦੀ ਹੈ ਕਿ ਜਿਹਦਾ ਕਿ ਅਸੀਂ ਦੱਸ ਨਹੀਂ ਸਕਦੇ। ਇਹ ਹਰ ਕੰਮ ਜਿਹੜਾ ਨਾ ਉਲਟ ਕਰਦੀ ਹੈ, ਸਾਨੂੰ ਦੁਖੀ ਕਰਦੀ ਹੈ। ਇਹ ਕਹਿੰਦੀ ਮੇਰਾ ਵਿਆਹ ਨਹੀਂ ਕਰਦੇ। ਵਿਆਹ ਇਹਦਾ ਅਸੀਂ ਕਈ ਵਾਰੀ ਵੇਖਿਆ ਵੈ, ਅਸੀਂ ਜਿੱਥੇ ਵੇਖਦੇ ਹਾਂ ਇਹ ਨਾ ਕਰ ਦਿੰਦੀ ਹੈ। ਇਹ ਕਹਿੰਦੀ ਹੈ ਕਿ ਮੈਂ ਵਿਆਹ ਆਪਣੀ ਮਰਜ਼ੀ ਦਾ ਕਰਾਉਣਾ ਵਾ। ਮੈਂ ਮੁੰਡੇ ਦੇ ਵਿੱਚ 4 ਚੀਜ਼ਾਂ ਵੇਖਣੀਆਂ ਨੇ। ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਜਿਹੜਾ ਵੀ ਕੋਈ ਅਸੀਂ ਕਰਦੇ ਹਾਂ ਗੱਲ ਸ਼ੁਰੂ ਦਾ ਨਾਨੇ ਨੇ ਵੀ ਕੀਤੀ ਹੈ, ਸਾਰਿਆਂ ਨੇ ਕੀਤੀ ਹੈ, ਹਰ ਮਾਂ ਬਾਪ ਮੈਨੂੰ ਵੀ ਹੈ। ਇਹਨਾਂ ਵੀਡੀਓ ਵਾਲਿਆਂ ਨੇ ਇੱਕ ਧੀ ਦੀ ਜਿਹੜਾ ਦਰਦ ਹੈ ਉਹ ਤਾਂ ਵੇਖ ਲਿਆ, ਇੱਕ ਬਾਪ ਦੀ ਮਜਬੂਰੀ ਨਹੀਂ ਵੇਖੀ। ਕਿਉਂ ਨਹੀਂ ਹੋਇਆ?
ਕਿ ਸਾਡੀ ਸਾਂਝੀ ਪ੍ਰਾਪਰਟੀ ਸੀ। 2001 ਦੇ ਵਿੱਚ ਸਾਡੇ ਫਾਦਰ ਦੀ ਡੈਥ ਹੋਈ। ਉਧਰ ਸਾਡੀ ਇੱਕ ਹੋਰ ਪ੍ਰਾਪਰਟੀ ਹੈ ਜਿੱਥੇ ਇਹਦੀ ਮਾਸੀ ਰਹਿੰਦੀ ਹੈ, ਇਹਦੀ ਤਾਈ ਵੀ ਲੱਗਦੀ ਹੈ, ਇਹਨਾਂ ਦੀ ਵੱਡੀ ਭੈਣ ਆ। ਉਹਦਾ ਝਗੜਾ ਚੱਲਦਾ ਸੀਗਾ, ਉੱਥੇ ਇੱਕ ਕਿਰਾਏਦਾਰ ਨਹੀਂ ਰਹਿੰਦੀ ਸੀ। ਸਾਡਾ ਬਾਪ ਵੀ ਉਹਦਾ ਕੇਸ ਲੜਦਾ ਰਿਹਾ, ਲੇਕਿਨ ਕੇਸ ਲੜਦੇ ਦੌਰਾਨ ਉਹਨਾਂ ਦੀ ਡੈਥ ਹੋ ਗਈ। ਅਸੀਂ 4 ਭਰਾ ਸੀਗੇ। ਮੈਂ ਪੜ੍ਹਿਆ ਲਿਖਿਆ ਸੀ, ਮੇਰੇ ਗਲ 'ਚ ਨਾ ਢੋਲ ਪਾਤਾ ਚਾਰੇ ਭਰਾਵਾਂ ਨੇ ਵੀ ਤੂੰ ਵੇਖਣਾ। 12 ਸਾਲ ਮੈਂ ਇੱਥੇ ਵੇਖਦਾ ਰਿਹਾ ਵਾਂ ਕੋਰਟ ਦੇ ਵਿੱਚ, ਕੱਲਾ ਕੇਸ ਲੜਦਾ ਰਿਹਾ, ਕੱਲਾ ਪੈਸੇ ਲਾਉਂਦਾ ਰਿਹਾ। ਜਦੋਂ ਉਹ ਪ੍ਰਾਪਰਟੀ ਫ੍ਰੀ ਫਰੋਮ ਕੋਰਟ ਅਟੈਚਮੈਂਟ ਹੋ ਗਈ ਤੇ ਉਹਨਾਂ ਨੇ 1/3 ਜਿਹੜਾ ਨਾ ਉਹਨਾਂ ਮੰਨ ਲਿਆ, 1/3 ਜਿਹੜਾ ਦਿੱਲੀੋਂ ਆਇਆ ਦਾ ਸੀ ਉਹਨੇ ਮੰਨ ਲਿਆ। ਤਾਂ ਅਸੀਂ ਇਸ ਟੁੱਟੇ ਮਕਾਨ ਦੇ ਵਿੱਚ ਬੈਠੇ ਹੋਏ ਹਾਂ, 20 ਸਾਲ ਤੋਂ ਬੈਠੇ ਹੋਏ ਹਾਂ। ਇਹ ਜਿਹੜਾ ਛੱਤ ਹੈ ਉੱਤੇ ਇਹ ਵੀ ਟੁੱਟਾ ਸੀਗਾ, ਇਹ ਵੀ ਉਦੋਂ ਮੈਂ ਮਿਹਨਤ ਕਰਕੇ 8000 ਰੁਪਏ ਲੈਂਟਰ ਲਾਇਆ ਤੇ ਇੱਥੇ ਅਸੀਂ ਬਹਿਣ ਜੋਗੇ ਹੋਏ ਹਾਂ। ਫਿਰ ਵੀ ਅਸੀਂ ਇੱਥੇ ਰਹਿ ਨਹੀਂ ਸਕਦੇ, ਬਹਿ ਨਹੀਂ ਸਕਦੇ, ਇੰਨੀ ਸਾਨੂੰ ਮਜਬੂਰੀ। ਐਡੇ ਵੱਡੇ ਮਕਾਨ ਉਸ ਵੀਡੀਓ ਤੋਂ ਬਾਅਦ ਤੇ ਹਿਰਦੇ ਆਪਣਾ ਵਲੂੰਦਰਿਆ ਗਿਆ ਹੋਣਾ ਕਿ ਧੀ ਦੀ ਜ਼ਮੀਨ ਨੇ ਐਡੇ ਵੱਡੇ ਆਰੋਪ ਲਾ ਦਿੱਤੇ। ਅਸੀਂ ਵੀ ਜਦੋਂ ਉਸ ਵੀਡੀਓ ਨੂੰ ਦੇਖਿਆ ਸੀ ਸਾਡੇ ਵੀ ਰੌਂਗਟੇ ਖੜੇ ਹੋ ਗਏ ਸੀ, ਅੱਖਾਂ 'ਚ ਅੱਥਰੂ ਆ ਗਏ ਸੀ ਕਿ ਕਿਸ ਤਰ੍ਹਾਂ ਦੀ ਧੀ ਹੈ ਜਿਸ ਨੇ ਆਪਣੇ ਮਾਂ-ਬਾਪ ਤੇ ਹੀ ਇੰਨੇ ਵੱਡੇ ਆਰੋਪ ਲਾਤੇ। ਮੈਟਰ ਨੂੰ ਆਪਾਂ ਘਰ ਬੈਠ ਕੇ ਵੀ ਸੋਲਵ ਕਰ ਸਕਦੇ ਸੀ, ਅਸੀਂ ਕਿਸੇ ਤਰ੍ਹਾਂ ਵੀ ਸੋਲਵ ਕਰ ਸਕਦੇ, 2-4 ਮਹੱਲੇ ਦੇ ਬੰਦੇ ਜਾਂ ਰਿਸ਼ਤੇਦਾਰ ਪਾ ਕੇ ਉਸ ਮੈਟਰ ਨੂੰ ਸੋਲਵ ਕਰ ਸਕਦੇ ਸੀ। 2 ਧੀਆਂ ਤੁਹਾਡੀਆਂ ਹੋਰ ਵਿਆਹਣ ਵਾਲੀਆਂ, ਉਹਨਾਂ ਦੇ ਬੇੜੀਆਂ ਦੇ ਉੱਤੇ ਵੱਟੇ ਪਾਏ ਆ। ਅੱਜ ਸਮਾਜ ਦੇ ਵਿੱਚ ਤੁਹਾਨੂੰ ਲੋਕ ਕਿਹੜੀ ਨਜ਼ਰ ਨਾਲ ਦੇਖਦੇ ਹੋਣਗੇ ਕਿ ਤਾਂ ਇਹ ਕਹਿੰਦੀ ਆਈ ਹੈ ਆਪਣੀ ਛੋਟੀ ਭੈਣ ਨੂੰ ਕਿ ਮੈਂ ਤੇਰਾ ਬੇੜਾ ਗਰਕ ਕਰਨਾ, ਨਾ ਮੈਂ ਵਿਆਹ ਕਰਾਉਣਾ ਆਪਣਾ ਤੇ ਨਾ ਮੈਂ ਤੇਰਾ ਹੋਣ ਦੇਣਾ। ਅੱਜ ਦੂਸਰੀ ਕੁੜੀ ਵੀ ਮੈਨੂੰ ਉੱਠ ਕੇ ਕਹਿੰਦੀ ਹੈ ਕਿ ਡੈਡੀ ਇਹਦੇ ਪਿੱਛੇ ਸਾਨੂੰ ਕਿੰਨਾ ਚਿਰ ਹੋਰ ਬਿਠਾਈ ਰੱਖਾਂਗੇ ਇੱਥੇ। ਮੈਂ ਦੱਸੋ ਕੀ ਕਰਾਂ, ਗੱਲ ਸਾਡੀ ਕੋਈ ਮੰਨਦੀ ਨਹੀਂ, ਸਾਡੇ ਨਾਲ ਕੋਆਪਰੇਟ ਨਹੀਂ ਕਰਦੀ। ਅਸੀਂ ਪਿੱਛੇ ਵੀ ਇਹਨੇ ਇੱਕ ਦਰਖਾਸਤ ਦਿੱਤੀ ਸੀ ਇੱਥੇ ਪੁਲਿਸ ਸਟੇਸ਼ਨ ਦੇ ਵਿੱਚ ਲੋਕਡਾਊਨ ਦੇ ਦੌਰਾਨ, ਉੱਥੇ ਵੀ ਸਾਨੂੰ ਇਹਨੇ ਮਤਲਬ ਪੇਸ਼ ਕੀਤਾ ਸੀ ਤੇ ਪੁੱਛਿਆ ਸੀ ਤੇ ਮੈਂ ਕਿਹਾ ਸੀ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੋਕਡਾਊਨ ਖੁੱਲ੍ਹੇਗਾ ਤੇ ਉਹਦੇ ਮਤਲਬ ਕਿ ਅਸੀਂ ਸਾਰੀ ਸਾਫ ਸਫਾਈ ਵੇਖੋ ਕਰ ਰਹੇ ਹਾਂ, ਰੋਗਨ ਰੰਗ ਕਰ ਰਹੇ ਹਾਂ, ਬਾਹਰ ਗੱਲ ਵੀ ਕਰ ਰਹੇ ਹਾਂ, ਬਾਤ ਵੀ ਕਰ ਰਹੇ ਹਾਂ ਲੋਕਾਂ ਨਾਲ, ਇਹੀ ਕਰ ਸਕਦੇ ਹਾਂ ਨਾ ਅਸੀਂ। ਹੁਣ ਇੱਕਦਮ ਤੇ ਸਭ ਕੁਝ ਹੋ ਨਹੀਂ ਜਾਂਦਾ। ਮੈਂ ਇਕੱਲਾ ਜਾਣਾ ਕਮਾਉਣ ਵਾਲਾ ਹਾਂ, ਮੈਨੂੰ ਕਿਸੇ ਦੀ ਕੋਈ ਸਪੋਰਟ ਨਹੀਂ। ਮੈਂ 12 ਸਾਲ ਕੇਸ ਲੜਿਆ, ਇੱਥੋਂ ਫਿਰ ਬਾਅਦ ਮੈਂ ਸੈਸ਼ਨ ਕੋਰਟ 'ਚ ਵੀ ਜਾ ਕੇ ਲੜਿਆ, ਉੱਥੋਂ ਮੈਂ ਕੇਸ ਜਿੱਤ ਕੇ ਲਿਆਂਦਾ ਵਾ। ਉਹ ਜਨਾਨੀ ਜਿਹੜੀ ਸੀ ਉਹਨੂੰ ਬਾਹਰ ਕੱਢਿਆ, ਉਹ ਮਾਮਲਾ ਜਿਹੜਾ ਨਾ ਕੋਰਟ 'ਚੋਂ ਫ੍ਰੀ ਹੋਇਆ। ਉੱਥੇ ਮੇਰੇ 2 ਭਰਾ ਬੈਠੇ ਨੇ, 2 ਭਰਾ ਜਿਹੜੇ ਨੇ ਉਹ ਵੱਖਰੇ ਨੇ। ਇੱਕ ਭਰਾ ਜਿਹੜਾ ਸੀ ਉਹ ਜਲੰਧਰ ਸੀਗਾ, ਉਹਦਾ ਪਰਿਵਾਰ ਜਿਹੜਾ ਨਾ ਉਹ ਵੀ ਸਾਰਾ ਫਿਨਿਸ਼ ਹੋ ਗਿਆ, ਇੱਥੇ ਵੀ ਖਤਮ ਹੋ ਗਏ ਨੇ ਸਾਰੇ ਜਿਹੜੇ ਨੇ। ਪੈਸਾ ਮੈਨੂੰ ਕੋਈ ਦੇ ਕੇ ਨਹੀਂ ਗਿਆ। ਜਿਹੜੀ ਇਹਦੀ ਮਤਲਬ ਤਾਈ ਲੱਗਦੀ ਹੈ, ਇਹਦੇ 2 ਲੜਕੇ ਨੇ, ਦੋਵੇਂ ਬਾਹਰਲੇ ਮੁਲਕਾਂ 'ਚ ਗਏ ਹੋਏ ਸੀਗੇ ਤੇ ਬਾਹਰਲੇ ਮੁਲਕਾਂ ਤੋਂ ਪੈਸਾ ਕਮਾ ਕੇ ਲਿਆਏ ਚੰਗਾ ਔਰ ਆਪਣੇ ਘਰ ਖਾਂਦੇ ਪੀਂਦੇ। ਫਿਰ ਵੀ ਇਹਨਾਂ ਨੂੰ ਮੈਂ ਕਿਹਾ ਵੀ ਜਾਓ ਤੁਸੀਂ ਬਣਾਓ, ਉੱਥੇ ਰਹੋ ਜਾ ਕੇ। ਜਿਸ ਤਰ੍ਹਾਂ ਗੱਲ ਮਾਰ ਕੁਟਾਈ ਦੀ ਹੈ, ਉਹ ਇੱਕ ਆਰੋਪ ਲਾਇਆ ਸੀ ਉਸ ਧੀ ਨੇ ਕਿ 4 ਜਣੇ 2 ਭੈਣਾਂ ਮੇਰੀਆਂ ਤੇ 2 ਮੰਮੀ ਡੈਡੀ ਨਾਲ ਰਲ ਕੇ ਮੈਨੂੰ 4 ਮਾਰ ਕੁਟਾਈ ਵੀ ਕਰਦੇ ਨੇ, ਮੈਨੂੰ ਰੋਟੀ ਨਹੀਂ ਦਿੰਦੇ, ਬੜਿਆ ਮਤਲਬ ਕਿ ਮੈਨੂੰ ਮੁਸ਼ਕਲਾਂ। ਮੈਂ 3 ਸਾਲ ਤੋਂ ਇੱਕ ਵੱਖਰੀ ਰਸੋਈ ਬਣਾ ਕੇ ਆਪਣੀ ਉੱਥੇ ਹੀ ਆਪਣੀ ਰੋਟੀ ਪਾਣੀ ਬਣਾ ਰਹੀ ਹਾਂ। ਮਾਰ ਕੁਟਾਈ ਦੀ ਜਿਹੜੀ ਗੱਲ ਹੈ ਕਿ ਨਹੀਂ ਉਹ ਬਿਲਕੁਲ ਗਲਤ ਹੈਗੀ ਹੈ। ਮਾਰ ਕੁਟਾਈ ਇਹ ਨਹੀਂ ਕਰਦੇ, ਮਾਰ ਕੁਟਾਈ ਇਹਦੇ ਤੋਂ ਸ਼ੁਰੂ ਹੁੰਦੀ ਹੈ। ਇਹ ਬੁਟੀਕ ਦਾ ਕੰਮ ਕਰਦੀ ਹੈ, ਹਮੇਸ਼ਾ ਇਹਦੇ ਹੱਥ ਵਿੱਚ ਕੈਂਚੀ ਰਹਿੰਦੀ ਹੈ ਔਰ ਇਹ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਤੇ ਮੈਂ ਥੱਲੇ ਹੁੰਨਾ ਵਾਂ ਤੇ ਇਹ ਲੇਡੀਜ਼ ਕੋਠੇ ਹੁੰਦੀਆਂ ਨੇ, ਇਹ ਪੈਂਦੇ ਉਹ ਕੈਂਚੀ ਦੇ ਨਾਲ ਵਾਰ ਕਰਨਾ ਸ਼ੁਰੂ ਕਰ ਦਿੰਦੀਆਂ ਤੇ ਫਿਰ ਤੁਸੀਂ ਦੱਸੋ ਕਿ ਅਗਲਾ ਆਪਣੇ ਸੈਲਫ ਡਿਫੈਂਸ ਵਿੱਚ ਕੀ ਕਰੇਗਾ। ਮੈਂ ਇਸੇ ਕਰਕੇ ਦੁਕਾਨ ਤੋਂ ਦੂਰ ਨਹੀਂ ਜਾਂਦਾ, ਮੈਨੂੰ ਘਰ ਦੇ ਸਾਰਾ ਸਮਾਨ ਲਿਆ ਕੇ ਦਿੰਦੇ ਨੇ, ਮੈਂ ਇੱਥੇ ਹੀ ਕੰਮ ਕਰਨਾ ਵਾ। ਜੇ ਚਲੋ ਉਹ ਗੱਲ ਇੱਕ ਵੱਖਰੀ ਹੈ ਕਿ ਮਾਂ-ਬਾਪ ਜੇ ਮਾੜਾ ਮੋਟਾ ਜੇ ਆਪਣੀ ਕਿਸੇ ਬੱਚੇ ਨੂੰ ਡਾਂਟ ਵੀ ਦਿੰਦਾ ਵਾ ਤੇ ਇਹਦੇ ਵਿੱਚ ਕਿੱਡੀ ਕੋਈ ਐਡੀ ਗੱਲ ਐਡੀ ਮਿਹਨਤ ਨਹੀਂ ਰੱਖਦੀ, ਕਿਉਂਕਿ ਜੇ ਕੋਈ ਗਲਤੀ ਕਰਨਗੇ ਤੇ ਮਾਂ-ਬਾਪ ਨੇ ਡਾਂਟਣਾ ਹੀ ਆ। ਮਾਂ-ਬਾਪ ਡਾਂਟਣਗੇ ਨਾ ਤਾਂ ਉਸ ਗਲਤੀ 'ਚ ਕਿਸ ਤਰ੍ਹਾਂ ਸੁਧਾਰ ਆਏਗਾ। ਜੇ ਤੁਸੀਂ ਡਾਂਟਦੇ ਵੀ ਉਹ ਕੋਈ ਗੱਲ ਨਹੀਂ, ਪਰ ਇੱਕ ਮਾਰ ਕੁਟਾਈ ਦੇ ਜਿਹੜੇ ਐਲੀਗੇਸ਼ਨ ਲੱਗਣੇ ਆ ਕਿ ਹਾਂ ਜੀ ਮੇਰੇ ਨਾਲ ਮਾਰ ਕੁਟਾਈ ਮਾਂ-ਬਾਪ ਕਰਦੇ ਨੇ, ਮਾਰ ਕੁਟਾਈ ਇੱਕ ਵੱਖਰੀ ਹੈ। ਇੱਕ ਜਿਹੜੇ ਐਲੀਗੇਸ਼ਨ ਲੱਗਣੇ ਆ ਕਿ ਹਾਂ ਜੀ ਡਾਂਟਣਾ, ਇੱਕ ਡਾਂਟਣਾ ਮਾਂ-ਬਾਪ ਵੱਲੋਂ ਇੱਕ ਵੱਖਰਾ ਵਾ, ਮਾਰ ਕੁਟਾਈ ਵੱਖਰਾ ਅਲਫਾਜ਼ ਨੇ। ਤੇ ਕਿਸ ਤਰ੍ਹਾਂ ਇਹਨਾਂ ਨੂੰ ਦੇਖਦੇ ਹੋ ਕਿ ਜੇ ਵਾਕਿਆ ਹੀ ਤੁਹਾਡੇ ਵੱਲੋਂ ਮਾਰ ਕੁਟਾਈ ਨਹੀਂ ਕੀਤੀ ਜਾਂਦੀ, ਪਹਿਲਾਂ ਉਹਦੇ ਵੱਲੋਂ ਕੀਤੀ ਜਾਂਦੀ? ਮੈਂ ਵੇਖੋ ਜੀ ਅੱਜ ਤੱਕ ਇਹਨੂੰ ਕਦੇ ਹੱਥ ਨਹੀਂ ਲਾਇਆ। ਇਹ ਲੜਕੀ ਸਵੇਰੇ 8-9 ਵਜੇ ਘਰੋਂ ਨਿਕਲ ਜਾਂਦੀ ਹੈ ਤੇ ਮੈਨੂੰ ਕਹਿ ਜਾਂਦੀ ਹੈ ਮੈਂ ਬੁਟੀਕ ਤੇ ਚੱਲੀ ਹਾਂ। ਮੈਂ ਹੁਣ ਇਕੱਲਾ ਵਾਂ, ਮੈਂ ਇਹਦੇ ਪਿੱਛੇ ਤੇ ਨਹੀਂ ਜਾ ਸਕਦਾ। ਅੱਜ ਤੱਕ ਸਾਨੂੰ ਇਹ ਨਹੀਂ ਪਤਾ ਕਿ ਕਿਹੜੀ ਬੁਟੀਕ ਤੇ ਜਾਂਦੀ ਹੈ ਔਰ ਰਾਤ ਨੂੰ 9-10 10:30 ਕਈ ਵਾਰੀ ਹੱਦ 11 ਵਜੇ ਤੱਕ ਵੀ ਘਰ ਆਂਦੀ ਹੈ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਸ਼ਹਿਰ 'ਚੋਂ ਕਿਹੜੀਆਂ ਬੁਟੀਕਾਂ ਨੇ ਜਿਹੜੀਆਂ ਸਵੇਰੇ 8 ਵਜੇ ਖੁੱਲ੍ਹਦੀਆਂ ਤੇ ਰਾਤ ਦੇ 11 ਵਜੇ ਬੰਦ ਹੁੰਦੀਆਂ? ਸਾਨੂੰ ਇਹ ਸਮਝ ਨਹੀਂ ਸੀ ਆਉਂਦਾ ਕਿ ਇੰਨਾ ਚਿਰ ਕਿੱਥੇ ਲਾਉਂਦੀ ਹੈ। ਇਹ ਸਾਨੂੰ ਉਦੋਂ ਪਤਾ ਲੱਗਾ ਜਿੱਦਣ ਇਹਨੇ SSP ਦੇ ਦਰਖਾਸਤ ਦਿੱਤੀ ਹੈ ਤੇ ਉੱਥੇ ਸਾਨੂੰ ਪਤਾ ਲੱਗਾ ਵਾ ਕਿ ਇਹਦੇ ਪਿੱਛੇ ਇਹਦੀ ਤਾਈ ਹੈ, ਇਹ ਲਾਗੇ ਹੀ ਉਹਦਾ ਘਰ ਹੈ, ਇਹ ਸਾਰਾ ਦਿਨ ਉੱਥੇ ਗੁਜ਼ਾਰਦੀ ਹੈ ਤੇ ਉੱਥੋਂ ਫਿਰ ਰਾਤ ਨੂੰ 11 ਵਜੇ ਵਾਪਸ ਆ ਜਾਂਦੀ ਹੈ। ਜਦੋਂ ਵੀ ਆਂਦੀ ਹੈ
ਇਹ ਸਾਰਾ ਪਰਿਵਾਰ ਸੌ ਜਾਂਦਾ ਹੈ। ਰਾਤ ਦੇ 11 ਵਜੇ 10 ਵਜੇ ਬਹੁਤ ਵੱਡਾ ਟਾਈਮ ਹੁੰਦਾ ਵਾ, ਸਾਰਾ ਪਰਿਵਾਰ ਸੌ ਜਾਂਦਾ ਹੈ। ਇਹਦਾ ਬਾਪ ਬੰਨੇ ਤੇ ਖਲੋ ਕੇ ਵੇਖਦਾ ਕਿ ਉਹਦੀ ਲੜਕੀ ਕਿੱਧਰੋਂ ਆਏਗੀ, ਤੇ ਫਿਰ ਮੈਂ ਆਣ ਕੇ ਥੱਲੇ ਨੂੰ ਬੂਹਾ ਖੋਲ੍ਹਣਾ ਵਾ। ਕਿੰਨੇ ਸ਼ਰਮ ਦੀ ਗੱਲ ਹੈ ਮੇਰੇ ਵਾਸਤੇ। ਤੇ ਮੈਂ ਅੱਜ ਤੱਕ ਨਹੀਂ ਇਹਨੂੰ ਪੁੱਛਿਆ ਕਿ ਕੁੜੀਏ ਤੂੰ ਕਿੱਥੋਂ ਆਈ ਹੈ ਇਸ ਵੇਲੇ, ਇਹ ਤੇਰੇ ਆਉਣ ਦਾ ਟਾਈਮ ਹੈ। ਬਿਲਕੁਲ, ਜਿਸ ਦੀ ਜਵਾਨ ਧੀ ਹੁੰਦੀ ਹੈ ਉਹਦੇ ਦਿਮਾਗ ਤੇ ਪਰੇਸ਼ਾਨੀ ਹੁੰਦੀ ਆ, ਉਸ ਬਾਪ ਦੇ ਉੱਤੇ ਹੀ ਐਲੀਗੇਸ਼ਨ ਲਾਏ ਜਾਂਦੇ ਨੇ, ਤੇ ਉਹੀ ਬਾਪ ਬੰਨੇ ਤੇ ਖੜਾ ਹੋ ਕੇ ਡੀਕਦਾ ਵਾ ਕਿ ਮੇਰੀ ਧੀ ਨੇ ਕਦੋਂ ਆਉਣਾ ਘਰ ਤੇ ਮੈਂ ਦਰਵਾਜ਼ਾ ਖੋਲ੍ਹਾਂ। ਕਦੋਂ ਆਏਗੀ ਇਹ ਘਰ? ਕਦੀ 9 ਵੱਜ ਜਾਂਦੇ ਨੇ, ਕਦੀ 10 ਵੱਜ ਜਾਂਦੇ ਨੇ, 10:30 ਵੱਜ ਜਾਂਦੇ ਨੇ, ਤੇ ਫਿਰ ਇਹ ਘਰ ਆਉਂਦੀ ਹੈ, ਆਣ ਕੇ ਬਹਿਲ ਦਿੰਦੀ ਹੈ, ਤੇ ਫਿਰ ਮੈਂ ਬੂਹਾ ਖੋਲ੍ਹਣਾ ਵਾ, ਆਣ ਕੇ ਤੇ ਸੋ ਜਾਂਦੀ ਹੈ। ਇਸ ਤਰ੍ਹਾਂ ਦੇ ਤੇ ਇਹਦੇ ਕਰਤੱਵ ਨੇ। ਤੁਸੀਂ ਪੁੱਛਦੇ ਨਹੀਂ ਇੰਨੀ ਲੇਟ ਕਿੱਥੋਂ ਆਈ ਹੈ? ਪੁੱਛਣ ਦੀ ਹਿੰਮਤ ਰੱਖੋ, ਤੁਹਾਡੀ ਧੀ ਹੈ, ਕਿਉਂ ਨਹੀਂ ਪੁੱਛਿਆ ਜਾਂਦਾ ਤੁਹਾਡੇ ਵੱਲੋਂ? ਕਿਉਂ ਨਹੀਂ ਪੁੱਛਦਾ ਕਿ ਇਹ ਇੱਕ ਲੜਕੀ ਹੈ, ਇਹ ਮਤਲਬ ਜਿਹੜਾ ਕਿ ਨਹੀਂ ਉਹਦਾ ਗਲਤ ਫਾਇਦਾ ਵੀ ਉਠਾ ਸਕਦੀ ਹੈ। ਜਿਸ ਤਰ੍ਹਾਂ ਨੇ ਮੇਰੇ ਐਲੀਗੇਸ਼ਨ ਲਾਏ ਨੇ, ਹੋਰ ਵੀ ਐਲੀਗੇਸ਼ਨ ਲਾ ਸਕਦੀ ਹੈ। ਜੇ ਮੇਰਾ ਲੜਕਾ ਹੁੰਦਾ ਤੇ ਮੈਂ 4 ਚਪੇੜਾਂ ਉਹਦੇ ਮੂੰਹ ਤੇ ਮਾਰਦਾ, ਪਰ ਲੜਕੀ ਹੋਣ ਦੀ ਖਾਤਰ ਮੈਂ ਇਹਨੂੰ ਨਹੀਂ ਪੁੱਛਿਆ ਕਿ ਤੂੰ ਕਿੱਥੇ ਰਹਿੰਦੀ ਹੈ, ਕਿੱਥੇ ਨਹੀਂ ਰਹਿੰਦੀ। ਇਹਨੂੰ ਪੁੱਛ ਕੇ ਵੇਖ ਸਕਦੇ ਹੋ ਤੁਸੀਂ, ਤੇ ਅੱਜ ਤੱਕ ਨਹੀਂ ਮੈਨੂੰ ਪੁੱਛਿਆ ਇਸ ਬਾਰੇ ਵਿੱਚ। ਲੜਕੀ ਦਾ ਜ਼ਿਆਦਾ ਪਿਆਰ ਹੁੰਦਾ ਬਾਪ ਨਾਲ, ਲੜਕੀ ਦਾ ਜ਼ਿਆਦਾ ਪਿਆਰ ਹੁੰਦਾ ਬਾਪ ਨਾਲ। ਹਮੇਸ਼ਾ ਹੀ ਦੇਖਣ ਨੂੰ ਮਿਲਦਾ ਕਿ ਲੜਕੀ ਦਾ ਪਿਆਰ ਬਾਪ ਨਾਲ ਜ਼ਿਆਦਾ ਹੁੰਦਾ, ਪਰ ਇੱਥੇ ਅਜੀਬ ਜਿਹਾ ਹੀ ਹੋ ਗਿਆ ਵਾ ਕਿ ਬਾਪ ਤੇ ਹੀ ਐਲੀਗੇਸ਼ਨ ਲਾਏ ਜਾ ਰਹੇ। ਇਹਨੇ ਲਾਡ ਨਾਲ ਮੈਂ ਇਹਨੂੰ ਪਾਲਿਆ ਨਾ, ਉਹਨੇ ਲਾਡ ਨਾਲ ਮੈਂ ਦੂਸਰੀਆਂ ਲੜਕੀਆਂ ਨੂੰ ਨਹੀਂ ਪਾਲਿਆ। ਜਦ ਇਹ ਛੋਟੀ ਜਿਹੀ ਸੀ ਨਾ, ਛੋਟੀ ਜਿਹੀ ਸੀਗੀ, ਰਿੜਦੀ ਸੀਗੀ, ਤੇ ਮੈਂ ਇਹਦੇ ਵਾਸਤੇ ਇੱਕ ਲੱਕੜ ਦਾ ਘੋੜਾ ਲਿਆਂਦਾ ਸੀ, ਤੇ ਉਸ ਘੋੜੇ ਦੇ ਗਲ ਦੇ ਵਿੱਚ ਮੈਂ ਪਿੱਤਲ ਦੇ ਘੁੰਗਰੂ ਪਾਏ ਸੀ, ਇੱਕ ਨਹੀਂ 10-12। ਅੱਜ ਘੋੜਿਆਂ ਦਾ ਕੰਮ ਕਰਨ ਵਾਲਾ ਮੈਂ ਤੁਹਾਨੂੰ ਐਸੇ ਕਈ ਦੱਸਣਾ, ਜਿਹੜੇ ਜਿਉਂਦਿਆਂ ਘੋੜਿਆਂ ਦੇ ਗਲ ਵਿੱਚ ਘੁੰਗਰੂ ਨਹੀਂ ਪਾਉਂਦੇ। ਇੰਨੇ ਲਾਡ ਪਿਆਰ ਨਾਲ ਮੈਂ ਪਾਲੀ ਸੀ, ਔਰ ਇਹਦੀ ਹਰ ਖੁਆਇਸ਼ ਪੂਰੀ ਕੀਤੀ। ਕਦੇ ਇਹਨੂੰ ਉਹ ਨਹੀਂ ਆਖਿਆ, ਕਦੇ ਇਹਦੇ ਕੋਲ ਪੈਸਾ ਨਹੀਂ ਮੰਗਿਆ। ਜਿੰਨਾ ਵੀ ਬਿਜਲੀ ਦਾ ਬਿੱਲ ਆਉਂਦਾ ਮੈਂ ਦਿੰਦਾ, ਮੈਂ ਇਹਦੇ ਕੋਲ ਕਦੇ ਚਵਾਨੀ ਨਹੀਂ ਮੰਗੀ। ਮੇਰੀ ਇੱਕ ਰੂਟੀਨ ਰਹੀ ਹੈ, ਮੈਂ ਇੱਥੇ ਕੰਮ ਕਰਨਾ ਵਾ। ਆ ਮੇਰੀ ਬੇਟੀ ਬੈਠੀ ਛੋਟੀ, ਮੈਂ ਜਦੋਂ ਸਵੇਰੇ ਕੰਮ ਕਰਨਾ ਵਾ ਨਾ, ਤੇ 100 ਰੁਪਇਆ ਰੋਜ਼ ਦਾ ਮੈਂ ਬਿੱਲ ਦਾ ਦਿੰਦਾ ਵਾ, ਕਿਉਂਕਿ ਮਕਾਨ ਤੇ ਆਪਣਾ ਵਾ, ਬਿਜਲੀ ਬੋਰਡ ਤੇ ਆਪਣਾ ਨਹੀਂ। ਉਹਦਾ ਬਿੱਲ ਜਿਹੜਾ ਨਾ ਮੈਂ ਆਪਣੇ ਦਿਮਾਗ ਤੋਂ ਟੈਨਸ਼ਨ ਜਿਹੜੀ ਹੈ ਨਾ ਲਾ ਦਿੰਦਾ ਵਾ। ਵੀਡੀਓ 'ਚ ਇੱਕ ਦੇਖਿਆ ਸੀ ਕਿ ਕਿਹਾ ਗਿਆ ਸੀ ਕਿ ਉਸ ਬਾਪ ਦਾ ਸੁਭਾਅ ਬੜਾ ਅੜੀਅਲ ਆ, ਬੜਾ ਅੜਬ ਸੁਭਾਅ ਆ, ਪਰ ਅਸੀਂ ਗੱਲਬਾਤ ਕੀਤੀ ਹੈ, ਸਾਨੂੰ ਤਾਂ ਕੋਈ ਤੁਹਾਡਾ ਅੜਬਪੁਣਾ ਦੇਖਿਆ ਨਹੀਂ ਗਿਆ, ਲੱਭਾ ਨਹੀਂ ਇਹਦੇ ਵਿੱਚ ਕਿ ਕੀ ਅੜਬ। ਤੁਹਾਡੀਆਂ ਅੱਖਾਂ 'ਚ ਹੰਝੂ ਜ਼ਰੂਰ ਵਗਦੇ ਪਏ ਨੇ ਉਸ ਧੀ ਨੂੰ ਲੈ ਕੇ, ਕਿ ਜਿਸ ਨੇ ਤੁਹਾਡਾ ਸਮਾਜ ਦੇ ਵਿੱਚ ਅੱਜ ਬਹੁਤ ਨੱਕ ਡੁਬੋ ਕੇ ਰੱਖ ਦਿੱਤਾ। ਉਸ ਧੀ ਨੇ ਜਿਹੜਾ ਚੀਜ਼ ਹੈ ਮੈਂ ਤੁਹਾਨੂੰ ਦਿਖਾਣੀ ਚਾਹੁੰਦਾ ਵਾਂ, ਔਰ ਸਾਰੇ ਲੋਕ ਵੀ ਇਸ ਚੀਜ਼ ਨੂੰ ਵੇਖਣਗੇ, ਔਰ ਮੈਂ ਬੜੀ ਦੇਰ ਦੀ ਸਾਂਭ ਕੇ ਰੱਖੀ ਹੈ। ਲੋਕਡਾਊਨ ਲੱਗਾ ਵਾ, ਮੇਰਾ ਕੋਈ ਕਾਰੋਬਾਰ ਨਹੀਂ ਹੈ। ਹੁਣ ਵੀ ਤੁਸੀਂ ਦੇਖ ਲਿਆ ਕਿ ਮੇਰਾ ਕੀ ਕਾਰੋਬਾਰ ਹੈ। ਇਹਦੇ ਮੁਤਲਕ ਮੈਂ ਆਪਣੇ ਘਰਦਿਆਂ ਨੂੰ ਵੀ ਨਹੀਂ ਦੱਸਿਆ, ਤਾਂ ਇਹਨਾਂ ਨੂੰ ਵੀ ਇਹ ਚੀਜ਼ ਅੱਜ ਪਤਾ ਲੱਗੇਗੀ। ਹਾਂਜੀ, 2020 ਜਦੋਂ ਚੜ੍ਹਿਆ ਵਾ, ਕਾਲੀ ਦੁਆਰੇ ਇੱਕ ਫੰਕਸ਼ਨ ਹੁੰਦਾ ਵਾ ਰਾਤ ਨੂੰ, ਉੱਥੇ ਇਹ ਗਈ ਹੈ। ਮੈਨੂੰ ਕਹਿੰਦੀ ਹੈ ਵੀ ਮੈਨੂੰ ਉੱਥੇ ਛੱਡ ਕੇ ਆ, ਮੈਂ ਜਾਣਾ। ਸਾਰਾ ਪਰਿਵਾਰ ਘਰ ਬੈਠਾ ਵਾ, ਪਰ ਇਹ ਗਈ ਹੈ। ਮੈਨੂੰ ਇੱਕ ਵਾਰੀ ਛੱਡਣ ਗਿਆ, ਫਿਰ ਮੈਂ ਵਾਪਸ ਆ ਗਿਆ। ਮੈਨੂੰ ਕਹਿੰਦੀ ਤੂੰ ਇੱਥੇ ਰਹਿ। ਮੈਂ ਕਿਹਾ ਮੈਂ ਨਹੀਂ ਇੱਥੇ ਰਹਿ ਸਕਦਾ, ਤੂੰ ਮੈਨੂੰ ਟਾਈਮ ਦੱਸ ਦੇ, ਮੈਂ ਉਦੋਂ ਤੱਕ ਆ ਜਾਵਾਂਗਾ। ਰਾਤ ਦੇ 12 ਵਜੇ ਦੂਜਾ ਸਨ ਚੜ੍ਹਦਾ ਵਾ, ਉਹਦੇ ਬਾਅਦ ਫੰਕਸ਼ਨ ਖਤਮ ਹੋ ਜਾਂਦਾ ਵਾ। ਫਿਰ ਮੈਂ ਇਹਨੂੰ ਲੈਣ ਗਿਆ ਵਾਂ, ਫਿਰ ਲੈ ਕੇ ਆਇਆ ਵਾਂ। ਅਗਲੇ ਦਿਨ ਜਿਹੜਾ ਕਿ ਨਹੀਂ, ਉਹ 1 ਤਰੀਕ ਸੀਗੀ। 1 ਤਰੀਕ ਤੋਂ ਲੈ ਕੇ 2020 ਚੜ੍ਹਿਆ ਵਾ, ਇਹਨੇ ਉਦਣ ਮੇਰੇ ਕੋਲੋਂ ਕੈਸ਼ 100 ਰੁਪਇਆ ਲਿਆ, ਔਰ ਜਿਹੜਾ ਇਹ ਰੋਟੀ ਆਪਣੀ ਵੱਖਰੀ ਪਕਾਉਂਦੀ। ਇਹਨੇ ਇਹੀ ਐਲੀਗੇਸ਼ਨ ਲਾਇਆ ਸੀ ਕਿ ਮੈਨੂੰ ਜ਼ਹਿਰ ਮਿਲਾ ਕੇ ਦੇ ਦੇਗੀ ਮੇਰੀ ਭੈਣ, ਮੈਂ ਇਹਦੇ ਕੋਲ ਰੋਟੀ ਨਹੀਂ ਖਾਣੀ। ਤੇ ਮੈਂ ਕਿਹਾ ਵੀ ਜੇ ਨਹੀਂ ਤਾਂ ਤੂੰ ਆਪਣਾ ਜਿਹੜਾ ਕਿ ਨਹੀਂ ਵੱਖਰਾ ਪਕਾ ਲਿਆ ਕਰ। ਜਿਹੜੀ ਕਹਿੰਦੀ ਮੇਰੀ ਰਸੋਈ ਇਹਨਾਂ ਨੇ ਜ਼ਬਰਦਸਤੀ ਵੱਖਰੀ ਕੀਤੀ ਹੈ। ਹਾਂ, ਔਰ ਇਹਦੇ ਵਿੱਚ ਇਹ ਡੇਲੀ ਦਾ ਜਿਹੜਾ ਸਮਾਨ ਹੈ ਕਿ ਨਹੀਂ, ਇਹ ਲੈਂਦੀ ਰਹੀ ਹੈ, ਔਰ ਮੈਂ ਇਹਨੂੰ ਲਿਆ ਕੇ ਦਿੰਦਾ ਰਿਹਾ ਹਾਂ। ਮੈਂ ਘਰਦਿਆਂ ਨੂੰ ਉਹਨਾਂ ਨੂੰ ਲਿਆ ਕੇ ਦਿੰਦਾ ਰਿਹਾ, ਮੈਂ ਜਿੰਨਾ ਇਹਨੂੰ ਲਿਆ ਕੇ ਦਿੰਦਾ ਰਿਹਾ। ਜਿਹੜੀ ਚੀਜ਼ ਇਹਨੇ ਮੰਗੀ ਹੈ ਮੈਂ ਲਿਆ ਕੇ ਦਿੱਤੀ ਹੈ, ਚਾਹੇ ਮੈਂ ਔਖਾ ਹੋਇਆ, ਚਾਹੇ ਮੈਂ ਸੌਖਾ ਹੋਇਆ ਵਾਂ। ਮੈਂ ਇਹਦੇ ਕੋਲੋਂ ਕਦੀ ਪੈਸੇ ਦੀ ਡਿਮਾਂਡ ਨਹੀਂ ਕੀਤੀ ਹੈਗੀ। ਬਿਲਕੁਲ ਜੀ, ਪਿਓ ਦੀਆਂ ਅੱਖਾਂ ਦੇ ਵਿੱਚੋਂ ਵਗਦੇ ਹੰਝੂ ਇਸ ਚੀਜ਼ ਦੀ ਗਵਾਹੀ ਭਰਦੇ ਨੇ ਕਿ ਉਸ ਧੀ ਵੱਲੋਂ ਜਿਹੜੇ ਆਰੋਪ ਲਾਏ ਗਏ ਨੇ, ਬੜੇ ਹੀ ਘਟੀਆ ਕਿਸਮ ਦੇ ਆਰੋਪ ਲਾਏ ਗਏ ਨੇ ਆਪਣੇ ਮਾਂ-ਬਾਪ ਦੇ ਉੱਤੇ, ਜਿਸ ਨੇ ਉਸ ਮਾਂ ਨੇ ਉਸ ਦੀ ਤਸਵੀਰ ਦਿਖਾ ਦੇ, ਜਿਸ ਨੇ 9 ਮਹੀਨੇ ਉਸ ਬੱਚੀ ਨੂੰ ਆਪਣੀ ਕੁੱਖ 'ਚ ਰੱਖ ਕੇ ਜਨਮ ਦਿੱਤਾ ਸੀ। ਪਰ ਜਨਮ ਦੇਣ ਦਾ ਜਿਹੜਾ ਉਹਨਾਂ ਨੂੰ ਅੱਜ ਜਿਹੜਾ ਇੱਕ ਹਰਜਾਨਾ ਕਿਹਾ ਜਾ ਸਕਦਾ ਵਾ, ਇੱਕ ਹਰਜਾਨਾ ਅੱਜ ਭੁਗਤਣਾ ਪਿਆ ਵਾ ਉਹਨਾਂ ਦਾ, ਜਿਹੜਾ ਸਮਾਜ ਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਵੀਡੀਓ ਬਣਾ ਕੇ ਇੱਕ ਵਾਇਰਲ ਕੀਤੀ ਗਈ ਹੈ ਕਿ ਜੀ ਉਸ ਮਾਂ-ਬਾਪ ਵੱਲੋਂ ਮਾਰ ਕੁਟਾਈ ਕੀਤੀ ਜਾਂਦੀ ਹੈ ਅਤੇ ਮੈਨੂੰ ਵੱਖਰੀ ਰਸੋਈ ਬਣਾ ਕੇ ਦਿੱਤੀ ਗਈ ਹੈ ਘਰ ਦੇ ਵਿੱਚ ਕਿ ਤੂੰ ਵੱਖਰੀ ਰੋਟੀ ਬਣਾਉਣੀ ਹੈ, ਮੇਰਾ ਵਿਆਹ ਨਹੀਂ ਕੀਤਾ ਗਿਆ। ਪਰ ਉਹ ਸਾਰੀਆਂ ਗੱਲਾਂ ਦਾ ਜਵਾਬ ਉਸਦੇ ਮਾਂ-ਬਾਪ ਕੋਲ ਅਸੀਂ ਪਹੁੰਚੇ ਹੀ, ਉਹਨਾਂ ਨੇ ਦੱਸਿਆ ਵਾ ਕਿ ਰਿਸ਼ਤੇ ਆਉਂਦੇ ਨੇ, ਪਰ ਇਹਦੀਆਂ ਡਿਮਾਂਡਾਂ ਵੱਖਰੀਆਂ ਨੇ। ਇਸ ਧੀ ਦੀਆਂ, ਇਸ ਲੜਕੀ ਦੀਆਂ ਡਿਮਾਂਡਾਂ ਵੱਖਰੀਆਂ ਨੇ। ਇਹਨੇ ਬਾਕੀ 2 ਧੀਆਂ ਦੇ
ਅੱਗੇ ਵੀ ਬੇੜੀਆਂ 'ਚ ਵੱਟੇ ਪਾ ਦਿੱਤੇ ਨੇ ਕਿ ਜਿਸ ਤਰ੍ਹਾਂ ਹੁਣ ਸਮਾਜ ਦੇ ਵਿੱਚ ਸਾਡਾ ਸਾਰਿਆਂ ਨੂੰ ਪਤਾ ਲੱਗਾ ਕਿ ਹਾਂ ਜੀ ਇਹਨਾਂ ਦੀ ਧੀ ਇੱਕ ਨੇ ਇਸ ਤਰ੍ਹਾਂ ਕੀਤਾ, ਬਾਕੀਆਂ ਕਿਸ ਤਰ੍ਹਾਂ ਉਸ ਘਰ ਦੇ ਵਿੱਚ ਰਹਿੰਦੀਆਂ ਹੋਣਗੀਆਂ। ਪਰ ਬਾਕੀਆਂ ਧੀਆਂ ਨਾਲ ਜੇ ਉਹ ਨਹੀਂ ਕਰਦੇ, ਇਸ ਤਰ੍ਹਾਂ ਦਾ ਮਾਹੌਲ ਨਹੀਂ ਕ੍ਰੀਏਟ ਹੁੰਦਾ, ਤੇ ਉਹਦੇ ਨਾਲ ਕਿਸ ਤਰ੍ਹਾਂ ਹੁੰਦਾ ਹੋਏਗਾ। ਬੜਾ ਵੱਡਾ ਇੱਕ ਸਵਾਲ ਆ ਕਿ ਦੇਖਣ ਤੋਂ ਪਹਿਲਾਂ ਜਿਸ ਤਰ੍ਹਾਂ ਹੁਣ ਉਸ ਧੀ ਨੇ ਆਰੋਪ ਲਾਏ ਸੀ, ਉਸ ਨੂੰ ਆਰੋਪ ਲਾਉਣ ਤੋਂ ਚਾਹੀਦਾ ਸੀ ਕਿ ਇਸ ਮੈਟਰ ਨੂੰ ਆਪਣੇ ਨੂੰ ਘਰ ਦੇ ਵਿੱਚ ਹੀ ਸੋਲਵ ਕੀਤਾ ਜਾਂਦਾ, ਨਾ ਕਿ ਉਸ ਬਾਪ ਨੂੰ ਜੋ ਧੀਆਂ ਦਾ ਬਾਪ ਹੈ, ਇੱਕ ਜਿਸ ਦਾ ਇੱਕ ਪੁੱਤ ਵੀ ਨਹੀਂ ਹੈਗਾ, ਸਿਰਫ 3 ਧੀਆਂ ਨਾਲ, 3 ਧੀਆਂ ਦਾ ਬਾਪ ਆ। ਉਸ ਬਾਪ ਦਾ ਸਮਾਜ ਦੇ ਵਿੱਚ ਕਿਸ ਤਰ੍ਹਾਂ ਲੋਕ ਉਸ ਨੂੰ ਕਿਸ ਨਿਗਾਹ ਨਾਲ ਦੇਖਦੇ ਹੋਣਗੇ, ਉਸ ਬਾਪ ਨੂੰ, ਕਿ ਇਹ ਬਾਪ ਦਾ ਆਪਣੀਆਂ ਧੀਆਂ ਪ੍ਰਤੀ ਕੀ ਰਵੱਈਆ ਵਾ। ਉਸਨੇ ਆਰੋਪ ਲਾਏ ਸੀ ਕਿ ਇਹਨਾਂ ਨੂੰ ਬੇਟੇ ਦੀ ਬੜੀ ਚਾਹਤ ਸੀ, ਪਰ ਉਸ ਬਾਪ ਨੇ ਦੱਸਿਆ ਵਾ ਕਿ ਮੇਰੀਆਂ 3 ਧੀਆਂ ਨਹੀਂ, ਮੇਰੇ 3 ਬੇਟੇ ਸੀ। ਜਿਸ ਟਾਈਮ ਮੇਰੀਆਂ 3 ਧੀਆਂ ਸੀ ਮੈਂ ਬੜਾ ਖੁਸ਼ ਸੀ ਕਿ ਮੇਰੇ ਬੇਟੇ ਨੇ। ਬਾਕੀ 2 ਧੀਆਂ ਦੁਕਾਨ ਤੇ ਉਸੇ ਤਰ੍ਹਾਂ ਬਾਪ ਨਾਲ ਕੰਮ ਕਰਾਉਂਦੀਆਂ, ਸਕੂਲ ਸਾਈਕਲ ਰਿਪੇਅਰ ਦਾ ਕੰਮ ਕਰਦਾ ਬਾਪ। ਸਾਈਕਲ ਰਿਪੇਅਰ ਦਾ ਬਾਜ਼ਾਰ ਦੇ ਵਿੱਚ ਕਦੀ ਕੋਈ ਰਿਕਸ਼ੇ ਵਾਲਾ ਆ ਰਿਹਾ, ਕਦੀ ਕੋਈ ਆ ਰਿਹਾ, ਪਰ ਬੇਟੀਆਂ ਬੇਝਿਜਕ ਹੋ ਕੇ ਆਪਣੇ ਬਾਪ ਦਾ ਹੱਥ ਵਟਾਉਂਦੀਆਂ ਅਤੇ ਉਸ ਦਾ ਨਾਲ ਕੰਮ ਕਰਵਾਉਂਦੀਆਂ ਜੋ ਸਾਈਕਲ ਰਿਪੇਅਰ ਦੇ ਵਿੱਚ ਕੰਮ ਕੀਤੇ ਜਾਂਦੇ ਨੇ। ਹੁਣ ਉਸ ਧੀ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜੇ ਹੋ ਸਕਦੀ ਹੈ ਉਹਨਾਂ ਦੇ ਵੀ ਅਸੀਂ ਪੱਖ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜੇ ਉਸ ਧੀ ਨਾਲ ਗੱਲ ਹੁੰਦੀ ਹੈ। ਉਸ ਧੀ ਵੱਲੋਂ ਜਿਹੜੇ ਐਲੀਗੇਸ਼ਨ ਲਾਏ ਗਏ ਸੀ, ਆਪਣੇ ਮਾਂ-ਬਾਪ ਦੇ ਉੱਤੇ ਐਲੀਗੇਸ਼ਨ ਲਾਏ ਗਏ ਸੀ ਕਿ ਬੜੇ ਹੀ ਆਰੋਪ, ਗੰਭੀਰ ਆਰੋਪ ਸੀ, ਕਿਉਂਕਿ ਕੁੱਖ ਦੀ ਜੰਮੀ ਜਿਹੜੀ ਧੀ ਹੋਏ, ਜਦੋਂ ਉਹ ਆਰੋਪ ਲਾਉਂਦੀ ਹੈ ਤੇ ਉਸ ਮਾਂ-ਬਾਪ ਦੇ ਦਿਲ ਤੇ ਕੀ ਬੀਤਦੀ ਆ। ਉਸ ਧੀ ਕੋ ਜਾਣਨ ਲਈ ਪਹੁੰਚੇ ਆ ਕਿ ਕਿਉਂ ਐਡੀ ਨੌਬਤ ਆਈ ਕਿ ਆਪਣੇ ਮਾਂ-ਬਾਪ ਤੇ ਹੀ ਆਰੋਪ ਲਾਣੇ ਪਏ ਐਡੇ ਵੱਡੇ। ਉਹ ਇਸ ਲਈ ਲਗਾਉਣੇ ਪੈ ਗਏ ਨੇ ਕਿਉਂਕਿ ਹੁਣ ਨੂੰ ਹੱਦ ਹੋ ਚੁੱਕੀ ਹੈ। ਇਹਨਾਂ ਨੇ ਇੱਕ ਟਾਈਮ ਜਿਹੜਾ ਇਹਨਾਂ ਨੇ ਮੇਰੇ ਜੀਵਨ ਦਾ ਖਰਾਬ ਕੀਤਾ ਹੋਇਆ ਵਾ, ਇਹਨਾਂ ਨੂੰ ਇਹ ਦੱਸਣਾ ਵਾ ਕਿ ਇਹ ਟਾਈਮ ਜਦੋਂ ਬੀਤ ਜਾਣਾ ਤੇ ਮੇਰੇ ਪੱਲੇ ਕੀ ਰਹਿ ਜਾਣਾ ਵਾ। ਮੇਰੀ ਕਹਿੰਦੇ ਨੇ ਮੈਨੂੰ ਹੁਣ ਨੂੰ ਪਤਾ ਚੱਲਿਆ ਵਾ, ਸਭ ਨੇ ਮੈਨੂੰ ਇਹ ਸਮਝਾਇਆ ਵਾ ਕਿ ਲੜਕੀਆਂ ਦੀ ਇੱਕ ਏਜ ਹੈ ਮੈਰਿਜ ਦੀ, ਜਦੋਂ ਸਮਾਂ ਹੀ ਬੀਤ ਜਾਣਾ ਵਾ ਤੇ ਕੀ ਮੇਰੇ ਕੋਲ ਰਹਿ ਜਾਣਾ ਵਾ। ਠੀਕ ਹੈ ਨਾ। ਤੇ ਦੂਸਰਾ ਇਹ ਵਾ ਕਿ 3 ਸਾਲ ਥੋੜੇ ਨਹੀਂ ਹੁੰਦੇ। ਜੇ ਮੈਂ ਕੁਛ ਨਹੀਂ ਕਰਦੀ ਪਈ ਤੇ 3 ਸਾਲ ਦੇ ਵਿੱਚ ਇਹਨਾਂ ਨੇ ਵੀ ਕੀ ਕਰ ਛੱਡਣਾ। ਇਹਨਾਂ ਨੇ ਮੈਨੂੰ ਟੌਰਚਰ ਕੀਤਾ। ਟੌਰਚਰ ਕਰ ਸਕਦੇ ਸੀਗੇ 3 ਸਾਲਾਂ ਦੇ ਵਿੱਚ, ਮੇਰੀ ਜ਼ਿੰਦਗੀ ਵੀ ਬਣਾ ਸਕਦੇ ਸੀ ਮੇਰੀ ਜ਼ਿੰਦਗੀ। ਲੜਕੇ ਲੈ ਕੇ ਆਉਂਦੇ ਨੇ ਸ਼ਾਦੀ ਦੇ ਲਈ। ਮੈਂ ਕਿਹੜੇ ਲੜਕੇ ਨੂੰ ਨਾ ਕੀਤੀ ਦੱਸੋ। ਨਹੀਂ, ਅਸੀਂ ਨਹੀਂ ਦੱਸਾਂਗੇ, ਉਹ ਤੁਹਾਡੇ ਮਾਂ-ਬਾਪ ਹੀ ਕਹਿ ਰਹੇ ਨੇ ਕਿ ਜਿੰਨੇ ਵਾਰੀ ਲੜਕੇ ਲੈ ਕੇ ਆਏ ਆ, ਕਦੀ ਕਹਿੰਦੇ ਆ ਕਿ ਲੜਕਾ ਇਕੱਲਾ ਹੋਣਾ ਚਾਹੀਦਾ, ਉਹਦੀ ਮੰਮੀ ਡੈਡੀ ਨਹੀਂ ਹੋਣੇ ਚਾਹੀਦੇ। ਕਹਿੰਦੇ 4 ਕਿ ਸ਼ਰਤਾਂ ਇਹਨਾਂ ਨੇ ਰੱਖੀਆਂ ਹੁੰਦੀਆਂ ਨੇ ਅੱਗੇ, ਜਿਹੜੀਆਂ ਕਿ ਉਹ ਪੂਰੀਆਂ ਹੋ ਵੀ ਨਹੀਂ ਸਕਦੀਆਂ। ਕਿ ਕਦੀ ਕਹਿੰਦੇ ਆ ਕਿ ਲੜਕਾ ਇਕੱਲਾ ਹੋਣਾ ਚਾਹੀਦਾ, ਜੇ ਲੜਕਾ ਇਕੱਲਾ ਮਿਲ ਜਾਂਦਾ ਫਿਰ ਕਹਿੰਦੇ ਆ ਤੇ ਮੰਮੀ ਡੈਡੀ ਹੋਣੇ ਚਾਹੀਦੇ, ਜੇ ਮੰਮੀ ਡੈਡੀ ਹੁੰਦੇ ਆ ਮੰਮੀ ਡੈਡੀ ਨਹੀਂ ਹੋਣੇ ਚਾਹੀਦੇ। ਕਹਿੰਦੇ ਆ ਕੰਡੀਸ਼ਨਾਂ ਦੇ ਵਿੱਚ ਇਸ ਕਰਕੇ ਲੜਕਾ ਜ਼ਿਆਦਾਤਰ ਨਹੀਂ ਮਿਲਦਾ। ਮੇਰੀ ਮੰਮੀ ਦੀ ਪਹਿਲੀ ਕੰਡੀਸ਼ਨ ਇਹ ਹੈ ਕਿ ਲੜਕੇ ਦੇ ਮਤਲਬ ਆਪਣੀ ਦੁਕਾਨ ਹੋਣੀ ਚਾਹੀਦੀ ਹੈ। ਉਹਨਾਂ ਦੀ ਪਹਿਲੀ ਡਿਮਾਂਡ ਹੈ। ਇਹ ਵਾ। ਮੇਰੀ ਤੇ ਹਜੇ ਉਹਨਾਂ ਨੇ ਕਹਿੰਦੇ ਨੇ ਜੇ ਮੇਰੀਆਂ ਡਿਮਾਂਡਾਂ ਤੁਸੀਂ ਦੇਖੀਆਂ ਕੀ ਹੈ। ਜਦੋਂ ਦੇਖੋ ਹਜੇ ਤੇ ਮੈਰਿਜ ਹੋਈ ਨਹੀਂ, ਜਦੋਂ ਮੈਰਿਜ ਹੋਣੀ ਹੈ ਇਹ ਥੋੜੀ ਨਾ ਕਿਸੇ ਨੇ ਦੇਖਿਆ ਕਿ ਕਦੋਂ ਕਿਸ ਤਰੀਕੇ ਦੇ ਲੜਕੇ ਦੇ ਨਾਲ ਹੋਣੀ ਹੈ। ਚਲੋ ਮੈਂ ਜ਼ਿਆਦਾ ਗੱਲ ਨਾ ਕਰਦਾ ਹੋਇਆ, ਦੇਖੋ ਜਿਸ ਤਰ੍ਹਾਂ ਅਸੀਂ ਇਸੇ ਤਰ੍ਹਾਂ ਤੁਸੀਂ ਮਾਂ-ਬਾਪ ਤੇ ਐਲੀਗੇਸ਼ਨ ਲਾਈ ਜਾਓਗੇ, ਮਾਂ-ਬਾਪ ਤੁਹਾਡੇ ਤੇ ਐਲੀਗੇਸ਼ਨ ਲਾਈ ਜਾਣਗੇ, ਕੀ ਤੁਸੀਂ ਸੋਚ ਸਕਦੇ ਹੋ ਇਸ ਤਰ੍ਹਾਂ ਤੁਹਾਡਾ ਵਿਆਹ ਹੋ ਜਾਏਗਾ? ਵਿਆਹ ਹੁਣ ਦੀ ਮੈਂ ਕੀ ਉਮੀਦ ਕਰ ਸਕਦੀ ਹਾਂ, ਕਿਉਂਕਿ ਇਹਨਾਂ ਨੇ ਜਿਸ ਤਰ੍ਹਾਂ ਮੈਨੂੰ ਬਦਨਾਮ ਕੀਤਾ ਵਾ ਇੱਕ ਵਿਆਹ ਦੇ ਟਾਈਮ ਤੇ ਆਣ ਕੇ, ਕਿਹੜਾ ਲੜਕਾ ਜਿਹੜਾ ਮੇਰਾ ਹੱਥ ਫੜੇਗਾ। ਉਹਨਾਂ ਨੇ ਤੇ ਇਹੀ ਬੋਲਣਾ ਨਾ ਕਿ ਮਾਪਿਓ ਸਹੀ ਹੈ ਤੇ ਲੜਕੀ ਗਲਤ ਹੈ। ਕਿਸੇ ਨੇ ਇਹ ਨਹੀਂ ਦੇਖਣਾ ਕਿ ਲੜਕੀ ਕਿਸ ਹੱਕ ਦੇ ਲਈ, ਕਿਸ ਸੋਚ ਦੇ ਨਾਲ, ਕਿਉਂ ਦੁਖੀ ਹੋ ਕੇ ਉਹਨੇ ਆਵਾਜ਼ ਇਸ ਲਈ ਚੁੱਕੀ ਹੈ। ਤੁਹਾਨੂੰ ਜਿਸ ਟਾਈਮ ਵੀਡੀਓ ਬਣਾਈ ਗਈ ਹੈ, ਜਿਸ ਟਾਈਮ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ, ਤੁਹਾਨੂੰ ਥੋੜਾ ਜਿਹਾ ਵੀ ਨਹੀਂ ਯਾਦ ਆਇਆ ਆਪਣੇ ਮੰਮੀ ਡੈਡੀ ਦੇ ਉੱਤੇ ਕਿ ਹਾਂ ਜੀ ਮੈਂ ਆਪਣੇ ਢਿੱਡ ਦੀ ਜੰਮੀ ਜਿਸ ਮਾਂ ਨੇ ਮੈਨੂੰ ਜੰਮਿਆ, ਕੁੱਖ 'ਚੋਂ ਜਨਮ ਦਿੱਤਾ ਵਾ, ਉਸ ਟਾਈਮ ਤੁਸੀਂ ਜਦੋਂ ਛੋਟੇ ਸੀ ਤੁਹਾਡਾ ਪਾਲਣ ਪੋਸ਼ਣ ਕੀਤਾ, ਤੁਹਾਨੂੰ ਪੜ੍ਹਾਇਆ ਲਿਖਾਇਆ, ਕਿਉਂਕਿ ਤੁਸੀਂ ਸਟਾਰਟਿੰਗ ਤੋਂ ਜਿਸ ਟਾਈਮ ਤੁਸੀਂ ਛੋਟੇ ਸੀ ਉਸ ਟਾਈਮ ਤੇ ਬੁਟੀਕ ਦਾ ਕੰਮ ਨਹੀਂ ਕਰਦੇ ਸੀ। ਉਸ ਟਾਈਮ ਉਹੀ ਮਾਂ-ਬਾਪ ਹੀ ਜਿਨ੍ਹਾਂ ਨੇ ਤੁਹਾਨੂੰ ਪੜ੍ਹਾਇਆ ਲਿਖਾਇਆ। ਤੁਸੀਂ ਇਸ ਮੈਟਰ ਨੂੰ ਘਰ ਬੈਠ ਕੇ ਵੀ ਖ਼ਤਮ ਕਰ ਸਕਦੇ ਸੀ, ਨਾ ਕਿ ਇਸ ਨੂੰ ਆਪਣੇ ਨੂੰ ਮੈਟਰ ਨੂੰ ਉਛਾਲ ਕੇ ਸਮਾਜ ਦੇ ਵਿੱਚ ਤੁਸੀਂ ਇੱਕ ਦੱਸਣਾ ਚਾਹਿਆ ਕਿ ਹਾਂ ਜੀ ਮੇਰਾ ਬਾਪ ਇੱਦਾਂ ਵਾ। ਤੁਹਾਡੀਆਂ ਵੀ 2 ਭੈਣਾਂ ਵਾ, ਅੱਗੋਂ ਉਹਨਾਂ ਦੇ ਰਿਸ਼ਤੇ ਕਰਨੇ ਆ, ਉਹਨਾਂ ਦੇ ਵੀ ਵਿਆਹ ਕਰਨੇ ਆ, ਕਿਸ ਤਰ੍ਹਾਂ ਫਿਰ ਇਹ ਸਾਰਾ ਕੁਝ ਹੋਏਗਾ? ਮੈਂ ਇਸ ਮੈਟਰ ਨੂੰ ਸੁਲਝਾਉਣ ਦੇ ਲਈ ਬਹੁਤ ਵਾਰੀ ਇਹਨਾਂ ਨਾਲ ਗੱਲ ਕੀਤੀ, ਪਰ ਅੱਗੋਂ ਦੀ ਸਹੀ ਭਾਸ਼ਾ ਤੇ ਛੱਡ ਦੋ।
ਹੋਰ ਹੀ ਤਰੀਕੇ ਦੀਆਂ ਗੱਲਾਂ। 2 ਵਾਰੀ ਮੈਂ ਆਪਣੇ ਨਾਨਕੇ ਗਈ, ਆਪਣੇ ਨਾਨਾ ਜੀ ਦੇ ਕੋਲ, ਕਿ ਤੁਸੀਂ ਵੱਡੇ ਹੋ ਘਰ ਦੇ, ਤੁਸੀਂ ਇਹਨਾਂ ਨੂੰ ਸਮਝਾਓ, ਕੁਛ ਕਰੋ, ਪਰ ਕੋਈ ਅੱਗੋਂ ਰਿਸਪੌਂਸ ਨਹੀਂ ਹੈਗਾ, ਕਿਉਂਕਿ ਉਹਨਾਂ ਦੀ ਨਜ਼ਰ ਹੀ ਪੈਸੇ ਤੇ ਆ, ਨਜ਼ਰ ਹੀ ਪੈਸੇ ਤੇ ਆ। ਕਰ ਦਾਂਗੇ ਜਦੋਂ ਕਰਨਾ ਹੋਏਗਾ, ਕਰ ਦਾਂਗੇ ਜਦੋਂ ਕਰਨਾ ਹੋਏਗਾ। ਇੱਥੇ ਤੇ ਉਹ ਹੋ ਗਿਆ ਨਾ ਕਿ ਬੱਚਾ ਗਲਤ ਕਦਮ ਨਹੀਂ ਚੁੱਕਦਾ ਪਿਆ ਹੈਗਾ ਤੇ ਤੁਸੀਂ ਉਹਦਾ ਗਲਤ ਫਾਇਦਾ ਉਠਾਉਂਦੇ ਪਏ ਹੈਗੇ। ਚਲੋ, ਮੈਂ ਤੁਹਾਡੇ ਮੈਰਿਜ ਵਾਲੇ ਪੱਖੇ ਹੀ ਆਏ ਨਾ, ਜਿਹੜਾ ਤੁਸੀਂ ਇੱਕ ਬੜਾ ਵੱਡਾ ਇਸ਼ੂ ਬਣਾਇਆ ਕਿ ਹਾਂ ਜੀ ਮੇਰੀ ਅੱਜ ਮੈਰਿਜ ਕਰਾਉਣ ਦਾ ਟਾਈਮ, ਅੱਜ ਕਰਵਾਇਆ ਨਹੀਂ। ਉਸ ਮਾਂ-ਬਾਪ ਨੂੰ ਵੀ ਪਤਾ ਵਾ ਕਿ ਅਸੀਂ ਆਪਣੀ ਧੀ ਬਿਲੇ ਲਾਣੀ ਹੈ, ਪਰ ਤੁਸੀਂ ਥੋੜਾ ਜਿਹਾ ਤੇ ਸਬਰ ਕਰਦੇ, ਨਹੀਂ ਹੁੰਦੀ ਤੇ ਨਾ ਸਹੀ, ਕੀ ਹੋਣਾ ਸੀ, ਨਾ ਹੁੰਦੀ ਤੇ ਨਾ ਸਹੀ, ਪਰ ਮਾਂ-ਬਾਪ ਦੀ ਇੱਜ਼ਤ ਇਸ ਤਰ੍ਹਾਂ ਉਛਾਲਣਾ ਤੁਹਾਡੇ ਲਈ ਚੰਗਾ ਸੀ? ਨਾ ਹੁੰਦੀ ਤੇ ਨਾ ਸਹੀ, ਉਹ ਵੀ ਠੀਕ ਤੁਸੀਂ ਬੋਲ ਗਏ ਹੋ ਕਿ ਨਾ ਹੁੰਦੀ ਤੇ ਨਾ ਸਹੀ। ਕਮ ਸੇ ਕਮ ਇੱਕ ਇਨਸਾਨ ਨੂੰ ਇੱਕ ਜ਼ਿੰਦਗੀ ਤੇ ਫਿਰ ਜੀਣ ਦੇਵੋ। ਇਹਨਾਂ ਨੇ ਖੁਦ ਮੇਰੀ ਰੋਟੀ ਅਲੱਗ ਕੀਤੀ ਤੇ ਬਾਹਰ ਇਹਨਾਂ ਨੇ ਇਹ ਕਹਿਤਾ ਕਿ ਰੋਟੀ ਇਹਨੇ ਆਪ ਅਲੱਗ ਕਰ ਲਈ ਹੈ। ਠੀਕ ਹੈ ਨਾ, ਇਹਨਾਂ ਨੇ ਇਦਾਂ ਗੱਲ ਬਾਹਰ ਫੈਲਾ ਦਿੱਤੀ। ਠੀਕ ਹੈ ਜੀ, ਫਿਰ ਤੁਸੀਂ ਜੇ ਕਰ ਦਿੱਤਾ ਤੇ ਫਿਰ ਤੁਸੀਂ ਉਹਨਾਂ ਰੋਜ਼ ਲੜਾਈ, ਰੋਜ਼ ਮਾਰਕੁੱਟ ਵਾਲਾ ਕੰਮ, ਇਹ ਗਾਲੀ ਗਲੋਚ ਵਾਲਾ ਕੰਮ ਕਿਉਂ ਕਰਦੇ, ਗਲਤ ਐਲੀਗੇਸ਼ਨ ਕਿਉਂ ਲਗਾਉਂਦੇ? ਜਦੋਂ ਬੱਚਾ ਫਿਰ ਮਿਹਨਤ ਨਾਲ ਰੋਟੀ ਖਾਣ ਲੱਗ ਗਿਆ ਵਾ, ਤੁਸੀਂ ਖੁਦ ਉਹਨੂੰ ਕਿਹਾ ਵਾ ਕਿ ਆਹ ਕਰਤਾ ਸਾਰਾ ਹਿਸਾਬ ਕਿਤਾਬ ਤੇਰਾ, ਇੱਥੇ ਬਣਾ ਦਿੱਤਾ ਵਾ ਸਭ ਕੁਝ, ਫਿਰ ਉਹ ਕਿਉਂ ਤੰਗ ਕਰਦੇ ਨੇ? ਅੱਜ ਉਸ ਬਾਪ ਦੇ ਅਥਰੂ ਵੇਖੇ ਅੱਖਾਂ ਦੇ ਵਿੱਚ ਜਦੋਂ ਡਿੱਗੇ ਆ ਕਿ ਮੈਂ 11 ਵਜੇ ਤੱਕ ਬੰਨੇ ਤੇ ਖਲੋ ਕੇ ਡੀਕਦਾ ਰਹਿਣਾ ਕਿ ਮੇਰੀ ਧੀ ਨੇ ਵਾਪਸ ਆਣਾ ਘਰ, ਤੇ 11 ਵਜੇ 10:30 ਵਜੇ ਜਦੋਂ ਆਉਂਦੀ ਹੈ ਮੈਂ ਥੱਲੇ ਜਾ ਕੇ ਗੇਟ ਖੋਲਦਾ ਵਾਂ, ਤੇ ਉਸ ਟਾਈਮ ਮੈਨੂੰ ਪਤਾ ਲੱਗਦਾ ਕਿ ਜਦੋਂ ਜਵਾਨ ਧੀ ਕਿਸੇ ਦੀ ਘਰ ਆਉਂਦੀ ਹੈ 10-10:30 ਵਜੇ, ਤੇ ਉਸ ਬਾਪ ਤੇ ਕੀ ਬੀਤਦੀ ਹੈ। ਠੀਕ ਹੈ, ਉਹ ਬੰਨੇ ਤੇ ਖਲੋ ਕੇ ਦੇਖਦੇ ਆ। ਇਹ ਉਹੀ ਬਾਪ ਹੈ ਜਿਹਨੇ ਲੋਕਡਾਊਨ ਦੇ ਵਿੱਚ ਮੈਨੂੰ ਘਰ ਨਹੀਂ ਰਹਿਣ ਦਿੱਤਾ ਤੇ ਕਹਿੰਦਾ ਸੀ ਤੂੰ ਇੱਥੋਂ ਚਲੀ ਕਿਉਂ ਨਹੀਂ ਜਾਂਦੀ, ਚਲੀ ਕਿਉਂ ਨਹੀਂ ਜਾਂਦੀ। ਇਹ ਇਸ ਤਰ੍ਹਾਂ ਦਾ ਬਾਪ ਹੈ ਜਿਹਨੇ ਥਾਣੇ ਦੇ ਵਿੱਚ ਖਲੋ ਕੇ ਤੇ ਇਸ ਤਰ੍ਹਾਂ ਮੇਰੀਆਂ ਫਿਗਰਾਂ ਦਿਖਾਉਂਦਾ ਫਿਰਦਾ ਵਾ। ਇਸ ਤਰ੍ਹਾਂ ਦਾ ਬਾਪ ਹੈ। ਉਹ ਲਾਈਨਾਂ ਮੈਂ ਦੇਖੀ ਦੀਆਂ, ਮੈਨੂੰ ਪਤਾ, ਮੈਂ ਕਿੰਨੀ ਉਹ ਤੋਂ ਨਮੋਸ਼ੀ ਮਹਿਸੂਸ ਕੀਤੀ ਸੀ। ਬਾਪ ਸ਼ਰਮ ਨਾਲ ਮਰ ਜੇ ਜਿਹੜਾ ਮੈਂ ਕਹਿੰਦੀ ਥਾਣੇ 'ਚ ਖਲੋ ਕੇ ਤੇ ਕੁੜੀ ਦੀ ਮੈਂ ਕਹਿੰਦੀ ਇੱਜ਼ਤਾਂ ਉਛਾਲਦਾ ਫਿਰਦਾ ਪਿਆ ਵਾ। ਉਹ ਵੀ ਘਰ ਗੱਲ ਸੁਲਝਾ ਸਕਦਾ। ਕੁੜੀ ਇੰਨੀ ਤੜਫੀ ਆ, 12 ਪੜ੍ਹਾਈ, ਬਾਰ-ਬਾਰ ਮੈਨੂੰ ਸੁਣਾ 12 ਪੜ੍ਹਾਈ, 12 ਪੜ੍ਹੇ ਦੀ ਅਕਲ ਇਹੀ ਸੀ ਕਿ ਜਦੋਂ ਤੁਹਾਨੂੰ ਕੋਈ ਤੰਗ ਕਰੇ ਨਾ, ਉਦੋਂ ਆਪਣੀ ਸਹਾਇਤਾ ਦੇ ਲਈ ਪੁਲਿਸ ਕੋਲ ਜਾਣਾ ਚਾਹੀਦਾ ਵਾ। ਮੈਂ ਕੋਈ ਗਲਤ ਕਦਮ ਨਹੀਂ ਚੁੱਕਿਆ ਹੈਗਾ, ਤੇ ਜੇ ਮੈਂ ਉੱਧਰ ਗਈ ਆ ਪਹਿਲੇ ਤੇ ਤੰਗ ਹੀ ਨਾ ਕਰਦੇ, ਮੈਨੂੰ ਤੰਗ ਹੀ ਨਾ ਕਰਦੇ, ਘਰੇ ਮਸਲਾ ਸੁਲਝਾਉਂਦੇ। ਅਗਰ ਬੱਚਾ ਜ਼ਿਆਦਾ ਤੰਗ ਹੋ ਗਿਆ ਤਾਂ ਥਾਣੇ ਗਿਆ, ਥਾਣੇ ਜਾ ਕੇ ਵੀ ਇਹਨਾਂ ਨੇ ਕੀ ਕੀਤਾ? ਜੇ ਮੈਂ ਕੁਝ ਗਲਤ ਬੋਲੀ ਆ ਮੈਨੂੰ ਸਮਝਾ ਸਕਦੇ ਸੀ। ਇਹਨਾਂ ਨੇ ਉੱਥੇ ਕਿਸ ਤਰ੍ਹਾਂ ਦੀ ਵਰਡਿੰਗ ਯੂਜ਼ ਕੀਤੀ ਹੈ, ਉਹਦਾ ਹੀ ਨਤੀਜਾ ਵਾ। ਕੋਈ ਬਾਪ ਆਪਣੇ ਬੱਚੇ ਦੀ ਇੱਜ਼ਤ ਨਹੀਂ ਉਛਾਲਦਾ, ਕੋਈ ਨਹੀਂ ਉਛਾਲਦਾ। ਇਹਨਾਂ ਨੂੰ ਤੇ ਉੱਥੇ ਨਮੋਸ਼ੀ ਨਹੀਂ ਆਈ, ਮੈਨੂੰ ਜੇ ਉੱਥੇ ਨਮੋਸ਼ੀ ਜ਼ਰੂਰ ਆਈ। ਇਹਦੇ ਮੈਂ ਹੁਣ ਕੀ ਆਪਣੇ ਬਾਪ ਦੇ ਅਥਰੂ ਵੇਖਾਂ? ਉਦੋਂ ਇਸ ਬਾਪ ਨੇ ਮੇਰੇ ਅਥਰੂ ਨਹੀਂ ਦੇਖੇ ਥਾਣੇ 'ਚ। ਜੇ ਮੈਂ ਉਸ ਦਿਨ ਕੁਝ ਕਰ ਲੈਂਦੀ ਆਪਣੇ ਆਪ ਨੂੰ, ਇਹਨਾਂ ਨੇ ਦੇਖਿਆ ਕਿ ਪੂਰਾ ਸਾਲ ਹੋ ਗਿਆ ਕੁੜੀ ਅੰਦਰ ਕਿੱਦਾਂ ਰੋਂਦੀ ਆ, ਪੂਰੀ ਰਾਤ ਮੈਂ ਬੈਠ ਕੇ ਇੱਥੇ ਰੋਂਦੀ ਆ। ਇਹ ਕੋਈ ਨਹੀਂ ਦੇਖਦਾ, ਇਹ ਸਿਰਫ ਮੇਰਾ ਮਾਲਕ ਦੇਖਦਾ ਪਿਆ ਵਾ। ਅੱਜ ਨੂੰ ਮੈਂ ਕਦਮ ਚੁੱਕਿਆ ਵਾ, ਉਹ ਸਭ ਨੂੰ ਨਜ਼ਰ ਆ ਗਿਆ। ਕਿਸੇ ਨੇ 4 ਦੀਵਾਰੀ ਦੇ ਅੰਦਰ ਮੇਰੇ ਨਾਲ ਜਿਹੜੀ 3 ਸਾਲ ਬੀਤੀ ਆ, ਉਹ ਕਿਸੇ ਨੇ ਨਹੀਂ ਦੇਖੀ, ਉਹ ਕਿਸੇ ਨੇ ਨਹੀਂ ਦੇਖੀ। ਅੰਤ ਹੁੰਦਾ ਇੱਕ ਚੀਜ਼ ਦਾ। ਦੇਖੋ, ਬਾਪ ਹੈ ਨਾ, 3 ਧੀਆਂ ਨੇ, ਮੇਰੇ ਨਾਲ ਇਹੋ ਜਿਹਾ ਵਿਤਕਰਾ ਕਿਉਂ ਹੈ? ਫਿਰ ਨਹੀਂ ਕਰਨੀ ਮੈਰਿਜ, ਨਾ ਕਰੋ, ਜ਼ਿੰਦਗੀ ਤਾਂ ਦਵੋ। ਅੱਜ ਨੂੰ ਕਿਉਂ ਮੇਰਾ ਬੁਰਾ ਹਾਲ ਕਰਦੇ ਪਏ? ਪਹਿਲਾਂ ਕਿਉਂ ਨਹੀਂ ਸੀ ਹੈਗਾ? ਅੱਜ ਮੈਰਿਜ ਦਾ ਟਾਈਮ ਹੈ, ਬੱਚੇ ਨੇ ਸਿਰਫ ਇੰਨਾ ਹੀ ਬੋਲਿਆ ਨਾ, ਮੇਰਾ ਵੀ ਕੁਝ ਸੋਚੋ। ਇਹ ਮੇਰਾ ਹੱਕ ਸੀ, ਮੈਂ ਲੈ ਸਕਦੀ ਸੀ, ਮੈਂ ਲੈ ਸਕਦੀ ਸੀ, ਮੈਂ ਸੋਚ ਸਕਦੀ ਹਾਂ। ਜੇ ਬੱਚਾ ਉੱਦਾਂ ਹੀ ਚੁੱਪ ਰਵੇ ਤਦ ਵੀ ਬੁਰਾ, ਜੇ ਬੋਲ ਗਿਆ ਤਦ ਵੀ ਬੁਰਾ। ਪਰਵਰਿਸ਼ ਤੇ ਤੁਹਾਡੀ ਆ। ਮੈਂ ਕੋਈ ਗਲਤ ਕਦਮ ਤੇ ਨਹੀਂ ਚੁੱਕਿਆ, ਆਪਣੇ ਹੱਕ ਲਈ ਬੋਲੀ ਆ। ਜੇ ਇਹਨਾਂ ਨੇ ਮੈਨੂੰ 12 ਪੜ੍ਹਾਇਆ ਵਾ ਤੇ ਇਹਨਾਂ ਦੀ ਫਿਰ ਪੜ੍ਹਾਈ ਦਾ ਹੀ ਨਤੀਜਾ ਹੈ ਨਾ। ਕੋਈ ਗਲਤ ਕਦਮ ਨਹੀਂ ਮੈਂ ਚੁੱਕ ਕੇ ਗਈ। ਮਤਲਬ ਕਿ ਤੁਸੀਂ ਸੇਧ ਦੇ ਰਹੇ ਹੋ ਨੌਜਵਾਨ ਨੂੰ ਕਿ ਬੱਚੇ ਨੂੰ ਮਾਂ-ਬਾਪ ਨਾ ਪੜ੍ਹਾਏ, ਇਹੀ ਕਹਿ ਰਹੇ ਹੋ ਤੁਸੀਂ? ਆਪ ਕਹਿ ਰਹੇ ਹੋ ਨਾ ਇਹਨਾਂ ਦਾ ਨਤੀਜਾ ਵਾ, ਮੈਨੂੰ ਅੱਜ 12 ਪੜ੍ਹਾਈਆਂ ਵਾ ਤੇ ਇਹਨਾਂ ਦਾ ਨਤੀਜਾ ਹੀ ਮੈਂ ਉਹਨਾਂ ਨੂੰ ਦੇ ਰਹੀ ਹਾਂ। ਇਹਨਾਂ ਨੇ ਮੈਨੂੰ ਬਾਰ-ਬਾਰ ਸੁਣਾਇਆ ਕਿ ਤੈਨੂੰ 12 ਪੜ੍ਹਾਇਆ, 12 ਪੜ੍ਹਾਇਆ, 12 ਪੜ੍ਹਾਇਆ। ਠੀਕ ਹੈ, 12 ਪੜ੍ਹਾਇਆ। 12 ਪੜ੍ਹਾਉਣ ਨਾਲ ਕੀ ਹੁੰਦਾ ਵਾ? 12 ਪੜ੍ਹਾਉਣ ਦੇ ਵਿੱਚ ਮੈਂ ਪੜ੍ਹਦੇ ਟਾਈਮ ਤੇ ਵੀ ਮੈਂ ਕਹਿੰਦੀ ਨਾਲ ਲੱਗਦਾ ਮਿਹਨਤ ਕੀਤੀ ਹੈ, ਪ੍ਰੈਕਟੀਕਲ ਬਣਾਉਂਦੀ ਰਹਿੰਦੀ ਸੀ, ਰਿਟਨ ਕਰਦੀ, ਡਰਾਇੰਗ ਅੱਛੀ ਸੀ, ਉਹ ਸਭ ਕੁਝ ਕਰਦੀ ਰਹਿੰਦੀ ਸੀਗੀ। ਕਿਸੇ ਨੇ ਨਹੀਂ ਸਾਡਾ ਉਹ ਟਾਈਮ ਦੇਖਿਆ, ਸਾਡਾ ਟਾਈਮ ਕਿੰਨਾ ਬੁਰਾ ਸੀਗਾ। ਉਸ ਟਾਈਮ ਨਹੀਂ ਪਾਪਾ ਨੂੰ ਪਤਾ ਲੱਗਾ ਹੈਗਾ ਕੀ ਕਰਨਾ, ਤੇ ਜਿਹਨੇ ਇੱਕ ਕੇਸ ਦੇ ਮਗਰ ਇਹਨਾਂ ਨੇ ਐਸਾ 12 ਸਾਲ ਗੁੰਮ ਰਹੇ, ਇਹਨਾਂ ਨੇ ਪਿੱਛੇ ਨਹੀਂ ਵੇਖਿਆ। ਇਹਨਾਂ ਜਵਾਨ ਕੁੜੀਆਂ 11 ਵਜੇ ਬੰਨੇ ਤੇ ਖਲੋ ਕੇ ਵਹਿੰਦੇ, ਇੱਕ ਕੁੜੀ ਆਂਦੀ, ਜਦੋਂ ਕੁੜੀ ਇਹਨਾਂ ਲਈ ਕੰਮ ਕਰਕੇ ਆਂਦੀ ਸੀ 10-10 ਵਜੇ ਤੱਕ ਬੁਟੀਕ ਤੋਂ, ਉਦੋਂ ਨਹੀਂ ਇਹਨਾਂ ਨੂੰ ਪਤਾ। ਜਿਸ ਦਿਨ ਲੜਾਈ ਘਰ ਕਿੰਨੀ ਹੋ ਗਈ ਸੀ ਲੋਕਡਾਊਨ ਦੇ ਵਿੱਚ, ਇਹਨਾਂ ਨੇ ਧੱਕਾ ਮਾਰ ਕੇ ਕੱਢ ਛੜਿਆ ਸੀ। ਉਦੋਂ ਨਹੀਂ ਬਾਪ ਨੂੰ ਪਤਾ ਲੱਗਾ ਕਿ ਮੈਂ ਪਿੱਛੇ ਜਾਵਾਂ, ਕੁੜੀ ਕਿਤੇ ਕੁਝ ਕਰ ਨਾ ਲਵੇ, ਕੀ ਹੋ ਗਿਆ ਵਾ। ਉਦੋਂ ਨਹੀਂ ਇਹਨਾਂ ਨੂੰ ਪਤਾ ਲੱਗਾ ਬੰਨੇ ਤੇ ਖਲੋਣ ਦਾ ਕੀ ਮਤਲਬ ਹੈ। ਪੈਰ ਹੈਗੇ ਨਾ, ਪਿੱਛੇ ਜਾ ਕੇ ਵੇਖੋ। ਪਹਿਲਾਂ ਤਾਂ ਘਰ ਲੜਾਈ ਨਾ ਹੋਣ ਦੇਵੋ। ਗੁੱਸੇ ਵਿੱਚ ਬੰਦਾ ਬੜਾ ਕਦਮ ਚੁੱਕ ਲੈਂਦਾ ਵਾ, ਫਿਰ ਲੜਾਈ ਇੰਨੀ ਆਪ ਇਹਨਾਂ ਨੇ ਪਾਣੀ ਆ, ਫਿਰ ਆਪ ਇਹਨਾਂ ਨੇ ਦੱਸਣਾ ਵਾ, ਫਰਨੈਲ ਪੀ ਲਓ, ਫਾਹ ਲਾ ਲਓ, ਛਾਲ ਮਾਰ ਦਿਓ,
ਗੁੱਸੇ ਵਿੱਚ ਬੱਚੇ ਨੂੰ ਗਲਤ ਕਦਮ ਚੁੱਕਣ ਦੇ ਤੁਸੀਂ ਉਹ ਅਫਸਰ ਦੇਣ ਦੇ, ਉਹਨਾਂ ਨੂੰ ਦੱਸਣ ਦੇ ਨਾ ਕਿੱਦਾਂ ਕਰ ਲੈ ਕੋਈ ਕੁਛ, ਕਿੱਦਾਂ ਨਾ ਕਰੇ। ਗੁੱਸਾ ਬਹੁਤ ਕੁਝ ਕਰਾ ਜਾਂਦਾ ਵਾ। ਜੇ ਮਾਪਿਓ ਬੱਚੇ ਨੂੰ ਦੁਨੀਆ 'ਚ ਲੈ ਕੇ ਆਇਆ ਹੈ ਨਾ, ਤੇ ਬੱਚੇ ਦਾ ਉਹਦਾ ਧਿਆਨ ਰੱਖਣਾ ਫਰਜ਼ ਹੈ। ਬੱਚਾ ਗੁੱਸੇ 'ਚ ਵੀ ਆਂਦਾ, ਗੁੱਸਾ ਬੱਚਾ ਪਿਆਰ ਨਾਲ ਵੀ ਚੱਲਦਾ ਵਾ। ਸਿੱਖਿਆ ਉਹਨਾਂ ਦੀ ਦਿੱਤੀ ਦੀ ਹੈ ਨਾ, ਜੇ ਬੱਚਾ ਗਲਤ ਹੁੰਦਾ ਵਾ, ਜੇ ਮੈਂ ਕਦਮ ਬਾਹਰ ਕੱਢ ਲਿਆ ਵਾ, ਇਹ ਮੈਨੂੰ ਥਾਣੇ 'ਚ ਵੀ ਸਮਝਾ ਸਕਦੇ, ਪਰ ਨਹੀਂ, ਇਹ ਦੇਖ ਰਹੇ ਨੇ ਸਭ ਕੁਝ। ਪਰ ਚਲੋ ਅੱਜ ਜੇ ਤੁਹਾਨੂੰ ਸਮਝਾਉਂਦੇ ਆ ਤੁਸੀਂ ਸਮਝੋਗੇ? ਅੱਜ ਉਹ ਸਮਝਾਉਂਦੇ ਆ ਮਾਂ-ਬਾਪ ਤੁਹਾਡੇ, ਉਹੀ ਮਾਂ-ਬਾਪ ਤੁਹਾਨੂੰ ਅੱਜ ਸਮਝਾਉਂਦੇ ਆ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਸਮਝੋਗੇ? ਮੈਂ ਇਹਨਾਂ ਨੂੰ ਇੰਨੀ ਦੇਰ ਸਮਝਾਇਆ, ਉਦੋਂ ਤੇ ਸਮਝਿਆ ਹੀ, ਅੱਜ ਇਹ ਮੈਨੂੰ ਸਮਝਾਉਣ ਹੁਣ ਆਣਗੇ ਤੇ ਮੈਂ ਸਮਝ ਆ। ਹੁਣ ਜਿਹੜਾ ਸਮਝ ਜਾਣਾ, ਜਿਹੜਾ 3 ਸਾਲ ਮੈਨੂੰ ਇਹਨਾਂ ਨੇ ਨਜਾਇਜ਼ ਟੌਰਚਰ ਕੀਤਾ ਨਾ, ਉਸ ਤੋਂ ਬਾਅਦ ਹੁਣ ਮੈਂ, ਯਾਨੀ ਕਿ ਉਸ ਚੀਜ਼ 3 ਸਾਲ ਦੀ ਸਜ਼ਾ ਅੱਜ ਤੁਸੀਂ ਆਪਣੇ ਮਾਂ-ਬਾਪ ਨੂੰ ਦੋਗੇ? ਉਹਨਾਂ ਨੇ ਮੈਨੂੰ ਕਿਸ ਚੀਜ਼ ਦੀ ਸਜ਼ਾ ਦਿੱਤੀ 3 ਸਾਲ ਦੀ? ਮੈਂ ਤੇ ਉਹਨਾਂ ਲਈ ਬੜਾ ਕੁਝ, ਕਹਿੰਦੇ ਨਾ, ਬੜਾ ਕੁਝ ਕੀਤਾ, ਬੜਾ ਕੁਝ ਕੀਤਾ। ਅੱਛਾ ਬੱਚਾ ਸੀ ਇਹਨਾਂ ਦਾ, ਕੋਈ ਇਹਨਾਂ ਨੂੰ ਮੇਰੀ ਸ਼ਿਕਾਇਤ ਵੀ ਨਹੀਂ ਹੈਗੀ। ਕਿਹੜੀ ਉਹ ਤੇ ਅਜੇ ਵੀ ਕਹਿ ਰਹੇ ਨੇ ਕਿ ਮੇਰਾ ਸਾਡਾ ਅੱਛਾ ਬੱਚਾ ਹੀ, ਪਹਿਲਾਂ ਥੋੜੇ ਚਿਰ ਤੋਂ ਹੀ ਕਿਸੇ ਦੀਆਂ ਬਹਿਕਾਵੇ ਚ ਆ ਗਏ ਨੇ। ਇਹਨਾਂ ਨੂੰ ਨਾ ਇੱਕ ਸ਼ੱਕ ਬਹੁਤ ਹੈ, ਬਹਿਕਾਵੇ ਚ ਆ ਗਏ ਆ, ਬਹਿਕਾਵੇ ਚ ਆ ਗਏ। ਮੇਰੀ ਜਿੰਨੀ ਏਜ ਹੈਗੀ ਹੈ, ਠੀਕ ਹੈ ਨਾ, ਮੈਂ ਬਹਿਕਾਵੇ ਚ ਆ ਸਕਦੀ ਕਿਸੇ ਦੇ? ਮੈਂ ਜੇ ਕਹਿ ਦਵਾਂ ਇਹ ਕਿਸੇ ਦੇ ਬਹਿਕਾਵੇ ਚ ਆਣ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਚ ਆ ਗਏ ਆ, ਇੱਕ ਪ੍ਰਾਪਰਟੀ ਦੇ ਪਿੱਛੇ, ਇੱਕ ਮੇਰੇ ਹਿੱਸੇ ਦੇ ਪਿੱਛੇ, ਜਿਹੜੇ ਕਹਿੰਦੇ ਨੇ ਕਿ ਕੱਲ ਨੂੰ ਤੇ ਇਸ ਕਮਰੇ 'ਚ ਮਰ ਜਾਏਗੀ ਤੇ ਇਸ ਕਮਰੇ 'ਚ ਬੜਾ ਕੁਝ ਨਿਕਲਣਾ। ਮਾਂ ਪਿਓ ਨੂੰ ਪਤਾ ਨਾ ਬੱਚੇ ਦੇ ਕੋਲ ਕੀ ਆ, ਤੁਹਾਨੂੰ ਤਾਂ ਨਹੀਂ ਨਾ ਪਤਾ, ਠੀਕ ਹੈ। ਮੈਨੂੰ ਕਹਿੰਦੇ ਪਏ ਨਾ ਕਿ ਉਹ ਮਤਲਬ ਕਿ ਮੈਰਿਜ ਨਹੀਂ ਇਹ ਕਰਦੀ, ਵੀ ਮੈਂ ਕੀ ਕਹਿੰਦੇ ਨੇ, ਜਿੰਨਾ ਮੈਰਿਜ ਹੋਣੀ ਆ ਉਹਦੇ ਕੋਲ ਤੇਰਾ ਸਭ ਕੁਝ ਚਲਾ ਜਾਣਾ, ਸਭ ਕੁਝ ਚਲਾ ਜਾਣਾ, ਉਹਦੇ ਲਈ ਤੂੰ ਰਾਣੀ ਆ। ਕੁਛ ਗੱਲਾਂ ਨੇ ਜਿਹੜੀਆਂ ਘਰੇਲੂ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਦੀਆਂ ਵਾ ਕਿ ਇਹਨਾਂ ਦਾ ਮਨ ਹੀ ਨਹੀਂ, ਇਹਨਾਂ ਨੇ ਇਸ ਤਰ੍ਹਾਂ ਦੇ ਹਾਲਾਤ ਤੇ ਮੈਨੂੰ ਲਿਆ ਕੇ ਰੱਖਣਾ ਵਾ ਕਿ ਜਿੱਥੇ ਕਿ ਇੱਕ ਮੈਰਿਜ ਦਾ ਹੀ ਇਸ਼ੂ ਬਣਾ ਛੜਿਆ। ਠੀਕ ਹੈ, ਨਹੀਂ ਕਰਨੀ ਤੁਸੀਂ ਮੈਰਿਜ, ਮੈਂ ਕਿਹੜਾ ਕਹਿ ਰਹੀ ਹਾਂ ਤੁਸੀਂ ਮੈਰਿਜ ਵੀ ਕਰ ਦਿਓ ਜਾਂ ਤੁਸੀਂ ਨਹੀਂ ਰੱਖਣਾ। ਹਾਂਜੀ, ਇਹ ਕਹਿੰਦੇ ਨਾ ਬੱਚਾ ਗੁੱਡ ਵਾ ਹੁੰਦਾ ਵਾ, ਨਹੀਂ ਕਰਨੀ ਇਹਨਾਂ ਨੇ ਮੈਰਿਜ, ਨਾ ਕਰੋ। ਇਹ ਇਸ ਤਰ੍ਹਾਂ ਥੋੜੀ ਨਾ ਹੁੰਦਾ। ਹੁਣ ਛੋਟੀ ਮੈਨੂੰ ਬੋਲੀ ਜਾਂਦੀ ਪਈ ਹੈ, ਤੂੰ ਮੇਰੇ ਰਾਹ ਦਾ ਰੋੜਾ, ਤੂੰ ਮੇਰੇ ਰਾਹ ਦਾ ਰੋੜਾ। ਇਸੇ ਬੇਸ ਤੇ ਮੈਂ ਕਿਹਾ ਜੇ ਇਹਨੂੰ ਮੇਰਾ ਕੁਝ ਲੱਗਦਾ ਪਿਆ ਇਸ ਤਰ੍ਹਾਂ ਕਿ ਮੈਂ ਮਤਲਬ ਕਿ ਮੈਰਿਜ ਵੱਲੋਂ ਨਹੀਂ ਧਿਆਨ, ਮੈਂ ਕਿਹਾ ਫਿਰ ਮੈਰਿਜ ਕਰ ਦੋ, ਜੋ ਕਰਨਾ ਤੁਸੀਂ ਕਰ ਦੋ, ਮੈਂ ਤਾਂ ਸਭ ਕੁਝ ਇਹਨਾਂ ਦੇ ਹੱਥ ਵਸ ਕੀਤਾ ਹੋਇਆ ਵਾ। ਪਰ ਇਹ ਮੈਨੂੰ ਹੀ ਖੁਦ ਸਮਝ ਨਹੀਂ ਆਉਂਦੀ ਇਹ ਕਿੱਦਾਂ ਦੇ ਤਰੀਕੇ ਇਹਨਾਂ ਦੇ ਕਿ ਬੱਚੇ ਨੂੰ ਇਸ ਤਰ੍ਹਾਂ ਤੰਗ ਕਰਨਾ। ਹੁਣ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਅੱਜ ਕਦਮ ਚੁੱਕਿਆ, ਤੇ ਇਹਨਾਂ ਨੇ ਕੀ ਮਿਸਾਲ ਦਿੱਤੀ ਹੈ ਬਾਹਰ ਰਸੋਈ ਵੱਖਰੀ ਕਰਨ ਦੀ? ਠੀਕ ਹੈ ਨਾ, ਜਾਂ ਤਾਂ ਇਹ ਨਾ ਮੈਂ ਆਪ ਕਰ ਲਈ ਹੋਏ, ਇਹ ਇਹਨਾਂ ਦੀ ਬਣਾਈ ਹੋਈ ਹੈ, ਇਹਨਾਂ ਦੀ ਬਣਾਈ ਹੋਈ ਹੈ। ਬੱਚਾ ਮਾਂ ਪਿਓ ਦੀ ਸਿੱਖਿਆ ਤੇ ਹੀ ਚੱਲਦਾ। ਮਾਂ ਪਿਓ ਦੀ ਸਿੱਖਿਆ ਅਗਰ ਜੇ ਦਿੰਦੇ ਪਏ ਆ ਤੇ ਫਿਰ ਬੱਚਾ ਉਸ ਤਰ੍ਹਾਂ ਹੀ ਚੱਲੇਗਾ। ਜੇ ਰਸੋਈ ਬਣਾ ਕੇ ਤੇ ਮੈਂ ਰੋਟੀ ਪਕਾ ਰਹੀ ਹਾਂ, ਬਣਾ ਕੇ ਦਿੱਤੀ ਉਹਨਾਂ ਨੇ, ਮੈਂ ਰੋਟੀ ਬਣਾ ਰਹੀ ਹਾਂ। ਪਰ ਆਪਣੇ ਘਰ ਦੇ ਵਿੱਚ ਧੀਆਂ ਦੇ ਨਾਲ ਰਸੋਈ ਵੱਖਰੀ ਹੋ ਜਾਏ ਬੜੀ ਵੱਡੀ ਗੱਲ ਆ। ਕਿ ਅਸੀਂ ਵੀ ਤੁਹਾਡੇ 'ਚ ਵੀ ਚਲੋ ਪਹਿਲੀ ਵਾਰੀ ਦੇਖਿਆ ਸੀ ਵੀ ਕਿ ਧੀ ਹੀ ਆਪਣੇ ਮਾਂ-ਬਾਪ ਨਾਲ ਰਸੋਈ ਆਪਣੀ ਵੱਖਰੀ ਕਰ ਲੇ। ਹੁਣ ਮੈਂ ਉਹ ਮਤਲਬ ਕਿ ਕੀ ਕਹਿ ਸਕਦੀ ਹਾਂ ਇਸ 'ਚ ਹੁਣ ਤੁਹਾਨੂੰ ਮੈਂ, ਜਦੋਂ ਉਹਨਾਂ ਨੇ ਖੁਦ ਹੀ ਕਰ ਦਿੱਤੀ ਹੈ ਨਹੀਂ, ਉਹ ਕਹਿੰਦੇ ਸੀ ਕਿ ਸਾਡੇ ਹੱਥ ਦੀ ਉਹਨੂੰ ਪਸੰਦ ਨਹੀਂ ਆਉਂਦੀ। ਉਹ ਕਹਿੰਦੇ ਇੰਨਾ ਚਿਰ ਮੇਰੇ ਕੋਲ ਖਾਧੀਆਂ ਛੋਟੇ ਹੁੰਦਿਆਂ ਤੇ ਹੁਣ ਉਹ ਕਹਿੰਦੇ ਕਿ 12 ਵਜੇ ਜੇ ਕੰਮ ਤੋਂ ਉੱਠਦੇ ਸੀ ਬੁਟੀਕ ਤੋਂ ਆਪਣਾ ਸਿਲਾਈ ਤੋਂ, ਤੇ 12 ਵਜੇ ਰੋਟੀ ਦੇਣੀ, ਨਹੀਂ ਮੈਨੂੰ ਪਸੰਦ ਨਹੀਂ ਆਉਂਦੀ ਮੈਨੂੰ, ਫਿਰ ਆਪੇ ਇਹੀ ਕਿਹਾ ਫਿਰ ਆਪੇ ਬਣਾ ਲਾ ਤੂੰ, ਫਿਰ ਉਹਨੇ ਰਸੋਈ ਵੱਖਰੀ ਕਰ ਲਈ। ਆਪੇ ਬਣਾ ਲਾ, ਬੜੀਆਂ ਕਮਾਲ ਦੀਆਂ ਗੱਲਾਂ ਕਰਦੇ ਪਏ ਨੇ, ਆਪੇ ਬਣਾ ਲਾ। ਕਿਸ ਤਰ੍ਹਾਂ ਆਪੇ ਬਣਾ ਲਾ? ਮੈਂ ਬੁਟੀਕ ਤੇ ਜਾਂਦੀ ਸੀ, ਮੇਰਾ 10 ਵਜੇ ਦਾ ਟਾਈਮ ਹੈ ਬੁਟੀਕ ਤੇ ਜਾਂਦਾ, 12 ਵਜੇ ਕਿਸ ਤਰ੍ਹਾਂ ਕਰ ਲੈਣਗੇ? ਤੁਸੀਂ ਪੁੱਛ ਸਕਦੇ ਹੋ। 365 ਦਿਨ ਕੰਮ ਕਰੀਦਾ ਵਾ, ਠੀਕ ਹੈ ਨਾ। ਸੰਡੇ ਨੂੰ ਵੀ ਛੁੱਟੀ ਹੁੰਦੀ, ਜੇ ਸਾਨੂੰ ਸੰਡੇ ਤੋਂ ਛੁੱਟੀ ਹੋ ਗਈ ਆ, ਘਰ ਦਾ ਜਿਹੜਾ ਆਪਣਾ ਪਰਸਨਲ ਕੰਮ ਹੈ, ਜਿਹੜਾ ਘਰ ਦੀ ਸਟਿਚਿੰਗ ਹੈ, ਉਹ ਕਰਨੀ ਹੈਗੀ ਹੈ। 10 ਵਜੇ ਜਦੋਂ ਆਪਾਂ ਜਾ ਰਹੇ ਹਾਂ ਕੰਮ ਤੇ 12 ਵਜੇ ਕਿਹੜੀਆਂ ਰੋਟੀਆਂ ਕਹਿੰਦੇ ਪਸੰਦ ਨਹੀਂ ਆਉਂਦੀਆਂ ਸਾਨੂੰ, ਕਿਹੜੀਆਂ ਪਸੰਦ ਨਹੀਂ ਆਉਂਦੀਆਂ। ਦੂਸਰੀ ਚੀਜ਼ ਇਹ ਜੀ ਮੈਂ ਤੁਹਾਨੂੰ ਹੁਣ ਦੱਸ ਦਿੰਦੀ ਹਾਂ ਕਿ ਜਿਹੜੇ ਮੇਰੇ ਮਦਰ ਹੈ ਉਹ ਜ਼ਿਆਦਾ ਟਾਈਮ ਨਾਨਕੇ ਹੀ ਰਹੇ ਦੇ ਨੇ, ਠੀਕ ਹੈ, ਉਹ ਨਾਨਕੇ ਹੀ ਰਹੇ ਦੇ ਨੇ, ਪਿੱਛੇ ਰਹੇ ਦੇ ਨੇ। ਕਿਹੜਾ ਇੱਥੇ ਰੋਟੀਆਂ ਬਣਾ ਕੇ ਮਤਲਬ ਕਿ ਮੈਨੂੰ ਦਿੰਦਾ, ਜਿਹੜੀ ਮੈਨੂੰ ਪਸੰਦ ਨਹੀਂ ਆਉਂਦੀ, ਮੈਂ ਖੁਦ ਨਾਲ ਰੋਟੀਆਂ ਉਹ ਕਹਿੰਦੇ ਅਸੀਂ ਮਿਹਨਤ ਨਾਲ ਕਰਦੇ ਆ, ਮਿਹਨਤ ਕਰਦੇ ਆ। ਤੁਸੀਂ ਫਿਰ ਸਾਰਾ ਕੁਝ ਪਤਾ ਕਰਵਾ ਲਓ ਨਾ ਕਿ ਇਹਨਾਂ ਦੇ ਮਦਰ ਹੀ ਨਹੀਂ ਠੀਕ ਰਹੇ, ਇਹਦੇ ਪਿੱਛੇ ਇਹ ਬਹੁਤਾ ਨਹੀਂ ਤੇ 4 ਤੋਂ 4.5 ਸਾਲ ਤੋਂ ਇੱਥੇ ਰਹਿ ਰਹੇ ਨੇ, ਨਹੀਂ ਤੇ ਇਹ ਆਪਣੇ ਪਿੱਛੇ ਪੇਕੇ ਹੀ ਪੇਕੇ ਬਸ। ਜਦੋਂ ਇਹ ਪ੍ਰਾਪਰਟੀ ਹੁਣ ਨੂੰ ਜ਼ਿਆਦਾ ਸ਼ੋਅ ਹੋਣੀ ਸ਼ੁਰੂ ਹੋ ਗਈ ਆ ਤੇ ਫਿਰ ਇੱਧਰ ਨੂੰ ਕੁਝ ਮਸਲਾ ਹੋਰ ਹੈ, ਉਹਦੇ ਵਿੱਚ ਕਹਿ ਸਕਦੇ ਆ ਨਾ ਕਿ ਹੁਣ ਨੂੰ ਹਿੱਸੇ ਘੱਟ ਹੋਣੇ ਆ। ਇਹ ਜਿਹੜੇ ਹੁਣ ਨੂੰ ਅੱਜ ਤੁਸੀਂ ਕਹਿੰਦੇ ਵੀ ਦੁਕਾਨ ਕਰਦੇ ਪਏ ਆ, ਦੁਕਾਨ ਤੇ ਹੁਣ ਨੂੰ ਬੈਠੇ ਨੇ ਲਗਾਤਾਰ, ਇਹ 3 ਸਾਲਾਂ ਤੋਂ ਕੰਮ ਕਰ ਰਹੇ ਨੇ। ਕਿਉਂ?
ਕਿਉਂਕਿ ਹੁਣ ਇਹਨਾਂ ਨੇ ਜਦੋਂ ਮੈਨੂੰ ਅਲੱਗ ਕਰਦਾ, ਹੁਣ ਰੋਟੀ ਪਾਣੀ ਕਿਸ ਤਰ੍ਹਾਂ ਹੋਣਾ। ਪਰ ਦੇਖੋ ਬੱਚਾ, 12 ਸਾਲ ਵੀ ਉਹਨਾਂ ਨੇ ਇਸ ਪ੍ਰਾਪਰਟੀ ਵਾਸਤੇ ਕੇਸ ਲੜਿਆ ਨਾ, 12 ਸਾਲ ਵੀ ਕੇਸ ਲੜਿਆ ਉਹਨਾਂ ਨੇ। 12 ਸਾਲ ਉਸ ਪ੍ਰਾਪਰਟੀ ਦੇ ਲਈ ਜੇ ਇਹਨਾਂ ਨੇ ਕੇਸ ਲੜਿਆ ਹੈ ਨਾ, ਉਹਦਾ ਕੀ ਬੈਨੀਫਿਟ ਨਿਕਲਿਆ? ਕੋਈ ਬੈਨੀਫਿਟ ਨਹੀਂ ਹੈਗਾ। ਵਿਅਰਥ ਟਾਈਮ, ਵਿਅਰਥ ਹੋ ਚੁੱਕਿਆ ਉਹਨਾਂ ਦਾ। ਪੜ੍ਹੇ ਲਿਖੇ ਸੀ, ਪੜ੍ਹੇ ਲਿਖੇ ਨੇ ਸਲਾਹ ਲੈ ਸਕਦੇ ਸੀ, ਠੀਕ ਹੈ ਨਾ। ਰਹਿੰਦੇ ਇੱਥੇ ਵੇ ਆ, ਉਧਰ ਦਾ ਕੇਸ ਲੜ ਰਹੇ, ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ। ਜੇ ਲੜ ਵੀ ਰਹੇ ਹੀ ਕੇਸ, ਤੇ ਪਿੱਛੇ ਫੈਮਿਲੀ ਵੀ ਤਾਂ ਦੇਖਣੀ ਚਾਹੀਦੀ ਇਹਨਾਂ ਨੂੰ। ਸਭ ਕੁਝ ਦੇਖਣਾ ਪੈਂਦਾ ਵਾ। ਆਖਰ ਆਪਣੀ ਫੈਮਿਲੀ ਦੇ ਕਰਤਾ ਧਰਤਾ ਸੀਗੇ, ਸਭ ਕੁਝ ਦੇਖਣਾ ਪੈਂਦਾ ਵਾ। ਜੇ ਮੈਂ ਭੈਣਾਂ ਵਾਲੀ ਸਾਈਡ ਤੇ ਖਲੋ ਕੇ ਅਗਰ ਦੇਖ ਲਵਾਂ, ਵੱਡੀ ਹੋਣ ਦੇ ਨਾਤੇ ਦੇਖ ਲਵਾਂ, ਤੇ ਛੋਟੀਆਂ ਦੇ ਲਈ ਲਾਈਫ ਸੋਚੀ ਜਾ ਰਹੀ ਹੈ ਤੇ ਮੇਰੇ ਲਈ ਨਹੀਂ ਸੋਚੀ ਜਾ ਰਹੀ, ਤੇ ਮੇਰਾ ਹੱਕ ਨਹੀਂ ਬਣਦਾ। ਮੇਰਾ ਵੀ ਹੱਕ ਬਣਦਾ ਵਾ। ਤੁਸੀਂ ਕਹਿੰਦੇ ਨਾ ਮੈਰਿਜ ਨਾ ਹੁੰਦੀ ਤੇ ਕੋਈ ਗੱਲ ਨਹੀਂ ਸੀ, ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਵਾ? ਫਿਰ ਇੱਥੇ ਹੀ ਮੈਂ ਸੋਚਾਂ ਜੇ ਮੇਰੀ ਨਹੀਂ ਹੋਊਗੀ ਫਿਰ ਛੋਟਿਆਂ ਦੀ ਕਿੱਦਾਂ ਹੋਊਗੀ? ਨਹੀਂ, ਹੁਣ ਤੇ ਜਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਹੋ ਗਿਆ ਵਾ, ਉਸ ਤੋਂ ਲੱਗਦਾ ਹੀ ਹੈ ਕਿ ਵਾਕਿਆ ਹੀ ਲੋਕ ਵੀ ਕਹਿਣਗੇ ਕਿ ਯਾਰ ਇਹ ਕਿਸ ਤਰ੍ਹਾਂ ਦਾ ਮਾਹੌਲ ਹੈ ਇਹਨਾਂ ਦੇ ਘਰ ਦਾ, ਕਿ ਬਾਕੀ 2 ਧੀਆਂ ਵੀ ਹਜੇ ਪਈਆਂ ਵਾ, ਉਹਨਾਂ ਦਾ ਵੀ ਵਿਆਹ ਕਰਨਾ ਵਾ। ਪਹਿਲਾਂ ਤੋਂ ਹੀ ਵੱਡੇ ਹੋ ਸਭ ਤੋਂ, ਤੁਹਾਡਾ ਹੁੰਦਾ ਤੇ ਉਹਨਾਂ ਦਾ ਹੋਣਾ ਹੀ। ਹੁਣ ਉਹਨਾਂ ਵਾਸਤੇ ਵੀ ਮੁਸ਼ਕਲ ਬਣ ਗਈ ਹੈ ਨਾ ਉਸ ਵੀਡੀਓ ਤੋਂ ਬਾਅਦ। ਦੂਸਰਾ ਇਹ ਵਾ ਨਾ ਕਿ ਤੁਸੀਂ ਕਹਿੰਦੇ ਪਏ ਨਾ, ਜਦੋਂ ਇਹਨਾਂ ਨੇ ਟੇਬਲ ਬਣਾਇਆ ਉਦੋਂ ਨਹੀਂ ਇਹਨਾਂ ਨੂੰ ਪਤਾ ਲੱਗਾ ਕਿ ਇਹਦਾ ਕੁਝ ਅੱਗੋਂ ਨਤੀਜਾ ਕੀ ਨਿਕਲੇਗਾ। ਵੱਡੇ ਸੀ, ਨਤੀਜਾ ਕੀ ਨਿਕਲੇਗਾ? ਝਗੜੇ ਨੂੰ ਸੁਲਝਾਉਣ ਦੇ ਲਈ ਵੀ ਕੁਝ ਕੀਤਾ ਜਾ ਸਕਦਾ। ਕਿੰਨੀ ਵਾਰੀ ਬੋਲਿਆ, ਡੈਡੀ ਵੱਡੇ ਸੀ, ਇਹ ਝਗੜਾ ਸੁਲਝਾ ਸਕਦੇ ਸੀ, ਪਰ ਇਹਨਾਂ ਨੇ ਝਗੜਾ ਸੁਲਝਾਇਆ ਨਹੀਂ, ਠੀਕ ਹੈ ਨਾ। ਇਹਨਾਂ ਨੇ ਝਗੜੇ ਸੁਲਝਾਏ ਨਹੀਂ। ਜਦੋਂ ਕਹਿੰਦੇ ਨਾ ਅੱਜ ਨੂੰ ਸਮਝਾਉਣ, ਇਹਨਾਂ ਨੇ 3 ਸਾਲ ਦੇ ਵਿੱਚ ਮੇਰੇ ਸਮਝਾਏ ਤੇ ਵੀ ਕੀ, ਮੈਂ ਕਿੰਨਾ ਇਹਨਾਂ ਨੂੰ ਸਮਝਾਇਆ, ਕਿੰਨਾ ਸਮਝਾਇਆ, ਹੱਥ ਵੀ ਜੋੜੇ ਇਹਨਾਂ ਦੇ ਅੱਗੇ, ਪਰ ਨਹੀਂ। ਮੈਂ ਕਿਹਾ ਲੜਾਈ ਮੁਕਾ ਦਿਓ। ਕੀ ਝਗੜਾ, ਕਿਸ ਤਰ੍ਹਾਂ ਦਾ ਝਗੜਾ ਵਾ? ਠੀਕ ਹੈ ਨਾ। ਇਹ ਨਾਲੇ ਥਾਣੇ ਦੇ ਵਿੱਚ ਮੇਰੇ ਕੋਲ ਬਿਜਲੀ ਦਾ ਬਿੱਲ ਮੰਗ ਗਏ। ਇਹ ਫਾਦਰ ਸੀ। ਬੱਚੇ ਨੂੰ ਤਾਂ ਤੁਸੀਂ ਇਹ ਖੁਦ ਸ਼ਾਵਾਂ ਦਿੰਦੇ ਪਏ ਨੇ ਕਿ ਤੂੰ ਸਾਡੇ ਖਿਲਾਫ ਖੜਾ ਹੋ ਜਾ। ਇੱਕ ਬੱਚੇ ਦੇ ਲਈ ਸਾਰਾ ਕੁਝ ਤੁਸੀਂ ਅਰੇਂਜ ਕਰਦੇ ਪਏ ਹੋ, ਦੂਸਰੇ ਬੱਚੇ ਦੇ ਲਈ ਤੁਸੀਂ ਕੁਝ ਨਹੀਂ ਕਰਦੇ। ਬੱਚੇ ਨੂੰ ਤੁਸੀਂ ਖੁਦ ਭੜਕਾ ਰਹੇ ਹੋ। ਉਹਨੂੰ ਕਹਿੰਦੇ ਪਏ ਤੁਸੀਂ ਬਿਜਲੀ ਦਾ ਬਿੱਲ ਦੇਵੋ। ਇੱਕ ਬੱਚਾ ਗਰਮੀ 'ਚ ਬੈਠਾ, ਦੂਸਰਾ ਬੱਚਾ ਕੂਲਰ ਥੱਲੇ ਬੈਠਾ। ਇੱਕ ਬੱਚੇ ਦੇ ਮਨ 'ਚ ਫਿਰ ਕਿਸ ਤਰ੍ਹਾਂ ਦਾ ਭਾਵ ਆਏਗਾ? ਉਹ ਬੋਲੇਗਾ। ਮੈਂ 3 ਸਾਲ ਸਹਿਣ ਕਰਦੀ ਰਹੀ ਹਾਂ, ਉਹਦੀ ਸ਼ਾਬਾਸ਼ੀ ਨਹੀਂ ਹੋਈ। ਪਰ ਅਗਰ ਆਪਣੇ ਹੱਕ ਲਈ ਖੜੀ ਹੋਈ ਆ ਤੇ ਉਹਦੇ ਲਈ ਅਗਰ ਕੋਈ ਬੋਲ ਰਿਹਾ ਕੁਛ, ਤੇ ਮੈਂ ਹੁਣ ਇਸ ਵਿੱਚ ਕੀ ਕਹਿ ਸਕਦੀ? ਕਹਿੰਦੇ ਜਿਸ ਤੇ ਬੀਤਦੀ ਉਹ ਜਾਣਦਾ, ਜਿਸ ਤੇ ਬੀਤਦੀ ਉਹ ਜਾਣਦਾ ਇਨਸਾਨ ਉਹਦੇ ਨਾਲ ਹੋਣ ਕੀ ਡਿਆ ਵਾ। ਗਰਮੀ ਦੇ ਵਿੱਚ ਟਾਈਮ ਕੱਢਣਾ, ਠੀਕ ਹੈ ਨਾ। ਤੁਹਾਡੇ ਸਾਹਮਣੇ ਇਹ ਛੱਤ ਦੇਖ ਲਓ, ਕੁਛ ਵੀ ਅਵੀ ਨਵੀਂ ਹੋ ਸਕਦੀ ਹੈ। ਛਲਾ ਕਮਰਾ ਖਾਲੀ ਪਿਆ ਦਾ ਵਾ, ਕਿੱਥੇ ਲੈ ਕੇ ਜਾਣਾ ਸਭ ਕੁਝ? ਸਾਨੂੰ ਨਹੀਂ ਉੱਥੇ ਜੀ ਜਾਣ ਦਾ ਹੁਕਮ ਹੈਗਾ, ਜਦ ਕਿ ਮੇਰਾ ਕਮਰਾ ਉਹ ਸੀਗਾ। ਉੱਥੋਂ ਮੈਨੂੰ 3 ਸਾਲ ਪਹਿਲੇ ਦਾ ਡੈਡੀ ਨੇ ਰਾਤ ਨੂੰ ਕੱਢ ਕੇ ਇੱਥੇ ਬਾਹਰ ਇੱਥੇ ਬਿਠਾਇਆ। ਮੈਂ 3 ਸਾਲਾਂ ਦੀ ਇੱਥੇ ਹੀ ਬੈਠੀ ਹਾਂ, ਇੱਥੇ ਬੈਠੀ ਦੀ ਹਾਂ। 10 ਵਜੇ ਤੋਂ ਲੈ ਕੇ 3 ਵਜੇ ਤੱਕ ਧੁੱਪ ਆਣੀ ਹੈ। ਅਸੀਂ ਉਰੇ ਪਰੇ ਕਿਤੇ ਨਹੀਂ ਜਾ ਸਕਦੇ ਕਿਉਂਕਿ ਸਾਨੂੰ ਇੱਥੇ ਹੀ ਬਿਠਾਇਆ। ਇਹ ਹੁਕਮ ਹੀ ਇਹਨਾਂ ਦੇ ਮੰਨ ਕੇ ਬੈਠੇ ਦੇ ਆ, ਹੁਕਮ ਹੀ ਇਹਨਾਂ ਦੇ ਮੰਨ ਕੇ ਬੈਠੇ ਦੇ। ਕਿਹੜੇ ਇਹਨਾਂ ਦੇ ਅੱਜ ਤੱਕ ਹੁਕਮ ਤੋੜੇ ਹੈਗੇ ਨੇ? ਪਰ ਮੇਰੇ ਤੇ ਇਸ ਤਰ੍ਹਾਂ ਦੇ ਹੁਕਮ ਕਿਉਂ ਲਗਾਏ ਗਏ ਨੇ? ਇਸ ਘਰ ਵਿੱਚ ਪਹਿਲਾਂ ਜਦੋਂ ਸਾਡਾ ਬਚਪਨ ਹੀ ਆਪਾਂ ਤੁਰਦੇ ਫਿਰਦੇ ਹੀ ਇਸੇ ਵਿੱਚ ਕਹਿੰਦਾ ਇੱਧਰ ਨਹੀਂ ਜਾਣਾ ਉੱਧਰ ਨਹੀਂ ਜਾਣਾ। ਬੱਚੇ ਨੂੰ ਫਿਰ ਤੁਸੀਂ ਭੜਕਾ ਰਹੇ ਹੋ ਨਾ ਬੱਚੇ ਨੂੰ। ਤੇ ਬੱਚਾ ਅੱਜ ਆਪਣੇ ਹੱਕ ਲਈ, ਆਪਣੇ ਰਾਈਟਸ ਲਈ ਖੜਾ ਹੋ ਗਿਆ। ਮੇਰੀ ਸੋਚ ਕਿਸੇ ਨੂੰ ਭੜਕਾਉਣ ਦੀ ਨਹੀਂ ਹੈਗੀ। ਮੇਰੀ ਸੋਚ ਇਹ ਵਾ ਕਿ ਆਪਣੀ ਸੋਚ ਅੱਛੀ ਕਰਨ। ਮਾਂ ਪਿਓ ਦੀ ਸੋਚ ਅੱਛੀ ਹੋਏਗੀ ਤੇ ਬੱਚੇ ਦੀ ਸੋਚ ਅੱਛੀ ਹੋਏਗੀ, ਠੀਕ ਹੈ ਨਾ। 2 ਬੇਟੀਆਂ ਵਾ, 2 ਦਾ ਧਿਆਨ ਹੈ। 2 ਤੋਂ ਪਹਿਲਾਂ ਜਿਹੜੀ ਇੱਕ ਵਾ ਉਹਦਾ ਧਿਆਨ ਨਹੀਂ, ਕਿਉਂਕਿ ਇਕੱਲੀ ਹੈ, ਉਹ ਇਕੱਲੀ ਹੈ, ਠੀਕ ਹੈ ਨਾ। ਉਹ ਇਕੱਲੀ, ਉਹਦੇ ਅੱਗੇ ਪਿੱਛੇ ਕੋਈ ਨਹੀਂ। ਉਹਦਾ ਮਤਲਬ ਕਿ ਜਿੱਥੇ ਜਾਂਦੀ ਜਾਵੇ, ਮਤਲਬ ਮਰ ਜਾਂਦੀ ਤਾਂ ਠੀਕ ਹੈ, ਕੋਈ ਗੱਲ ਨਹੀਂ, ਕਿਉਂਕਿ ਉਹਦੇ ਪਿੱਛੇ ਬੋਲਣ ਵਾਲਾ ਕੋਈ ਨਹੀਂ। ਇਹ 4 ਜਾਣੇ ਨੇ, ਇੱਕ ਦੇ ਪਿੱਛੇ ਦੂਸਰਾ ਬੋਲਣ ਵਾਲਾ ਵਾ। ਮੈਂ ਦਰ ਭਟਕੀ ਹਾਂ, ਮੇਰੀ ਮਦਦ ਕਰ ਦਿਓ, ਮੇਰੀ ਮਦਦ ਕਰ ਦਿਓ। ਇਹ ਕੀ ਕਰਦੇ ਪਏ ਨੇ? ਮੈਂ ਅੰਦਰ ਹੀ ਅੰਦਰ ਘੁੱਟ ਗਈ ਹਾਂ। ਗੱਲਾਂ ਕਿਹਨੂੰ ਕਵਾਂ ਜਾ ਕੇ ਮੈਂ? ਕੀ ਮੇਰਾ ਮਾਪਿਓ ਇਦਾਂ ਕਰਦਾ ਪਿਆ ਮੇਰੇ ਨਾਲ? ਮਾਪਿਓ ਇਦਾਂ ਕਰਦਾ ਪਿਆ? ਜਦੋਂ ਮੈਨੂੰ ਇਹਨਾਂ ਨੇ ਕੁੱਟਿਆ, ਇਦਾਂ ਹੀ ਮੇਰੇ ਸਿਰ ਨੀਲ ਪਏ, ਮੈਂ ਇਦਾਂ ਹੀ ਆਪਣੇ ਨਾਨਕੇ ਗਈ ਹਾਂ। ਕੀ ਗੱਲ, ਉਦੋਂ ਨਾਨਾ ਜੀ ਨੂੰ ਕੁਛ ਨਹੀਂ ਪਤਾ ਲੱਗਾ? ਇੱਕ ਫੋਨ ਕਰਕੇ ਕਹਿ ਸਕਦੇ ਸੀਗੇ, ਕੁੜੀਏ ਕੀ ਹੁੰਦਾ ਪਿਆ ਵਾ, ਇਹ ਕਿਉਂ ਹੁੰਦਾ ਪਿਆ ਵਾ? ਉਹਨਾਂ ਸਾਹਮਣੇ ਪੌੜੀਆਂ ਦੇ ਵਿੱਚ ਰੱਖ ਕੇ ਸਿਲੰਡਰ ਰੋਟੀ ਬਣਾਉਣ ਦੀ ਤੇ ਉਹ ਰੋਟੀ ਖਾਣ ਦੇ ਆਰਾਮ ਨਾਲ। ਉਹਨਾਂ ਨੇ ਇੱਕ ਵਾਰੀ ਨਹੀਂ ਕਿਹਾ ਕੁੜੀਏ ਕੀ ਹੁੰਦਾ ਪਿਆ ਵਾ?
ਆਪਣੀ ਧੀ ਨੂੰ ਨਹੀਂ ਸਮਝਾਇਆ ਉਹਨਾਂ ਨੇ, ਮੈਨੂੰ ਸਮਝਾ ਸਕਦੇ ਸੀਗੇ, ਪਰ ਨਹੀਂ, ਆਰਾਮ ਨਾਲ ਖਾਧਾ ਪੀਤਾ ਕਰ, ਠੀਕ ਹੈ ਨਾ। ਬਿਲਕੁਲ ਜੀ, ਲੜਕੀ ਦਾ ਪੱਖ ਵੀ ਜਾਣਿਆ ਵਾ। ਲੜਕੀ ਨੇ, ਉਸ ਧੀ ਨੇ ਵੀ ਦੱਸਿਆ ਵਾ ਕਿ ਵਾਕਿਆ ਹੀ ਉਸਦੇ ਮਾਂ-ਬਾਪ ਉਸ ਨੂੰ ਤੰਗ ਪਰੇਸ਼ਾਨ ਕਰਦੇ ਨੇ। ਲਗਾਤਾਰ 3 ਸਾਲ ਉਹਨਾਂ ਨੂੰ ਹਰਾਸਮੈਂਟ ਕੀਤਾ ਗਿਆ ਵਾ ਅਤੇ ਤਰ੍ਹਾਂ ਤਰ੍ਹਾਂ ਟੌਰਚਰ ਕੀਤਾ ਗਿਆ ਵਾ। ਪਰ ਉਸਦੇ ਮਾਂ-ਬਾਪ ਦਾ ਵੀ ਜਦੋਂ ਪੱਖ ਜਾਣਿਆ ਸੀ, ਮਾਂ-ਬਾਪ ਨੇ ਦੱਸਿਆ ਸੀ ਕਿ ਜਿਹੜੇ ਵੀ ਲੜਕੀ ਵੱਲੋਂ ਆਰੋਪ ਲਾਏ ਗਏ ਨੇ ਬਿਲਕੁਲ ਹੀ ਬੇਬੁਨਿਆਦ ਨੇ ਆਰੋਪ ਨੇ। ਉਹਨਾਂ ਨੇ ਬੇਬੁਨਿਆਦ ਆਰੋਪਾਂ ਨੂੰ ਦੱਸਿਆ ਵਾ। ਉਹਨਾਂ ਨੇ ਦੱਸਿਆ ਕਿ ਉਹ ਖੁਦ ਹੀ ਉਹਨਾਂ ਦੀ ਧੀ ਬਣ ਕੇ ਨਹੀਂ ਰਹਿ ਰਹੀ। ਉਹਨਾਂ ਨੇ ਤੇ ਆਪਣੀਆਂ 3 ਧੀਆਂ ਨੂੰ ਅੱਜ ਤੱਕ ਆਪਣੇ ਪੁੱਤ ਹੀ ਸਮਝਿਆ ਸੀ। ਬਾਕੀ 2 ਧੀਆਂ ਉਹਨਾਂ ਦੇ ਨਾਲ ਕੰਮ ਦੇ ਵਿੱਚ ਹੱਥ ਵਟਾਉਂਦੇ ਨੇ। ਪਰ ਇਸ ਧੀ ਕੋਲੋਂ ਅੱਜ ਤੱਕ ਉਹਨਾਂ ਨੇ ਕਦੀ ਵੀ ਇੱਕ ਚਵਾਨੀ ਨਹੀਂ ਲਈ ਅਤੇ ਕੋਈ ਵੀ ਪੈਸਾ ਨਹੀਂ ਲਿਆ, ਕਿਉਂਕਿ ਉਸ ਧੀ ਨੇ ਇੱਕ ਆਰੋਪ ਇਹ ਵੀ ਲਾਇਆ ਸੀ ਕਿ ਮੇਰੇ ਬਾਪ ਨੇ ਮੈਨੂੰ ATM ਸਮਝਿਆ ਹੋਇਆ ਵਾ, ਮੇਰੇ ਕੋਲ ਪੈਸਾ ਜਿੰਨਾ ਵੀ ਘਰ ਦਾ ਖਰਚਾ ਮੇਰੇ ਰਾਹੀਂ ਹੀ ਚਲਾਇਆ ਜਾਂਦਾ ਵਾ। ਪਰ ਉਸ ਬਾਪ ਨੇ ਦੱਸਿਆ ਕਿ ਮੈਂ ਸਾਈਕਲ ਰਿਪੇਅਰ ਦਾ ਕੰਮ ਕਰਦਾ ਵਾਂ, ਨਾ ਕਿ ਮੈਂ ਧੀਆਂ ਦੀ ਕਮਾਈ ਖਾਧੀ ਹੈ, ਨਾ ਮੈਨੂੰ ਪਰਮਾਤਮਾ ਅਜਿਹੀ ਕਮਾਈ ਖਵਾਏ। ਹੁਣ ਦੇਖਣਾ ਹੋਏਗਾ ਕਿ ਇਸ ਧੀ ਤੇ ਕੀ ਪਰਮਾਤਮਾ ਅਸਰ ਪਾਉਂਦਾ ਵਾ, ਜਦ ਕਿ ਇਸ ਧੀ ਦੇ ਅਤੇ ਮਾਂ-ਬਾਪ ਦੇ ਇਸ ਧੀ ਨੇ ਆਰੋਪ ਜਿਹੜੇ ਲਾਏ ਨੇ ਅਤੇ ਮਾਂ-ਬਾਪ ਨੇ ਆਪਣੀ ਧੀ ਦੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਵਾ। ਅਸੀਂ ਵੀ ਕਹਿੰਦੇ ਹਾਂ ਕਿ ਪਰਮਾਤਮਾ ਬੁੱਧੀ ਪਾਏ ਦੋਨਾਂ ਦੇ ਉੱਤੇ, ਮਾਂ-ਬਾਪ ਤੇ ਵੀ ਪਾਏ ਤੇ ਇਸ ਧੀ ਦੇ ਵੀ ਪਾਏ, ਕਿਉਂਕਿ ਇਸ ਮੈਟਰ ਨੂੰ ਆਪਣੇ ਹੀ ਘਰ ਦੇ ਵਿੱਚ ਸੋਲਵ ਕੀਤਾ ਜਾਏ, ਨਾ ਕਿ ਇਸ ਧੀ ਨੂੰ ਥਾਣੇ ਦੇ ਚੱਕਰ ਲਾਣੇ ਪੈਣ ਅਤੇ ਨਾ ਹੀ ਉਸ ਮਾਂ-ਬਾਪ ਨੂੰ ਉਸ ਥਾਣਿਆਂ ਦੇ ਚੱਕਰ ਲਾਣੇ ਪੈਣ, ਤਾਂ ਜੋ ਇਸ ਨੂੰ ਸਮਾਜ ਦੇ ਵਿੱਚ ਇੱਕ ਉਛਾਲਿਆ ਜਾਏ ਅਤੇ ਉਸ ਬਾਪ ਦੀ ਵੀ ਬਦਨਾਮੀ ਹੋਏ ਜਿਸ ਬਾਪ ਨੇ ਇਸ ਨੂੰ ਐਡੀ ਜਵਾਨ ਕੀਤਾ ਵਾ, ਪੜ੍ਹਾਇਆ ਲਿਖਾਇਆ ਵਾ, ਖਵਾ ਪਿਆ ਕੇ ਐਡੇ ਵੱਡੇ ਕੀਤਾ, ਰੋਟੀ ਪਾਣੀ ਖਵਾ ਕੇ। ਅੱਜ ਉਸ ਧੀ ਨੇ ਸਟੈਂਡ ਹੋ ਕੇ ਆਪਣੇ ਮਾਂ-ਬਾਪ ਦੇ ਉੱਤੇ ਹੀ ਆਰੋਪ ਲਾ ਦਿੱਤੇ ਨੇ। ਇਸ ਧੀ ਨੂੰ ਵੀ ਪ੍ਰਮਾਤਮਾ ਬੁੱਧੀ ਬਖਸ਼ੇ ਅਤੇ ਆਪਣੇ ਮਾਂ-ਬਾਪ ਦੇ ਨਾਲ ਕੰਪਰੋਮਾਈਜ਼ ਕਰੇ ਅਤੇ ਆਪਣੇ ਘਰ ਦੇ ਵਿੱਚ ਇੱਕ ਪਰਿਵਾਰ ਨਾਲ ਇੱਕ ਸੁਖੀ ਜੀਵਨ ਜੀਵੇ ਆਪਣੇ ਪਰਿਵਾਰ ਨਾਲ। ਕਿਉਂਕਿ ਇੱਕ ਵਿਆਹ ਦੀ ਗੱਲ ਆ, ਸੰਜੋਗ ਜਦੋਂ ਹੁੰਦੇ ਆ ਵਿਆਹ ਉਦੋਂ ਹੋ ਜਾਣਾ ਵਾ, ਜਦੋਂ ਵੀ ਸੰਜੋਗ ਖੁੱਲ ਜਾਂਦੇ ਆ ਉਦੋਂ ਵਿਆਹ ਹੋ ਜਾਂਦਾ ਵਾ। ਪਰ ਇਸ ਧੀ ਵੱਲੋਂ ਇੱਕ ਆਰੋਪ ਬੜਾ ਵੱਡਾ ਲਾਇਆ ਗਿਆ ਕਿ ਉਸ ਦਾ ਵਿਆਹ ਨਹੀਂ ਉਸਦੇ ਮਾਂ-ਬਾਪ ਕਰ ਰਹੇ। ਪਰ ਪਰਮਾਤਮਾ ਚਲੋ ਜਲਦੀ ਇਹਨਾਂ ਦੇ ਸੰਜੋਗ ਖੋਲ੍ਹੇ ਅਤੇ ਇਸ ਧੀ ਦਾ ਵਿਆਹ ਹੋਵੇ ਅਤੇ ਉਸ ਮਾਂ-ਬਾਪ ਤੇ ਵੀ ਬੁੱਧੀ ਬਖਸ਼ੇ ਤੇ ਇਸ ਧੀ ਤੇ ਵੀ ਬੁੱਧੀ ਬਖਸ਼ੇ। ਕੈਮਰਾ ਪਰਸਨ ਅਰਜੇਸ਼ ਕੁਮਾਰ ਦੇ ਨਾਲ ਜਤਿੰਦਰ ਕੁੰਡਲ, ਡੇਲੀ ਪੋਸਟ ਪੰਜਾਬੀ।